हाँ जी दोस्तों, पंजाब ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਇਸ ਲਾਈਵ ਸ਼ੋਅ ਦੀ ਅੱਜ 19ਵੀਂ ਲੜੀ ਦੇ ਵਿੱਚ ਆਪਾਂ ਸ਼ਾਮਲ ਹੋ ਚੁੱਕੇ ਹਾਂ। ਡਾਕਟਰ ਸਰਬਜੀਤ ਕੌਰ ਸੋਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦਾ ਇਸ ਸੰਕਟ ਕਾਲ ਦੇ ਦੌਰ ਦੇ ਵਿੱਚ ਇਹ ਲਾਈਵ ਸ਼ੋਅ ਹੈ, ਜਿਹੜਾ ਇਸ ਵੇਲੇ ਜ਼ੂਮ ਰਾਹੀਂ ਫੇਸਬੁੱਕ ਤੇ ਦੇਖਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਲਗਾਤਾਰ ਜੁੜਦੇ ਨੇ ਤੇ ਅੱਜ ਵੀ ਜੁੜੇ ਹੋਏ ਨੇ ਤੇ ਅੱਜ ਅਸੀਂ ਉਸ ਦੁਨੀਆ ਦੀ ਗੱਲ ਕਰਾਂਗੇ ਜਿਹੜੀ ਦੁਨੀਆ ਸਾਡੇ ਲਈ ਬਹੁਤ ਪੱਖਾਂ ਤੋਂ ਵੱਖਰੀ ਹੈ। ਮੇਰੀ ਮੁਰਾਦ ਹੈ ਅਮਰੀਕਾ ਵਰਗੇ ਮੁਲਕਾਂ ਤੋਂ, ਜਿੱਥੇ ਸਾਡੇ ਬਹੁਤ ਸਾਰੇ ਪ੍ਰਵਾਸੀ ਰਹਿੰਦੇ ਨੇ, ਵਸਦੇ ਨੇ। ਪੰਜਾਬ ਦੇ ਬਹੁਤ ਸਾਰੇ ਸਾਡੇ ਆਪਣੇ ਵਸਦੇ ਨੇ। ਉਹ ਅਮਰੀਕਾ ਜਿਹਦੇ ਬਹੁਤ ਸਾਰੇ ਚਿਹਰੇ ਨੇ, ਉਹਨਾਂ ਦੇ ਵਿੱਚੋਂ ਇੱਕ ਚਿਹਰਾ ਇਹ ਹੈ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹੈ, ਜਿਹਦੇ ਸਾਰੇ ਪਾਸੇ ਝੰਡੇ ਝੂਲਦੇ ਨੇ। ਪਰ ਦੂਜੇ ਪਾਸੇ ਇੱਕ ਚਿਹਰਾ ਇਹ ਵੀ ਹੈ ਕਿ ਉੱਥੋਂ ਦਾ ਇੱਕ ਬਹੁਤ ਵੱਡਾ ਖਿਡਾਰੀ ਮੁਹੰਮਦ ਅਲੀ, ਜਦੋਂ ਇਹ ਕਹਿੰਦਾ ਕਿ ਆਪਣੀ ਮਾਂ ਨੂੰ ਕਹਿੰਦਾ ਕਿ ਪਰੀਆਂ ਵਾਈਟ ਹੀ ਕਿਉਂ ਹੁੰਦੀਆਂ ਨੇ ਮਾਂ, ਜੀਸਸ ਗੋਰੇ ਹੀ ਕਿਉਂ ਹਨ, ਮਿਸ ਅਮਰੀਕਾ ਵਾਈਟ, ਮਿਸ ਯੂਨੀਵਰਸ ਵੀ ਵਾਈਟ, ਵਾਈਟ ਹਾਊਸ, ਕਿੰਗ ਵਾਈਟ, ਵਾਈਟ ਕਲਰ, ਸਾਰੇ ਐਂਜਲ ਵਾਈਟ, ਸਾਰਾ ਕੁਝ ਵਾਈਟ 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 ਕਿਉਂ? ਇਹ ਸਵਾਲ ਵੀ ਉਸ ਧਰਤੀ ਤੇ ਪੈਦਾ ਹੁੰਦੇ ਨੇ। ਨਸਲਵਾਦ ਦੇ ਮੁੱਢਲੇ ਬੀਜ ਵੀ ਉਸ ਧਰਤੀ ਤੇ ਬੀਜੇ ਗਏ ਤੇ ਹੋਰ ਬਹੁਤ ਕੁਝ ਹੈ ਜਿਹੜਾ ਅਮਰੀਕਾ ਦੇ ਚਿਹਰਿਆਂ ਦੇ ਵਿੱਚ ਸ਼ਾਮਲ ਹੈ। ਤੇ ਅੱਜ ਸਾਡੇ ਨਾਲ ਨੇ ਉਸ ਅਮਰੀਕਾ ਦੀ ਧਰਤੀ 'ਚ ਵਸਦੇ ਸਾਡੇ ਆਪਣੇ ਪੰਜਾਬੀ ਸ਼ਾਇਰ ਸੁਖਵਿੰਦਰ ਕੰਬੋਜ। ਅਸੀਂ ਸਭ ਤੋਂ ਪਹਿਲਾਂ ਸੁਖਵਿੰਦਰ ਕੰਬੋਜ ਹੋਰਾਂ ਨੂੰ ਜੀ ਆਇਆਂ ਆਖਦੇ ਹਾਂ। ਸੁਖਵਿੰਦਰ ਕੰਬੋਜ ਜੀ, ਤੁਹਾਡਾ ਬਹੁਤ ਬਹੁਤ ਵੈਲਕਮ। ਥੈਂਕ ਯੂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਰਬਜੀਤ ਕੌਰ ਸੋਲ ਮੈਡਮ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਸਵਾਗਤ। ਡਾਕਟਰ ਕੁਲਦੀਪ ਸਿੰਘ ਦੀਪ ਜੀ, ਤੁਹਾਨੂੰ ਨਮਸਕਾਰ ਜੀ। ਬਾਕੀ ਸਾਰੇ ਜਿੰਨੇ ਸੱਜਣ ਨੇ, ਸੁਨੀਲ ਚੰਦਿਆਨਵੀ ਜੀ, ਸੋਹਣ ਸਿੰਘ ਜੀ, ਰਾਮ ਸਿੰਘ ਜੀ, ਕੇਸ਼ਵੀ ਤੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਜੀ ਸਰ, ਇਹਦੇ ਨਾਲ ਜਿਹੜੇ ਦੂਜੇ ਮਹਿਮਾਨ ਨੇ ਅੱਜ ਸਿਰਜਣਾ ਦੇ ਪਲ ਦੇ ਰੂਪ ਦੇ ਵਿੱਚ ਜੋ ਅਸੀਂ ਸ਼ਾਇਰ ਲੈਣੇ ਆ, ਉਹ ਨੇ ਸੁਨੀਲ ਚੰਦਿਆਨਵੀ ਜੀ, ਜੋ ਪੰਜਾਬੀ ਦੇ ਉੱਭਰਦੇ ਹੋਏ ਸ਼ਾਇਰਾਂ ਦੇ ਵਿੱਚੋਂ ਇੱਕ ਨੇ। ਬਹੁਤ ਸੋਹਣੀ ਗਜ਼ਲ ਲਿਖਦੇ ਨੇ, ਬਹੁਤ ਸੋਹਣੇ ਸ਼ੇਅਰ ਲਿਖਦੇ ਨੇ, ਥੀਏਟਰ ਦੇ ਕਲਾਕਾਰ ਨੇ। ਇਹਨਾਂ ਬਾਰੇ ਗੱਲਾਂ ਆਪਾਂ ਕਰਦੇ ਹਾਂ, ਪਰ ਪਹਿਲਾਂ ਮੈਂ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਬੇਨਤੀ ਕਰੂੰ ਕਿ ਆਪਣੇ ਵੱਲੋਂ ਅੱਜ ਦੇ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ। ਇਸ ਤੋਂ ਬਾਅਦ ਆਪਾਂ ਸੁਖਵਿੰਦਰ ਕੰਬੋਜ ਤੇ ਸੁਨੀਲ ਚੰਦਿਆਨਵੀ ਬਾਰੇ ਕੁਝ ਹੋਰ ਗੱਲਾਂ ਕਰਾਂਗੇ ਤੇ ਫਿਰ ਇਹਨਾਂ ਨੂੰ ਸੁਣਾਂਗੇ। ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਕਹਿੰਦੇ ਨੇ ਕਿ ਡਾਢਾ ਔਖਾ ਕਲਯੁਗੀ ਕੌਰਵ ਸਭਾ 'ਚ ਸਿਰਜਣਾ ਦਾ ਪੱਲਾ ਫੜਨਾ। ਸਿਰ ਹਿਲਾਊ ਲੋਟੂ ਸਭਾ 'ਚ ਪੂਰਨ ਸਹਿਮਤੀ ਦੇ ਨੇੜੇ ਹੱਥ ਖੜਾ ਕਰ ਅਸਹਿਮਤ ਹੋਣ ਦਾ ਜੇਰਾ ਕਰਨਾ। ਭੁੱਲ ਕੇ ਜਨਤਕ ਹਿੱਤ ਅਹਿੱਤ ਸਤਾਪਤੀ ਦਾ ਸਾਥ ਦੇਣਾ। ਹਲਾ ਜੀ, ਭਲਾ ਜੀ, ਚੰਗਾ ਜੀ, ਸਾਰਾ ਦਿਨ ਹੀ ਕਹਿੰਦੇ ਰਹਿਣਾ। ਵਾਹ। ਇੱਛਾਵਾਂ ਨੂੰ ਕਬਰ 'ਚ ਦੱਬ ਕੇ ਸੀਨੇ ਉੱਤੇ ਪੱਥਰ ਰੱਖ ਕੇ ਅੱਗ ਦਾ ਦਰਿਆ ਧਰਨਾ। ਘਰ ਦੇ ਸਾਹ ਵਿੱਚ ਸਾਹ ਲੈਣਾ। ਦਿਲ ਦੇ ਵਿਹੜੇ ਸੂਰਜ ਨੂੰ ਮਘਾਈ ਰੱਖਣਾ। ਦਿਲ ਦੇ ਵਿਹੜੇ ਸੂਰਜ ਨੂੰ ਮਘਾਈ ਰੱਖਣਾ। ਤੂਫਾਨਾਂ 'ਚ ਦੀਵਿਆਂ ਨੂੰ ਜਗਾਈ ਰੱਖਣਾ। ਰੋਟੀ ਦੇ ਟੰਟਿਆਂ 'ਚ ਖਪਣਾ। ਕਦੇ ਕਦੇ ਭੁੱਖੇ ਵੀ ਰਹਿਣਾ। ਵਾਹ ਵਾਹ। ਬਹੁਤ ਸ਼ੁਕਰੀਆ। ਸ਼ਬਦਾਂ ਦੀ ਗੁਥਲੀ ਨੂੰ ਸਿਉਣਾ। ਸਵਾਤੀ ਬੂੰਦ ਲਈ ਚਾਤਰਿਕ ਬਣਨਾ। ਕਵਿਤਾ ਦੇ ਲਈ ਸੱਚੇ ਲੱਭਣਾ। ਜੰਮਣ ਪੀੜਾ ਸਹਿਣਾ ਸੱਚਮੁੱਚ ਡਾਢਾ ਹੀ ਔਖਾ ਜੀ। ਤੋ ਇਸ ਡਾਢੇ ਔਖੇ ਕਾਰਜ ਦੇ ਅੱਜ ਸਾਡੇ ਨਾਲ ਸੁਖਵਿੰਦਰ ਕੰਬੋਜ ਜੀ, ਸੁਨੀਲ ਚੰਦਿਆਨਵੀ ਜੀ, ਤੁਹਾਡਾ ਪੰਜਾਬ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਸਾਹਿਤ ਅਤੇ ਸੰਕਟ ਕਾਲ ਦੇ ਅੰਤਰਗਤ ਅਸੀਂ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ 'ਚ ਤੁਹਾਨੂੰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਖੂਬਸੂਰਤੀ ਇਹ ਆ ਕਿ ਅਸੀਂ ਹੱਦਾਂ ਸਰਹੱਦਾਂ ਦਿਲਾਂ ਦੀਆਂ ਤਾਂ ਪਾਰ ਕੀਤੀਆਂ ਹੀ ਨੇ,
ਅਸੀਂ ਸਮੁੰਦਰ ਵੀ ਪਾਰ ਕਰ ਲਏ ਨੇ ਤੇ ਅੱਜ ਸਾਡੇ ਨਾਲ ਸੁਖਿੰਦਰ ਕੰਬੋਜ ਜੀ ਜੁੜੇ ਨੇ, ਕਿੱਥੋਂ ਫਰੀਦਕੋਟ ਤੇ ਕਿੱਥੇ ਮੋਹਾਲੀ, ਚੰਡੀਗੜ੍ਹ, ਪਟਿਆਲਾ, ਤੇ ਜਿੰਨੇ ਸਾਡੇ ਨਾਲ ਅੱਜ ਦਰਸ਼ਕ ਜੁੜੇ ਨੇ, ਬਹੁਤ ਸਾਰੇ ਮੈਸੇजेस ਮੇਰੇ ਜਿਹੜਾ ਹੈਗਾ ਦੂਸਰੇ ਫੋਨ ਤੇ ਫੇਸਬੁੱਕ ਤੇ ਲਾਈਵ ਚੱਲ ਰਿਹਾ, ਉਹਦੇ ਤੇ ਪ੍ਰੋਗਰਾਮ ਦੇ ਮੈਸੇजेस ਆ ਰਹੇ ਨੇ। ਔਰ ਮੈਨੂੰ ਇਹ ਮਤਲਬ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਸਾਡੇ ਨਾਲ ਜੁੜ ਰਹੇ ਨੇ, ਪਾਠਕ ਕਹਿ ਲਓ ਜਾਂ ਤੁਸੀਂ ਚਿੰਤਕ ਕਹਿ ਲਓ, ਜਾਂ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਇਸ ਵੇਲੇ ਚੰਗਾ ਲੱਗਦਾ ਹੈ। ਔਰ ਇਹ ਖੁਸ਼ਨਸੀਬੀ ਹੈ। ਮੈਂ ਤੇ ਕਹਾਂਗੀ ਕਿ ਜੇਕਰ ਅਸੀਂ ਕਲਾ ਭਵਨ ਪ੍ਰੋਗਰਾਮ ਕਰੀਏ ਜਾਂ ਫਰੀਦਕੋਟ ਜਾ ਕੇ ਪ੍ਰੋਗਰਾਮ ਕਰੀਏ ਜਾਂ ਚੰਡੀਗੜ੍ਹ ਜਾਂ ਪਟਿਆਲੇ ਕਰੀਏ, ਤੇ ਉੱਥੇ ਇੱਕ 200 300 400 ਹੱਦ 500 ਇੱਕ ਸੀਮਾ ਹੁੰਦੀ ਆ। ਸੋ ਇਹ ਜਿਹੜਾ ਪ੍ਰੋਗਰਾਮ, ਔਰ ਮੈਂ ਤੇ ਇਹ ਕਹਾਂਗੀ ਕਿ ਡਾਕਟਰ ਕੁਲਦੀਪ ਦੀਪ ਦੀ ਸਿਦਕ ਦੇ ਲਈ ਆ ਕਿ ਪ੍ਰੋਗਰਾਮ ਇਸ ਤਰ੍ਹਾਂ ਨਿਰੰਤਰਤਾ ਦੇ ਨਾਲ ਲਗਾਤਾਰ ਚੱਲ ਰਿਹਾ। ਵੈਸੇ ਅਸੀਂ ਸੋਚਿਆ ਨਹੀਂ ਸੀ ਕਿ ਇਹਨੂੰ ਅਸੀਂ ਕੰਟੀਨਿਊ ਕਰਾਂਗੇ, ਇੰਨੇ ਦਿਨ ਅਸੀਂ ਇਸ ਨੂੰ ਚਲਾਈ ਜਾਵਾਂਗੇ, ਤੇ ਅਸੀਂ ਹੁਣ ਵੀ ਇਹ ਚਾਹੁੰਦੇ ਆ ਕਿ ਇਸੇ ਤਰ੍ਹਾਂ ਲਗਾਤਾਰਤਾ ਦੇ ਵਿੱਚ ਚੱਲਦਾ ਰਹੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਚਿੰਤਨਸ਼ੀਲ ਲੇਖਕਾਂ ਦੀਆਂ ਗੱਲਾਂ ਵੀ ਸੁਣਾਂਗੇ, ਤੁਹਾਡੇ ਕਮੈਂਟਸ ਵੀ ਲਵਾਂਗੇ ਦਰਸ਼ਕਾਂ ਦੇ, ਔਰ ਦੇਸ਼ ਵਿਦੇਸ਼ ਤੋਂ ਜਿਹੜੇ ਸਾਨੂੰ ਫੋਨ ਕਰਦੇ ਨੇ, ਸਾਡੇ ਪ੍ਰੋਗਰਾਮ ਬਾਰੇ ਗੱਲ ਕਰਦੇ ਨੇ, ਅਖਬਾਰਾਂ 'ਚ ਦੀਆਂ ਖਬਰਾਂ ਲੱਗ ਰਹੀਆਂ, ਔਰ ਬਹੁਤ ਸਾਰੇ ਵਿਊਜ਼ ਸਾਨੂੰ ਮਿਲ ਰਹੇ ਨੇ। ਸੋ ਮੇਰੀ ਇੱਕ ਦਰਖਾਸਤ ਹੈ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਸ ਵੇਲੇ ਸੰਕਟ ਕਾਲ 'ਚ ਲੋੜੀਂਦੀਆਂ ਨੇ, ਕਿਉਂਕਿ ਅਸੀਂ ਯੂਨੀਵਰਸਿਟੀ ਦੇ ਚਿੰਤਕਾਂ ਨਾਲ ਵੀ ਗੱਲਾਂ ਕੀਤੀਆਂ ਨੇ, ਅਸੀਂ ਇੱਥੇ ਡਾਕਟਰਸ ਨਾਲ ਵੀ ਗੱਲਾਂ ਕੀਤੀਆਂ ਨੇ, ਇਹਦੇ ਨਾਲ ਨਾਲ ਇਹਦੇ ਹੱਲ ਲਈ ਐਜੂਕੇਸ਼ਨਿਸਟ, ਤੇ ਕਹਿੰਦਾ ਭਾਵੇਂ ਕਿ ਹਰ ਪੱਖ ਨੂੰ। ਕੱਲ ਸਾਡੇ ਨਾਲ ਡਾਕਟਰ ਗਿਆਨ ਸਿੰਘ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਕਿਸਾਨੀ ਸੰਕਟ ਬਾਰੇ ਗੱਲਬਾਤ ਕੀਤੀ। ਸੋ ਹਰ ਵਿਸ਼ੇ ਨੂੰ ਛੂਹਣ ਦੀ ਅਸੀਂ ਕੋਸ਼ਿਸ਼ ਕੀਤੀ ਆ, ਤੇ ਮੈਂ ਇਹ ਵੀ ਕਿਹਾ ਸੀ ਕਿ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਮੁੱਲਵਾਨ ਆ। ਜੇਕਰ ਤੁਹਾਨੂੰ ਲੱਗਦਾ ਕਿ ਅਸੀਂ ਕੋਈ ਹੋਰ ਵੀ ਵਿਸ਼ੇ ਨੂੰ ਇਹਦੇ ਵਿੱਚ ਲਿਆ ਸਕਦੇ ਹਾਂ ਤਾਂ ਉਹ ਵੀ ਸਾਡੀ ਖੁਸ਼ਨਸੀਬੀ ਹੋਊਗੀ। ਸੋ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਮੈਂ ਇੱਕ ਵਾਰੀ ਫੇਰ ਸੁਖਵਿੰਦਰ ਕੰਬੋਜ ਜੀ ਬਹੁਤ ਸੋਹਣੀਆਂ ਗਜ਼ਲਾਂ ਲਿਖਦੇ ਨੇ, ਸੁਨੀਲ ਚੰਦਿਆਨਵੀ ਜੀ, ਇਹ ਵੀ ਗੁਆਚੇ ਰਹਿੰਦੇ ਨੇ, ਵੈਸੇ ਕਦੇ ਕਦੇ ਲੱਭਦੇ ਨੇ ਫੇਸਬੁੱਕ ਤੇ ਵੀ। ਸੋ ਇਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ, ਤੇ ਪਰਮਾਤਮਾ ਕਰੇ ਕਿ ਅਸੀਂ ਚੜ੍ਹਦੀ ਕਲਾ 'ਚ ਰਹਿ ਕੇ ਇਹ ਸਮਾਂ ਜਿਹੜਾ ਇਸੇ ਤਰ੍ਹਾਂ ਇਹਦੇ ਚੋਂ ਚੰਗੇ ਤੇ ਮੁੜ ਕੇ ਫਿਰ ਵਧੀਆ ਜਿਹੜੇ ਸਥਾਪਿਤ ਹੋ ਕੇ ਨਿਕਲੀਏ, ਨਵਾਂ ਕੁਝ ਸਿੱਖ ਕੇ ਨਿਕਲੀਏ। ਸੋ ਬਹੁਤ ਬਹੁਤ ਸਵਾਗਤ ਤੁਹਾਡਾ। ਜੀ ਮੈਮ, ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਕੰਬੋਜ ਹੋਰੀ ਸਾਡੇ ਨਾਲ ਨੇ। ਸੁਖਵਿੰਦਰ ਕੰਬੋਜ ਹੋਰੀ ਬਹੁਤ ਪਹਿਲਾਂ ਅਮਰੀਕਾ ਦੀ ਧਰਤੀ ਤੇ ਚਲੇ ਗਏ ਸੀ ਇਸ ਪੰਜਾਬ ਨੂੰ ਛੱਡ ਕੇ, ਪਰ ਅਜੇ ਵੀ ਉਸੇ ਤਰ੍ਹਾਂ ਪੰਜਾਬ ਦੇ ਨਾਲ ਉਸੇ ਸ਼ਿੱਦਤ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦੀਆਂ ਪੁਸਤਕਾਂ ਦੇ ਵਿੱਚ ਨਵੇਂ ਸੂਰਜ, ਜਗ ਦੇ ਅੱਖਰ, ਇੱਕੋ ਜਿਹਾ ਦੁੱਖ, ਉਮਰ ਦੇ ਇੱਕ ਮੋੜ ਤੀਕ, ਜੰਗ, ਜਸ਼ਨ ਤੇ ਜੁਗਨੂ। ਹਿੰਦੀ ਦੀਆਂ ਕਿਤਾਬਾਂ ਸ਼ਬਦੋं की धूप चेतना, तलख मौसमों का हिसाब, ਤੇ ਅੰਗਰੇਜ਼ੀ ਦੀ ਪੁਸਤਕ ਨਿਊ ਸੈਂਸ, ਤੇ ਅਮਰੀਕੀ ਪੰਜਾਬੀ ਕਵਿਤਾ ਦਾ ਸੰਪਾਦਨ ਇਹਨਾਂ ਨੇ ਕੀਤਾ। ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਉੱਥੋਂ ਦੀ ਬਹੁਤ ਮਹੱਤਵਪੂਰਨ ਸੰਸਥਾ ਵਿਪਸਾ, ਉਹਦੇ ਲੰਮਾ ਸਮਾਂ ਪ੍ਰਧਾਨ ਰਹੇ ਨੇ, ਤੇ ਅੱਜ ਸਾਡੇ ਵਿਚਕਾਰ ਨੇ। ਅਸੀਂ ਇੱਕ ਵਾਰੀ ਫਿਰ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਥੈਂਕ ਯੂ ਜੀ, ਮੇਰੇ ਵੱਲੋਂ ਬਾਅਦ ਸਾਰਿਆਂ ਨੂੰ। ਅਸੀਂ ਸਿਰਜਣਾ ਦੇ ਪਲ ਦੇ ਰੂਪ ਦੇ ਵਿੱਚ ਤੋਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਮੇਰੇ ਸਾਹਮਣੇ ਇਸ ਵੇਲੇ ਹੌਟ ਸੀਟ ਤੇ ਨੇ ਸੁਨੀਲ ਚੰਦਿਆਨਵੀ ਜੀ। ਸੁਨੀਲ ਚੰਦਿਆਨਵੀ ਬਾਰੇ ਜਿਵੇਂ ਪਹਿਲਾਂ ਮੈਂ ਦੱਸਿਆ, ਥੀਏਟਰ ਦੇ ਬਹੁਤ ਅੱਛੇ ਆਰਟਿਸਟ ਨੇ ਤੇ ਬਹੁਤ ਸੋਹਣੀ ਗਜ਼ਲ ਲਿਖਦੇ ਨੇ। ਇਹਨਾਂ ਦਾ ਇੱਕ ਸ਼ੇਰ ਹੈ ਕਿ ਜਾਣਿਆ ਹੁਣ ਤੀਕ ਮੈਂ ਕੋਈ ਵੀ ਸ਼ੈ ਅੰਤਮ ਨਹੀਂ, ਵਕਤ ਦੇ ਫੱਟਾਂ ਦਾ ਹੁਣ ਤੱਕ ਵੀ ਕਿਤੇ ਮਰਹਮ ਨਹੀਂ, ਜੇ ਕੋਈ ਧੁਨ ਤੁਰ ਕਲੇਜੇ ਤੇ ਇੱਕ ਲਰਜੇ ਸੁਰਗ ਹੈ, ਜ਼ਿੰਦਗੀ ਬੇਰਸ ਜਿਹੀ ਹੈ ਜੇ ਕਿਤੇ ਸਰਗਮ ਨਹੀਂ। ਵਾਹ। ਜ਼ਿੰਦਗੀ ਸਰਗਮ ਤੋਂ ਬਿਨਾਂ ਸੱਚਮੁੱਚ ਬੇਰਸ ਹੁੰਦੀ ਹੈ, ਤੇ ਇਸ ਮਹਿਫਲ ਦੇ ਵਿੱਚ ਸਰਗਮੀ ਰੰਗ ਭਰਨਗੇ ਸੁਨੀਲ ਚੰਦਿਆਨਵੀ ਜੀ ਆਪਣੀਆਂ ਕਵਿਤਾਵਾਂ ਦੇ ਨਾਲ, ਆਪਣੀਆਂ ਗਜ਼ਲਾਂ ਦੇ ਨਾਲ। ਆਓ ਜੀ ਸੁਨੀਲ ਚੰਦਿਆਨਵੀ ਜੀ, ਤੁਹਾਡਾ ਸਵਾਗਤ ਕਰਦੇ ਹਾਂ। 5 ਤੋਂ 6 ਮਿੰਟ ਤੱਕ ਤੁਹਾਡੇ ਕੋਲ ਸਮਾਂ। ਇਹਦੇ ਵਿੱਚ ਤੁਸੀਂ ਸਾਨੂੰ ਕੀ ਸੁਣਾਉਣ ਜਾ ਰਹੇ ਹੋ ਤੇ ਅਸੀਂ ਤਿਆਰ ਹਾਂ ਇਹਦੇ ਲਈ। ਬਹੁਤ ਸ਼ੁਕਰੀਆ ਦੀਪ ਜੀ। ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਡਾਕਟਰ ਕੁਲਦੀਪ ਸਿੰਘ ਦੀਪ ਹੋਣਾ ਦਾ, ਮੈਡਮ ਡਾਕਟਰ ਸਰਬਜੀਤ ਕੌਰ ਸੋਹਲ ਹੋਣਾ ਦਾ, ਸਾਹਿਤ ਅਕਾਦਮੀ ਦੀ ਸਾਰੀ ਟੀਮ ਦਾ, ਜਿਨ੍ਹਾਂ ਨੇ ਸੰਕਟ ਦੇ ਸਮੇਂ ਦੇ ਵਿੱਚ ਵੀ ਮਤਲਬ ਅਜਿਹੇ ਸਿਰਜਕ ਲੋਕ ਹੈ ਜਿਹੜੇ ਬਹੁਤ ਅੱਛਾ ਵੀ ਸਿਰਜ ਲੈਂਦੇ ਆ। ਸੋ ਪਿਛਲੇ 21-22 ਦਿਨਾਂ ਤੋਂ ਮੈਂ ਲਗਭਗ ਨਾਲ ਹਾਂ, ਤੇ ਬੜਾ ਅੱਛਾ, ਬਹੁਤ ਖੂਬਸੂਰਤ ਅੱਛੀਆਂ ਗੱਲਾਂ ਸਾਡੇ ਸਾਹਮਣੇ ਆਈਆਂ।
ਤੇ ਇਹਦੇ ਵਾਸਤੇ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ। ਬਹੁਤ ਸ਼ੁਕਰੀਆ। ਮੈਂ ਕੁਝ ਛੋਟੀਆਂ ਛੋਟੀਆਂ ਨਜ਼ਮਾਂ ਤੇ ਕੁਝ ਸ਼ੇਅਰ ਮੈਂ ਤੁਹਾਡੇ ਨਾਲ ਇਹਨਾਂ 5-6 ਮਿੰਟਾਂ ਦੇ ਵਿੱਚ ਸਾਂਝੇ ਕਰ ਰਿਹਾ। ਜੀ ਇਰਸ਼ਾਦ। ਨਜ਼ਮ ਹੈ ਮਾਪੇ। ਮਾਪੇ ਰੁੱਖ ਦੀ ਕਦਰ ਪੈਂਦੀ ਫਲ ਨਾਲ, ਫੁੱਲ ਨਾਲ, ਛਾਂ ਨਾਲ। ਰੁੱਖ ਦੀ ਕਦਰ ਪੈਂਦੀ ਫਲ ਨਾਲ, ਫੁੱਲ ਨਾਲ, ਛਾਂ ਨਾਲ, ਪਰ ਰੁੱਖ ਦੀ ਹੋਂਦ ਹੁੰਦੀ ਸਿਰਫ ਤੇ ਸਿਰਫ ਜੜ ਨਾਲ। ਦੂਸਰੀ ਹੈ ਜੀ, ਰੌਸ਼ਨੀ ਮੇਰੇ ਦੁਆਲੇ ਚਾਨਣ ਭਰਦੀ ਰਹੀ, ਪਰ ਕਿੰਜ ਹੁੰਦਾ ਮੈਂ ਰੌਸ਼ਨ। ਰੌਸ਼ਨੀ ਮੇਰੇ ਦੁਆਲੇ ਚਾਨਣ ਭਰਦੀ ਰਹੀ, ਪਰ ਕਿੰਜ ਹੁੰਦਾ ਮੈਂ ਰੌਸ਼ਨ। ਮੈਂ ਜ਼ਹਿਨ ਦੇ ਕਿਵਾੜ ਖੋਲੇ, ਮੈਂ ਰੌਸ਼ਨ ਰੌਸ਼ਨ ਹੋ ਗਿਆ। ਵਾਹ ਵਾਹ, ਕੀ ਬਾਤ, ਬਹੁਤ ਵਧੀਆ। ਧੰਨਵਾਦ ਜੀ। ਅਗਲੀ ਹੈ ਕਿ ਜਦੋਂ ਤੱਕ ਬਾਪ ਦੀ ਪੈੜ ਚ ਪੈੜ ਧਰਦੇ ਰਹੇ, ਸਕੇ ਭਰਾ ਸਾਂ। ਜਦੋਂ ਤੱਕ ਬਾਪ ਦੀ ਪੈੜ ਚ ਪੈੜ ਧਰਦੇ ਰਹੇ, ਸਕੇ ਭਰਾ ਸਾਂ। ਹੁਣ ਸਿਆਣੇ ਹੋ ਗਏ, ਵਿਆਹੇ ਗਏ, ਕਮਾਊ ਹੋ ਗਏ ਤੇ ਸ਼ਰੀਕ ਹੋ ਗਏ। ਬਹੁਤ ਵਧੀਆ, ਬਹੁਤ ਅੱਛਾ। ਇੱਕ ਲਾਸਟ ਨਜ਼ਮ ਹੈ, ਮੈਂ ਬ੍ਰਹਿਮੰਡ ਦੀ ਯਾਤਰਾ ਦਾ ਮਨ ਬਣਾ ਲਿਆ। ਮੈਂ ਬ੍ਰਹਿਮੰਡ ਦੀ ਯਾਤਰਾ ਦਾ ਮਨ ਬਣਾ ਲਿਆ ਤੇ ਫਿਰ ਮੈਂ ਆਪਣੇ ਅੰਦਰ ਝਾਕਣ ਲੱਗਾ। ਬਹੁਤ ਅੱਛਾ, ਕੀ ਬਾਤ, ਬਹੁਤ ਵਧੀਆ। ਧੰਨਵਾਦ। ਵੱਡੀ ਨਜ਼ਮ ਵੀ ਇਹ ਬੰਸਰੀ ਵਾਲੀ ਸੁਨੀਲ ਜੀ। ਮੈਂ ਦੇਖਦਾ ਜੀ, ਕਰਦਾ ਕੁਛ ਐਸੇ ਹੀ ਸੰਕਟ ਦੇ ਦੌਰਾਨ ਕੁਝ ਸ਼ੇਅਰ ਹੋਰ ਜਿਹੜੇ ਆਏ ਤਾਜ਼ਾ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਜੀ ਉਹ ਹੈ ਕਿ ਬਾਜਾਂ ਨੂੰ ਤੇ ਇੱਲਾਂ ਨੂੰ ਵੀ ਪਿੰਜਰੇ ਵੜਨਾ ਪੈ ਸਕਦਾ ਹੈ। ਬਾਜਾਂ ਨੂੰ ਤੇ ਇੱਲਾਂ ਨੂੰ ਵੀ ਪਿੰਜਰੇ ਵੜਨਾ ਪੈ ਸਕਦਾ ਹੈ। ਸਯਾਦਾਂ ਨੂੰ ਜਾਲ ਚਿੜੀ ਦੇ ਪੈਰੀ ਧਰਨਾ ਪੈ ਸਕਦਾ ਹੈ। ਵਗਦੀਆਂ ਪੌਣਾਂ ਨੂੰ ਵੀ ਤਾਂ ਠੱਲ ਪਾਵਣ ਵਾਲਾ ਕੋਈ ਟੱਕਰੂ, ਦਰਿਆਵਾਂ ਨੂੰ ਕੰਢਿਆਂ ਦੀ ਗੋਦੀ ਵੀ ਚੜ੍ਹਨਾ ਪੈ ਸਕਦਾ ਹੈ। ਹੋ ਸਕਦਾ ਹੈ ਮੰਜ਼ਿਲ ਖੁਦ ਹੀ ਅਗਲਵਾਂਢੀ ਆ ਕੇ ਟੱਕਰੇ। ਅੱਛਾ। ਹੋ ਸਕਦਾ ਹੈ ਮੰਜ਼ਿਲ ਖੁਦ ਹੀ ਅਗਲਵਾਂਢੀ ਆ ਕੇ ਟੱਕਰੇ। ਸਦਾ ਨਿਰੰਤਰ ਵਗਦੇ ਰਾਹਾਂ ਨੂੰ ਵੀ ਖੜਨਾ ਪੈ ਸਕਦਾ ਹੈ। ਬਹੁਤ ਅੱਛੇ, ਬਹੁਤ ਵਧੀਆ। ਸ਼ੁਕਰੀਆ ਜੀ। ਜੇ ਕਿਧਰੇ ਹੰਕਾਰੀ ਅੱਗ ਇਸ ਬਾਗ ਦੇ ਅੰਦਰ ਆ ਧਮਕੀ ਤਾਂ, ਜੇ ਕਿਧਰੇ ਹੰਕਾਰੀ ਅੱਗ ਇਸ ਬਾਗ ਦੇ ਅੰਦਰ ਆ ਧਮਕੀ ਤਾਂ, ਸੀਨੇ ਠੰਡਕ ਪਾਉਂਦੇ ਫੁੱਲਾਂ ਨੂੰ ਵੀ ਸੜਨਾ ਪੈ ਸਕਦਾ ਹੈ। ਜਿਸ ਖੂਹ ਨੇ ਹਰ ਹਿਰਦੇ ਨੂੰ ਠਾਰਨ ਦਾ ਫਰਜ਼ ਨਿਭਾਇਆ ਹੁਣ ਤੱਕ, ਜਿਸ ਖੂਹ ਨੇ ਹਰ ਹਿਰਦੇ ਨੂੰ ਠਾਰਨ ਦਾ ਫਰਜ਼ ਨਿਭਾਇਆ ਹੁਣ ਤੱਕ, ਉਸ ਨੂੰ ਠੂਠਾ ਹੋਰਾਂ ਦੇ ਕਦਮਾਂ ਵਿੱਚ ਧਰਨਾ ਪੈ ਸਕਦਾ ਹੈ। ਕੀ ਬਾਤ ਹੈ, ਬਹੁਤ ਵਧੀਆ। ਧੰਨਵਾਦ ਜੀ। ਮੌਤ ਸਾਹਮਣੇ ਆ ਗਈ ਤੇ ਮੈਂ ਡਰਿਆ ਹੀ ਨਹੀਂ। ਮੌਤ ਸਾਹਮਣੇ ਆ ਗਈ ਤੇ ਮੈਂ ਡਰਿਆ ਹੀ ਨਹੀਂ। ਜ਼ਿੰਦਗੀ ਏ ਤੂੰ ਦਿਸ ਗਈ ਤੇ ਮੈਂ ਮਰਿਆ ਹੀ ਨਹੀਂ। ਵਾਹ। ਕਿ ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ ਦਾ, ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ ਦਾ, ਜ਼ੋਰ ਝਨਾ ਨੇ ਲਾਇਆ ਪਰ ਮੈਂ ਖਰਿਆ ਹੀ ਨਹੀਂ। ਧਾਰ ਲਿਆ ਜਦ ਦੋ ਰੂਹਾਂ ਨੂੰ ਮੇਲਣ ਦਾ, ਜ਼ੋਰ ਝਨਾ ਨੇ ਲਾਇਆ ਪਰ ਮੈਂ ਖਰਿਆ ਹੀ ਨਹੀਂ। ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ, ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ। ਹਾਂਜੀ ਹਾਂਜੀ, ਵਾਹ। ਉਹ ਆਖੇ ਜੇ ਵਗਣਾ ਤਾਂ ਕੰਢਿਆਂ ਵਿੱਚ ਵਹਿ, ਤੋੜ ਤੂੜ ਤੇ ਕੰਢੇ ਮੇਰਾ ਸਰਿਆ ਹੀ ਨਹੀਂ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ। ਸ਼ੁਕਰੀਆ। ਸ਼ਰਤ ਉਹਦੀ ਕੁਰਸੀ ਲਈ ਸੀਸ ਝੁਕੇ ਹੋਣਾ, ਸ਼ਰਤ ਉਹਦੀ ਕੁਰਸੀ ਲਈ ਸੀਸ ਝੁਕੇ ਹੋਣਾ, ਖੁੱਦਾਰਾਂ ਨੇ ਪੈਰ ਪਰਾਂ ਨੂੰ ਧਰਿਆ ਹੀ ਨਹੀਂ। ਬਹੁਤ ਅੱਛਾ। ਮੈਨੂੰ ਉਸ ਦੀ ਤੇ ਵਿੱਚ ਜਦ ਕੁਝ ਨਾ ਦਿਸਿਆ, ਮੈਨੂੰ ਉਸ ਦੀ ਤੇ ਵਿੱਚ ਜਦ ਕੁਝ ਨਾ ਦਿਸਿਆ, ਭਰਿਆ ਪੀਤਾ ਮੁੜ ਆਇਆ ਮੈਂ ਵਰਿਆ ਹੀ ਨਹੀਂ। ਵਾਹ ਵਾਹ ਵਾਹ, ਬਹੁਤ ਅੱਛੇ। ਸ਼ੁਕਰੀਆ ਸ਼ੁਕਰੀਆ। ਬਹੁਤ ਅੱਛੇ।
ਮੈਨੂੰ ਉਸਦੀ ਤੇ ਵਿੱਚ ਜਦ ਕੁਝ ਨਾ ਦਿਸਿਆ, ਭਰਿਆ ਪੀਤਾ ਮੁੜ ਆਇਆ, ਮੈਂ ਵਰਿਆ ਹੀ ਨਹੀਂ। ਧਿਆਨ ਦੇਣਾ, ਉਸਦੀ ਕਿਣਮਣ ਨੇ ਮੈਨੂੰ ਖਾਲੀ ਕਰਤਾ। ਉਸਦੀ ਕਿਣਮਣ ਨੇ ਮੈਨੂੰ ਖਾਲੀ ਕਰਤਾ, ਐਸਾ ਖਾਲੀ ਹੋਇਆ ਮੁੜ ਕੇ ਭਰਿਆ ਹੀ ਨਹੀਂ। ਕੀ ਬਾਤ ਹੈ, ਕੀ ਬਾਤ ਹੈ। ਵਾਹ ਜੀ ਵਾਹ। ਸ਼ੁਕਰੀਆ ਜੀ। ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ ਢਾਲਦੇ ਰਹਿਣਾ। ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ ਢਾਲਦੇ ਰਹਿਣਾ ਮੁਨਾਸਿਬ ਹੈ, ਚਲੋ ਮਿੱਟੀ ਚੋਂ ਸੋਨਾ ਭਾਲਦੇ ਰਹਿਣਾ। ਧਿਆਨ ਦਿਓ, ਸ਼ੇਰ ਦੇਖਿਓ ਕਿ ਸਾਡੀ ਵੀ ਕੀ ਹੋਣੀ ਹੈ, ਕਦੇ ਸਾਗਰ ਵੀ ਠੁਕਰਾਉਣੇ। ਸਾਡੀ ਵੀ ਕੀ ਹੋਣੀ ਹੈ, ਕਦੇ ਸਾਗਰ ਵੀ ਠੁਕਰਾਉਣੇ, ਕਦੇ ਫਿਰ ਤੁਪਕਿਆਂ ਵਿੱਚੋਂ ਸਮੁੰਦਰ ਭਾਲਦੇ ਰਹਿਣਾ। ਤੁਹਾਨੂੰ ਜੀਣ ਦੇ ਉਸ ਲੁਤਫ ਤੋਂ ਮਨਫੀ ਕਰੀ ਰੱਖਦਾ ਹੈ। ਤੁਹਾਨੂੰ ਜੀਣ ਦੇ ਉਸ ਲੁਤਫ ਤੋਂ ਮਨਫੀ ਕਰੀ ਰੱਖਦਾ ਹੈ। ਵਕਤ ਬੇਵਕਤ ਆਪਣੇ ਆਪ ਨੂੰ ਸੰਭਾਲਦੇ ਰਹਿਣਾ। ਹਯਾਤੀ ਮਾਣ ਦਾ ਜੇਕਰ ਇਹਨਾਂ ਨੂੰ ਹੱਸ ਕੇ ਮਿਲਦਾ। ਹਯਾਤੀ ਮਾਣ ਦਾ ਜੇਕਰ ਇਹਨਾਂ ਨੂੰ ਹੱਸ ਕੇ ਮਿਲਦਾ, ਬੜਾ ਮਹਿੰਗਾ ਪਿਆ ਏ ਔਕੜਾਂ ਨੂੰ ਟਾਲਦੇ ਰਹਿਣਾ। ਦੀਪ ਜੀ, ਜੇ ਟਾਈਮ ਹੈ ਤਾਂ ਬੋਲਾਂ ਕਿ ਸ਼ੇਰ ਬਸ ਬੋਲ ਦੋ ਹੁਣ, ਕਿਉਂਕਿ ਵਕਤ ਆਪਣੇ ਕੋਲ ਬੰਸਰੀ ਵਾਲਾ ਸੁਣਾ ਦਿਓ। ਉਹ ਹੁਣ ਮੈਨੂੰ ਲੱਭਣਾ ਨਹੀਂ ਜੀ। ਹਾਂ, ਬਸ ਇੱਕ ਦੋ ਸ਼ੇਰ ਮੇਰੇ ਨੂੰ ਯਾਦ ਨਹੀਂ ਰਹਿੰਦਾ। ਚਲੋ, ਹਾਂਜੀ ਯਾਦ ਨਹੀਂ ਹੁੰਦਾ ਜੀ। ਇੱਕ ਦੋ ਸ਼ੇਰ ਹੋਰ। ਸ਼ਾਮ ਢਲੇ ਸੂਰਜ ਨੂੰ ਮੇਰੀ ਸਰਦਲ ਤੇ ਧਰ ਜਾਂਦਾ ਕੋਈ। ਸ਼ਾਮ ਢਲੇ ਸੂਰਜ ਨੂੰ ਮੇਰੀ ਸਰਦਲ ਤੇ ਧਰ ਜਾਂਦਾ ਕੋਈ, ਮੇਰਾ ਕੋਨਾ ਕੋਨਾ ਚਾਨਣ ਚਾਨਣ ਹੀ ਕਰ ਜਾਂਦਾ ਕੋਈ। ਬਹੁਤ ਵਧੀਆ। ਸ਼ਾਮ ਢਲੇ ਸੂਰਜ ਨੂੰ ਮੇਰੀ ਸਰਦਲ ਤੇ ਧਰ ਜਾਂਦਾ ਕੋਈ, ਮੇਰਾ ਕੋਨਾ ਕੋਨਾ ਚਾਨਣ ਚਾਨਣ ਹੀ ਕਰ ਜਾਂਦਾ ਕੋਈ। ਕੁਝ ਪਲ ਮੈਂ ਮੰਗੇ ਸੀ ਆਪਣੇ ਮੱਥੇ ਤੇ ਹੱਥ ਰੱਖਣ ਖਾਤਰ। ਕੁਝ ਪਲ ਮੈਂ ਮੰਗੇ ਸੀ ਆਪਣੇ ਮੱਥੇ ਤੇ ਹੱਥ ਰੱਖਣ ਖਾਤਰ, ਮੇਰੇ ਅੰਦਰ ਹੁਣ ਤਾਂ ਆਪਣਾ ਆਪਾ ਹੀ ਧਰ ਜਾਂਦਾ ਕੋਈ। ਵਾਹ ਵਾਹ, ਬਹੁਤ ਅੱਛੇ। ਇੱਕ ਸ਼ੇਰ ਸੁਣਨਾ ਕਿ ਤਨ ਦੀ ਬੋਟੀ ਬੋਟੀ ਲੈ ਕੇ ਅਕਸਰ ਹੀ ਮੁੜਨਾ ਪੈਂਦਾ ਹੈ। ਤਨ ਦੀ ਬੋਟੀ ਬੋਟੀ ਲੈ ਕੇ ਅਕਸਰ ਹੀ ਮੁੜਨਾ ਪੈਂਦਾ ਹੈ, ਸੱਖਣੇ ਹੱਥਾਂ ਦੇ ਨਾਲ ਦੱਸੋ ਕੌਣ ਭਲਾ ਘਰ ਜਾਂਦਾ ਕੋਈ। ਤਨ ਦੀ ਬੋਟੀ ਬੋਟੀ ਲੈ ਕੇ ਅਕਸਰ ਹੀ ਮੁੜਨਾ ਪੈਂਦਾ ਹੈ, ਸੱਖਣੇ ਹੱਥਾਂ ਦੇ ਨਾਲ ਦੱਸੋ ਕੌਣ ਭਲਾ ਘਰ ਜਾਂਦਾ ਕੋਈ। ਇੱਕ ਸ਼ੇਰ ਹੋਰ ਲਾਸਟ। ਕਈ ਵੇਰਾਂ ਤਾਂ ਵਾਦਾ ਬੁੱਲਾ ਵੀ ਰੂਹ ਨੂੰ ਤੜਫਾ ਜਾਂਦਾ ਹੈ। ਕਈ ਵੇਰਾਂ ਤਾਂ ਵਾਦਾ ਬੁੱਲਾ ਵੀ ਰੂਹ ਨੂੰ ਤੜਫਾ ਜਾਂਦਾ ਹੈ, ਮਨ ਦੀ ਹਾਲਤ ਇਹ ਵੀ ਆਉਂਦੀ ਪੱਥਰ ਵੀ ਜਰ ਜਾਂਦਾ ਕੋਈ। ਵਾਹ ਵਾਹ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਬਹੁਤ ਧੰਨਵਾਦ ਸੁਨੀਲ ਚੰਦਿਆਣਵੀ ਜੀ। ਤੁਸੀਂ ਬਹੁਤ ਤਾਜ਼ੇ ਤੇ ਬਹੁਤ ਸੋਹਣੇ ਮੈਟਾਫਰਾਂ ਦੇ ਜਿਹੜੇ ਸ਼ੇਅਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਪਹਿਲਾਂ ਛੋਟੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਨੇ। ਦੁਆ ਹੈ ਕਿ ਤੁਹਾਡੀ ਕਲਮ ਇਸੇ ਤਰ੍ਹਾਂ ਮਜ਼ਬੂਤੀ ਨਾਲ ਵਗਦੀ ਰਹੇ। ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਕੰਬੋਜ ਜੀ, ਆਓ ਜੀ ਹੌਟ ਸੀਟ ਤੇ ਆਪਾਂ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਤਾਂ ਸਵਾਲ, ਸਿੱਧਾ ਜਿਹਾ ਸਵਾਲ ਇਹ ਹੈ ਕਿ ਅਮਰੀਕਾ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਦੇਖੋ ਜੀ, ਅਮਰੀਕਾ ਇੱਕ ਵਿਚਾਰਧਾਰਾ ਦਾ ਨਾਂ ਹੈ, ਇੱਕ ਦੇਸ਼ ਦਾ ਨਾਂ ਨਹੀਂ ਹੈ ਜੀ। ਔਰ ਇਹ ਵਿਚਾਰਧਾਰਾ ਬੜੀ ਸਿੱਧੀ ਜੀ ਹੈ ਵੀ ਦੁਨੀਆ ਦੇ ਦੇਸ਼ਾਂ ਚੋਂ ਪੈਸਾ ਫਨਲ ਕਰਕੇ ਅਮਰੀਕਾ 'ਚ ਲੈ ਕੇ ਆਉਣਾ। ਇਹ ਮੁੱਖ ਵਿਚਾਰਧਾਰਾ ਹੈ ਇੱਥੋਂ। ਜੀ 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 ਜੀ। ਹਾਂਜੀ, ਚਲੋ ਅੱਗੇ ਚੱਲਦੇ ਹਾਂ। ਹਾਂਜੀ, ਤੁਸੀਂ ਇੰਡੀਆ 'ਚ ਰਹਿੰਦੇ ਹੋਏ ਵੀ ਅਮਰੀਕੀ ਹੋ ਸਕਦੇ ਹੋ। ਇਹ ਮੇਰੀ ਪਰਿਭਾਸ਼ਾ ਨਹੀਂ ਹੈ। ਇਹ ਇੱਕ ਬਹੁਤ ਵੱਡਾ ਨੇਤਾ ਹੋਇਆ ਕਿਸੰਜਰ, ਉਹਨੇ ਦਿੱਤੀ ਸੀਗੀ ਬਹੁਤ ਚਿਰ ਪਹਿਲਾਂ ਇਹ ਪਰਿਭਾਸ਼ਾ ਅਮਰੀਕਾ ਬਾਰੇ ਕਿ ਅਮਰੀਕਾ ਇਜ਼ ਨਾਟ ਏ ਕੰਟਰੀ, ਇਟ ਇਜ਼ ਐਨ ਆਈਡੀਓਲੋਜੀ। ਕੀ ਬਾਤ ਹੈ, ਕੀ ਬਾਤ ਹੈ। ਅੱਜ ਕੱਲ ਸੱਚਮੁੱਚ ਹੀ ਅਸੀਂ ਭਾਰਤ ਵਾਲੇ ਅਮਰੀਕਾ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਹਾਂਜੀ, ਕੱਲਾ ਭਾਰਤ ਹੀ ਨਹੀਂ ਜੀ, ਮਤਲਬ ਕਿ ਕਿਉਂਕਿ ਇੱਕ ਧਰੂਵੀ ਦੇਸ਼ ਹੋਣ ਕਰਕੇ ਜੀ, ਮਤਲਬ ਇੱਕ ਧਰੂਵੀ ਜਿਹੜੀ ਇਕੋਨਮੀ ਆ, ਜਾਂ ਤੁਸੀਂ ਸਮਝ ਲਓ ਜਿਹੜੇ ਆਬਾਦ ਨੇ, ਜਾਂ ਇੱਕ ਰਾਜ ਹੈ, ਜਾਂ ਇੱਕ ਸੋਚ ਚਿੰਤਨ ਹੈ, ਉਹ ਜਿਹੜਾ ਸਾਰਾ ਸਟਰਕਚਰ ਹੈ, ਕਿਉਂਕਿ ਇੱਕ ਧਰੂਵੀ ਹੋਣ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਵੀ ਜਿਹੜੇ ਇਹਦੀ ਆਪੋਜੀਸ਼ਨ 'ਚ ਨੇ, ਉਹ ਵੀ ਉਹੀ ਗੱਲਾਂ ਤੇ ਉਹੀ ਢੰਗ ਅਪਣਾ ਰਹੇ ਨੇ ਜੋ ਇਹ ਵਿਚਾਰਧਾਰਾ ਅਪਣਾਉਂਦੀ ਰਹੀ ਹੈ।
ਜੀ 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 ਜਿੱਦਾਂ ਹੁਣ ਅਸੀਂ ਕਰੋਨਾ ਸੰਕਟ 'ਚ ਦੇਖ ਲਓ ਤੁਸੀਂ, ਹਨਾ। ਜੀ ਇਹ ਕਰੋਨਾ ਜਿਹੜੀ ਹੈ, ਇਹ ਅਸਲ ਦੇ ਵਿੱਚ ਮੇਰੇ ਹਿਸਾਬ ਨਾਲ ਦੁਨੀਆ ਦੀਆਂ ਮੰਡੀਆਂ ਨੂੰ ਮੁੜ ਵੰਡਣ ਲਈ ਯਤਨ ਹੈ। ਜੀ ਤੁਸੀਂ ਦੇਖੋ ਕਿ ਚੀਨ ਦੇ ਵਿੱਚ ਇਹ ਪੈਦਾ ਹੁੰਦੀ ਹੈ, ਤੇ ਉਸ ਤੋਂ ਬਾਅਦ ਜਦੋਂ ਸੰਸਾਰ ਦਾ ਸਾਰੀਆਂ ਮਾਰਕੀਟ ਡਿੱਗ ਜਾਂਦੀਆਂ ਤੇ ਚੀਨ ਸਾਰੇ ਸ਼ੇਅਰ ਖਰੀਦ ਲੈਂਦਾ ਉਹਦੇ। ਜੀ 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 ਨਹੀਂ, ਤੇ ਹੁਣ ਇਹ ਜਿਹੜੀ ਇਹਨੂੰ ਲੱਭਣ ਦੀ ਕਵਾਇਦ ਸ਼ੁਰੂ ਹੋਈ ਹੈ ਸਾਮਰਾਜ ਵੱਲੋਂ ਵੀ ਇਹਦਾ ਇਲਾਜ ਲੱਭਿਆ ਜਾਵੇ, ਕਿਉਂਕਿ ਉਹ ਮਨੁੱਖਤਾ ਖਤਰੇ 'ਚ ਹੈ ਜੀ ਤੇ ਮਨੁੱਖਤਾ ਤੋਂ ਬਿਨਾਂ ਤੋਂ ਰਾਜ ਨਹੀਂ ਨਾ ਕਰ ਸਕਦੇ। ਆਖਰ ਉਹਨਾਂ ਨੂੰ ਕੰਮਾਂ ਦੀ ਤਾਂ ਲੋੜ ਪੈਣੀ ਹੈ। ਜੀ 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 ਤੇ ਉਹਦੇ ਵਾਸਤੇ ਵੀ ਤੁਸੀਂ ਦੇਖ ਲਓ ਕਿੱਦਾਂ ਬਿਲੀਅਨ 2 ਬਿਲੀਅਨ ਡਾਲਰ ਦਿੱਤੇ ਜਾ ਰਹੇ ਨੇ, ਹਨਾ। ਸੋ ਇਹ ਅਸਲ ਦੇ ਵਿੱਚ ਮੰਡੀਆਂ ਨੂੰ ਮੁੜ ਵੰਡਣ ਦੀ ਸਮਝ ਹੈ, ਜੀ ਜੀ ਦੇਖਿਆ ਜਾਵੇ ਤਾਂ। ਜੀ ਤੇ ਕਰੋਨਾ ਦਾ ਜਿਹੜਾ ਹੁਣ ਤੁਸੀਂ ਦੇਖਿਓ ਕਿ ਆ ਸਾਲ ਦੇ ਅਖੀਰ ਤੱਕ ਉਹਦਾ ਹੁਣ ਸਾਰੇ ਵੈਕਸੀਨ ਵੀ ਆ ਗਏ ਨੇ, ਮਾਰਕੀਟ ਆ ਜਾਣਗੇ, ਕਿਉਂਕਿ ਮੇਰਾ ਬੇਟਾ ਡਾਕਟਰ ਹੈ ਖੁਦ ਦਾ, ਤੇ ਉਹ ਮੈਨੂੰ ਸਾਰੀਆਂ ਗੱਲਾਂ ਇਹ ਦੱਸਦਾ ਰਹਿੰਦਾ ਕਿ ਕਿਵੇਂ ਕਿਵੇਂ ਇਹ ਹੋ ਰਿਹਾ ਹੈਗਾ। ਸੋ ਇਹ ਅਸਲ ਦੇ ਵਿੱਚ ਇਉਂ ਆ ਕਿ ਮਨੁੱਖਤਾ ਦਾ ਵਿਚਾਰੀ ਹਮੇਸ਼ਾ ਹੀ ਇੱਕ ਮਤਲਬ ਸਮਝ ਲਓ ਵੀ ਜਿੱਦਾਂ ਆਪਣੇ ਪਹਿਲੀਆਂ ਵਿੱਚ ਕਹਿੰਦੇ ਹੁੰਦੇ ਸੀ ਨਾ ਵੀ ਔਰਤ ਦਾ ਕੀ ਹੈ, ਇਹ ਤਾਂ ਜਿੱਧਰ ਨੂੰ ਮਰਦ ਲੈ ਤੁਰੇ ਉਧਰ ਨੂੰ ਇਹਨੇ ਵਿਚਾਰੀ ਨੇ ਤੁਰਦੀ ਜਾਣਾ। ਪਹਿਲੀਆਂ ਦੇ ਸੋਚਾਂ ਇਹ ਹੁੰਦੀਆਂ ਸੀਗੀਆਂ, ਉਹੀ ਹਾਲਤ ਜਨਤਾ ਦੀ ਹੈ ਵਿਚਾਰੀ ਦੀ। ਜੀ 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 ਬਿਲਕੁਲ ਠੀਕ। ਸੁਖਵਿੰਦਰ ਸਰ, ਸੰਕਟ ਕਾਲ ਨੇ ਅਮਰੀਕਾ ਦੇ ਕਈ ਚਿਹਰੇ ਦੁਨੀਆ ਨੂੰ ਦਿਖਾਏ ਨੇ। ਉਹਨਾਂ ਦੇ ਵਿੱਚੋਂ ਇੱਕ ਚਿਹਰਾ ਇਹ ਹੈ ਕਿ ਇੱਥੇ ਲਗਭਗ 40 ਲੱਖ ਦੇ ਕਰੀਬ ਇਸ ਵੇਲੇ ਮਰੀਜ਼ ਨੇ ਤੇ 1.5 ਲੱਖ ਦੇ ਕਰੀਬ ਮੌਤਾਂ ਨੇ। ਇਹ ਐਡੀ ਵੱਡੀ ਮਹਾਸ਼ਕਤੀ ਨੂੰ ਸੱਚਮੁੱਚ ਕਰੋਨਾ ਨੇ ਪੱਬਾਂ ਭਾਰ ਕਰਤਾ ਜਾਂ ਇਹਦੇ ਪਿੱਛੇ ਕੁਝ ਹੋਰ ਹੈ? ਨਹੀਂ, ਬਿਲਕੁਲ ਪੱਬਾਂ ਭਾਰ ਕੀਤਾ ਹੈ ਜੀ, ਬਿਲਕੁਲ। ਕਿਉਂਕਿ ਦੇਖੋ ਉਹਦਾ ਕਾਰਨ ਇਹ ਹੈ ਕਿ ਪਿਛਲੇ ਕੋਈ 100 ਸਾਲਾਂ ਤੋਂ 80% ਅਮਰੀਕੀ ਘਰ ਦਾ ਖਾਣਾ ਨਹੀਂ ਖਾਂਦੇ ਹੈਗੇ। ਅੱਛਾ ਜੀ। ਇਹਨਾਂ ਨੇ ਆਮ ਬੰਦੇ, ਤੁਸੀਂ ਦੇਖੋ ਕਿ ਜਦੋਂ ਇਹ ਰੈਸਟੋਰੈਂਟ ਸ਼ੁਰੂ ਚ ਬੰਦ ਕੀਤੇ ਨੇ ਇਹਨਾਂ ਨੇ ਜੀ, ਤਾਂ ਕਿੱਦਾਂ ਹਾਹਾਕਾਰ ਮਚ ਗਈ ਸੀ ਸਾਡੇ ਇੱਥੇ। ਸਾਡੇ ਗੁਆਂਢੀਆਂ ਨੂੰ ਮੈਂ ਖੁਦ ਘਰੋਂ ਬਣਾ ਕੇ ਸੈਂਡਵਿਚ ਦਿੰਦਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਗੁੰਨਣਾ, ਕਿੱਦਾਂ ਮਤਲਬ ਕਰਨਾ ਕਿਵੇਂ ਹੈ। ਸਾਡੀ ਗਲੀ ਦੇ ਵਿੱਚ 15-20 ਘਰਾਂ ਨੂੰ ਸਵੇਰ ਦਾ ਬ੍ਰੇਕਫਾਸਟ ਦੇ ਕੇ ਮਤਲਬ ਆਂਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਵੇਂ ਯੂਜ਼ ਕਰਨਾ, ਕਿਵੇਂ ਓਵਨ ਨੂੰ ਕੀ ਹੁੰਦਾ, ਕਿਵੇਂ ਕਰਨਾ। ਇਹਦੇ ਦਰਮਿਆਨ ਪਤਾ ਲੱਗਾ ਵੀ ਇੱਕ ਸੰਕਟ ਦੇ ਵਿੱਚ ਅਸੀਂ ਫੇਰ ਦੁਬਾਰਾ ਜੇ ਜਾਈਏ ਤਾਂ ਕਿਵੇਂ ਆਪਣੇ ਆਪ ਨੂੰ, ਇੱਕ ਤਰ੍ਹਾਂ ਦਾ ਇੱਕ ਵੇਕਅਪ ਕਾਲ ਵੀ ਸੀਗੀ ਆਮ ਅਮਰੀਕੀ ਲਈ। ਜੀ 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 ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਪਹਿਲਾਂ ਇਹਨੂੰ ਬਹੁਤੇ ਲੋਕਾਂ ਨੇ ਤਾਂ ਸਮਝਿਆ ਨਹੀਂ ਸ਼ੁਰੂ ਦੇ ਵਿੱਚ। ਉਹਨਾਂ ਨੂੰ ਐ ਸੀ ਵੀ ਅਸੀਂ ਤਾਂ ਕਿਉਂਕਿ ਹਥਿਆਰਾਂ 'ਚ ਬਹੁਤ ਅੱਗੇ ਆ ਤੇ ਸਾਡੇ ਲਈ ਤਾਂ ਕੀ ਮੁਸ਼ਕਿਲ ਹੈ ਇਹਦੇ ਉੱਤੇ ਕਾਬੂ ਪਾਉਣਾ। ਕਈ ਤਾਂ ਇਹ ਵੀ ਕਹਿੰਦੇ ਸੀਗੇ ਵਿੱਚ ਕਿ ਇਹਦਾ ਇਲਾਜ ਅਮਰੀਕਾ ਕੋ ਹੈਗਾ, ਹਾਲੇ ਸਿਰਫ ਦੱਸ ਨਹੀਂ ਰਹੇ, ਵੇਲਾ ਆਉਣ ਤੇ ਵੇਲਾ ਆਉਣ ਤੇ ਦੱਸ ਦੇਣਗੇ ਜੀ। ਇਸ ਤਰ੍ਹਾਂ ਦੀਆਂ ਵੀ ਅਫਵਾਹਾਂ ਉੱਡਦੀਆਂ ਰਹੀਆਂ ਨੇ। ਤੁਸੀਂ ਹੋਰ ਦੂਰ ਕੀ ਜਾਣਦੇ ਹੋ, ਮੇਰਾ ਖੁਦ ਦਾ ਦੋਸਤ ਕੁਲਵਿੰਦਰ ਜਿਹੜਾ ਸ਼ਾਇਰ ਹੈ, ਗਜ਼ਲਗੋ ਆ ਜੀ, ਉਹ ਬਿਮਾਰ ਹੋ ਗਿਆ, ਉਹਦੀ ਵਾਈਫ ਨੂੰ ਮਤਲਬ ਉਹ ਵੀ ਪੋਜ਼ਿਟਿਵ ਨਿਕਲ ਆਈ ਹੈ, ਔਰ ਉਹ ਹਸਪੀਟਲ 'ਚ ਕੁਲਵਿੰਦਰ ਪਿਛਲੇ ਕੋਈ 15-16 ਦਿਨਾਂ ਤੋਂ, ਔਰ ਇੰਨਾ ਵੀਕ ਹੋ ਗਿਆ ਕਿ ਮੈਂ ਉਹਨੂੰ ਮੈਂ ਪਹਿਚਾਣ ਨਹੀਂ ਸਕਿਆ ਉਹਨੂੰ। ਜੀ 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 ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਕਰੋਨਾ ਨੇ ਸਾਰੀ ਦੁਨੀਆ ਦੇ ਸੋਚਣ ਦਾ ਢੰਗ, ਜੀਵਨ ਪ੍ਰਤੀ ਅਪਣਾਉਣ ਵਾਲੀ ਜਿਹੜੀ ਪਹੁੰਚ ਆ ਉਹ ਢੰਗ, ਜੀਵਨ ਬਾਰੇ ਸਮੁੱਚਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਜੀ। ਔਰ ਇਹਦੇ 'ਚ ਮੈਂ ਫਿਰ ਉੱਥੇ ਗੱਲ ਆਉਣਾ ਕਿ ਅਸਲ 'ਚ ਮੰਡੀਆਂ ਨੂੰ ਵੰਡਣ ਦੀ ਜਿਹੜੀ ਹੋੜ ਹੈ ਉਹ ਜ਼ਿੰਮੇਵਾਰ ਹੈ। ਜੀ ਜੀ ਜੀ। ਕੰਬੋਜ ਸਾਹਿਬ, ਅਮਰੀਕਾ ਤੇ ਹਥਿਆਰਾਂ ਦਾ ਬੜਾ ਆਪਸ ਦੇ ਵਿੱਚ ਡੂੰਘਾ ਸੰਬੰਧ ਹੈ। ਅਮਰੀਕਾ ਹਥਿਆਰਾਂ ਦੀ ਬਹੁਤ ਵੱਡੀ ਮੰਡੀ ਹੈ, ਅਮਰੀਕਾ ਹਥਿਆਰ ਬਣਾਉਂਦਾ ਹੈ, ਅਮਰੀਕਾ ਹਥਿਆਰ ਵੇਚਦਾ ਹੈ। ਤੇ ਅਸੀਂ ਦੁਨੀਆ ਨੇ ਇੱਕ ਇਹ ਦ੍ਰਿਸ਼ ਵੀ ਦੇਖਿਆ ਲੋਕਡਾਊਨ ਦੇ ਦੌਰਾਨ, ਜਦੋਂ ਹਿੰਦੁਸਤਾਨ ਦੇ ਵਿੱਚ ਰਾਸ਼ਨ ਦੀਆਂ ਭੀੜਾਂ ਸੀਆਂ ਜਾਂ ਠੇਕਿਆਂ ਤੇ ਭੀੜਾਂ ਸੀਆਂ, ਉੱਥੇ ਅਮਰੀਕਾ ਦੇ ਵਿੱਚ ਹਥਿਆਰਾਂ ਦੀਆਂ ਦੁਕਾਨਾਂ ਤੇ ਭੀੜਾਂ ਸੀਆਂ। ਇਹ ਬੱਚੇ ਕਲਾਸਰੂਮਾਂ ਦੇ ਵਿੱਚ ਟੀਚਰ ਦਾ ਕਤਲ ਕਰ ਦਿੰਦੇ ਨੇ ਪਿਸਤੌਲ ਦੇ ਨਾਲ। ਅਮਰੀਕਾ ਦਾ ਹਥਿਆਰਾਂ ਨਾਲ ਇੰਨਾ ਮੋਹ ਖਤਮ ਹੈ, ਕੀ ਮਾਨਸਿਕਤਾ ਇਹਦੇ ਪਿੱਛੇ? ਦੇਖੋ ਜੀ, ਜਿਸ ਦੇਸ਼ ਨੂੰ ਜਿਹੜੀ ਚੀਜ਼ ਤੋਂ ਸਭ ਤੋਂ ਵੱਧ ਫਾਇਦਾ ਹੋਵੇ ਜੀ, ਉਸ ਨੂੰ ਉਹ ਹਰ ਹਾਲਤ ਦੇ ਵਿੱਚ, ਗਨ ਲਾਬੀ ਇੱਥੇ ਬਹੁਤ ਵੱਡੀ ਲਾਬੀ ਹੈ ਜੀ। NRA ਜਿਹੜਾ ਪ੍ਰੈਜ਼ੀਡੈਂਟ ਹੈ ਇੱਥੋਂ ਦਾ, ਜੇ ਅਪੋਜੀਸ਼ਨ ਆਵੇ ਤਾਂ NRA ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ ਉਹਨੂੰ ਵੀ ਪੈਸੇ ਦਿੰਦੀ ਹੈ।
ਤੇ ਜਿਹੜਾ ਪ੍ਰੈਜ਼ੀਡੈਂਟ ਬਣਦਾ ਉਹਨੂੰ ਵੀ ਦਿੰਦੀ। ਜਾਣੀ ਇਹਨਾਂ ਦੇ ਸੈੱਲ ਜਿਹੜੇ ਨੇ ਉਹ ਹਰ ਇੱਕ 'ਚ ਨੇ। ਉਹਦਾ ਕਾਰਨ ਇਹ ਹੈ ਕਿ ਅਮਰੀਕਾ ਦੇ ਵਿੱਚ ਸ਼ੁਰੂ ਤੋਂ ਜਿੱਥੋਂ ਅਮਰੀਕਾ ਬਣਿਆ ਉੱਥੇ ਹਥਿਆਰਾਂ ਦੀਆਂ ਮੰਡੀਆਂ ਦੇ ਸਿਰ ਤੇ ਹੀ ਇਹ ਵੱਡਾ ਹੋਇਆ। ਔਰ ਇਹ ਇੱਥੋਂ ਦੇ ਲੋਕਾਂ ਦੇ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਇਹ ਕਿ ਬੰਦੇ ਦੀ ਸੁਰੱਖਿਆ ਲਈ ਕੱਲ ਨੂੰ ਕਹਿੰਦੇ ਕਿ ਜੇ ਕੇਆਸ ਹੋ ਜਾਵੇ, ਜਿੱਦਾਂ ਮੈਂ ਆ ਇੱਥੇ ਆਮ ਲੋਕਾਂ ਨਾਲ ਮਿਲਦਾ ਆ, ਉਹ ਕਹਿੰਦੇ ਜੀ ਜੇ ਕੱਲ ਨੂੰ ਕੋਈ ਕੇਆਸ ਹੋ ਜਾਵੇ ਤਾਂ ਅਸੀਂ ਆਪਣੀ ਪ੍ਰਾਪਰਟੀ ਦੀ ਰੱਖਿਆ ਕਿਵੇਂ ਕਰਾਂਗੇ? ਜੇ ਹਥਿਆਰ ਹੋਣਗੇ ਤਾਂ ਹੀ ਰੱਖਿਆ ਕਰਾਂਗੇ ਨਾ। ਜਿੱਦਾਂ ਆਪਣੇ ਪੰਜਾਬੀ 'ਚ ਕਹਾਵਤ ਹੈ, ਮੈਂ ਤੇ ਬਾਪੂ ਆਪਣੇ ਚੋਰ ਤੇ ਲਾਠੀ ਦੋ ਜਣੇ, ਮੈਂ ਤੇ ਬਾਪੂ ਇਕੱਲਾ। ਇਹ ਮਾਨਸਿਕਤਾ ਇੱਥੋਂ ਦੇ ਲੋਕਾਂ ਦੀ ਹੈ ਕਿ ਅਸੀਂ ਆਪਣਾ ਜੋ ਸਾਡੇ ਸੁੱਖ ਨੇ, ਜੋ ਸਾਡਾ ਆਲਾ ਦੁਆਲਾ ਹੈ, ਜਿੰਨੀ ਕੁ ਪ੍ਰਾਪਰਟੀ ਤੇ ਸਾਡਾ ਕਬਜ਼ਾ ਹੈ, ਉਹਨੂੰ ਅਸੀਂ ਕਿਵੇਂ ਆਪਣੇ ਸੁਰੱਖਿਅਤ ਰੱਖਾਂਗੇ ਸੰਕਟ ਕਾਲ ਦੇ ਵਿੱਚ। ਇਸ ਕਰਕੇ ਹਥਿਆਰ ਜਿਹੜੇ ਨੇ ਇਹ ਇੱਥੋਂ ਦਾ ਮਤਲਬ ਮੁੱਢਲਾ ਇਹਨਾਂ ਦੇ ਜੀਵਨ ਦਾ ਅੰਗ ਹੈ ਜੀ। ਹਾਂਜੀ, ਇਹ ਜਦੋਂ ਸਕੂਲਾਂ ਦੇ ਵਿੱਚ ਵੀ ਬੱਚੇ ਯੂਜ਼ ਕਰਦੇ ਨੇ ਉਹਦੇ ਪਿੱਛੇ ਵੀ ਇਹੀ ਮਾਨਸਿਕਤਾ ਜਾਂ ਕੁਝ ਹੋਰ ਹੈ? ਉਹਦੇ 'ਚ ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਜੇ ਚਾਹਵੇ ਅਮਰੀਕਾ ਤਾਂ ਇਹ ਸਾਰਾ ਕੁਝ ਖਤਮ ਹੋ ਸਕਦਾ, ਪਰ ਖੁਦ ਅਮਰੀਕਾ ਦੀ ਜਿਹੜੀ ਮਤਲਬ ਹੈਗੀ ਹੈ ਨੀਤੀ, ਉਹ ਹੀ ਨਹੀਂ ਚਾਹੁੰਦੀ ਕਿ ਇਹ ਕੁਝ ਜਿਹੜਾ ਹਥਿਆਰਾਂ ਲਈ ਜਿਹੜਾ ਪਿਆਰ ਆ ਉਹ ਖਤਮ ਹੋਵੇ। ਜੀ ਨਹੀਂ ਤਾਂ ਸਕੂਲ ਦੇਖੋ, ਮੈਂ ਇੱਕ ਨਜ਼ਮ ਲਿਖੀ ਸੀ ਕਿ ਸਕੂਲਾਂ 'ਚ ਗੋਲੀ, ਸਿਨੇਮਿਆਂ 'ਚ ਗੋਲੀ, ਪਿਆਰ 'ਚ ਗੋਲੀ, ਨਫ਼ਰਤ 'ਚ ਗੋਲੀ, ਘਬਰਾਉਂਦੇ ਕਿਉਂ ਹੋ? ਜੋ ਬੀਜਿਆ ਹੈ ਉਹੀ ਤਾਂ ਵੱਢੋਗੇ। ਠੀਕ ਹੈ ਨਾ? ਕਿ ਇਹ ਇੱਥੋਂ ਦੇ ਕਲਚਰ ਦਾ ਹਿੱਸਾ ਹੈ ਗਨ ਵਾਇਲੈਂਸ ਜਿਹੜਾ ਹੈ, ਜਾਂ ਗਨਜ਼ ਦਾ ਹੋਣਾ। ਤੇ ਜਦੋਂ ਬੱਚੇ ਜਿਹੜੇ ਨੇ, ਦੇਖੋ ਇੱਥੇ ਬੱਚਿਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ ਮਾਪਿਆਂ ਦਾ, ਬਿਲਕੁਲ ਵੀ। ਤੁਸੀਂ ਬੱਚੇ ਨੂੰ ਮਤਲਬ ਜਿੱਦਾਂ ਆਪਣੇ ਹੁੰਦਾ ਵੀ, ਜਿੱਦਾਂ ਅਸੀਂ ਕਹਿੰਦੇ ਹੁੰਦੇ ਵੀ, ਸਾਡੇ ਬੁੱਢਿਆਂ ਦਾ ਸੀਗਾ ਵੀ ਮੁੰਡਾ ਤੇ ਰੰਬਾ ਚੰਡੇ ਚੰਗੇ ਹੁੰਦੇ ਆ, ਹਨਾ? ਤੁਸੀਂ ਇੱਥੇ ਹੱਥ ਨਹੀਂ ਲਾ ਸਕਦੇ ਬੱਚੇ ਨੂੰ, ਨਹੀਂ, ਕਿਉਂਕਿ ਪੁਲਿਸ ਆ ਜਾਂਦੀ ਹੈ ਘਰੇ। ਜੇ ਤੁਸੀਂ ਆਪ ਨਾ ਕੁਝ ਕਹੋ ਤੇ ਤੁਹਾਡੇ ਗੁਆਂਢੀ ਕਹਿ ਦਿੰਦੇ ਆ, ਜਾਂ ਬੱਚਿਆਂ ਦੇ ਦੋਸਤ ਹੀ ਦੱਸ ਦਿੰਦੇ ਆ। ਦੇਖੋ, ਮੈਂ ਜੀਵਨ ਦਾ ਸਿੱਧਾ ਜਿਹਾ ਅਸੂਲ ਹੈ, ਜਾਂ ਤੇ ਤੁਸੀਂ ਰੱਬ ਤੋਂ ਡਰਦੇ ਹੋ ਤੇ ਜਾਂ ਫਿਰ ਮੁੱਕੇ ਤੋਂ ਡਰਦੇ ਹੋ। ਸਿੱਧੀ ਜੀ ਗੱਲ ਆ, ਠੀਕ ਹੈ ਨਾ? ਰੱਬ ਦਾ ਡਰ ਤਾਂ ਹੈ ਹੀ ਨਹੀਂ ਕਿਸੇ ਨੂੰ, ਉਹਨੂੰ ਪਤਾ ਲੱਗ ਗਿਆ ਕਿ ਰੱਬ ਹੈ ਨਹੀਂ। ਦੂਜਾ ਸੀਗਾ ਮੁੱਕਾ ਸਟੇਟ ਨੇ ਖੋਲਿਆ ਹੈ ਤੁਹਾਡੇ ਹੱਥਾਂ 'ਚੋਂ। ਤੁਸੀਂ ਆਪਣੇ ਬੱਚੇ ਨੂੰ ਚੰਡ ਤੱਕ ਨਹੀਂ ਮਾਰ ਸਕਦੇ, ਠੀਕ ਹੈ ਨਾ? ਉਹਨੂੰ ਝਿੜਕ ਨਹੀਂ ਸਕਦੇ। ਇਹ ਸਾਰਾ ਸਿਸਟਮ ਜਿਹੜਾ, ਇਹਨੂੰ ਕਿਉਂ ਨਹੀਂ ਉਹ ਬੈਲੈਂਸ ਕਰ ਰਹੀ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਬੈਲੈਂਸ ਕੀਤਾ ਤੇ ਸਾਡਾ ਜਿਹੜਾ ਸਾਰਾ ਰਾਸ਼ਟਰੀ ਬਜਟ ਹੈ ਇਹ ਵਿਗੜ ਜਾਏਗਾ। ਇਹ ਬਿਮਾਰੀ ਦੀ ਜੜ ਹੈ, ਜੜ ਨੂੰ ਫੜਨ ਦੀ ਲੋੜ ਹੈ। ਮਾਪੇ ਜਿਹੜੇ ਨੇ ਉਹ ਆਪਦੇ ਬੱਚਿਆਂ ਨੂੰ ਡਿਸਿਪਲਿਨ ਨਹੀਂ ਕਰ ਸਕਦੇ। ਤੁਸੀਂ ਦੇਖੋ, ਗੱਲ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਨਾ? ਸੋ ਜਿਸ ਨੀਂਹ ਦੇ ਉੱਤੇ ਤੁਸੀਂ ਕਰ ਰਹੇ ਹੋ ਉਸਾਰੀ, ਉਹੋ ਜਿਹਾ ਹੀ ਉਸਾਰ ਫੁੱਟ ਨਿਕਲਣਾ। ਜੀ ਬਿਲਕੁਲ। ਜੀਵਨ ਦੇ ਹਰ ਖੇਤਰ, ਔਰ ਅਮਰੀਕਾ ਬਣਿਆ ਹਥਿਆਰਾਂ ਦੇ ਮਤਲਬ ਵੇਚਣ ਕਰਕੇ ਹੈ। ਤੁਸੀਂ ਦੇਖੋ ਨਾ, ਔਰ ਕਿੱਦਾਂ ਇੱਥੇ ਮਿੰਟਾਂ ਦੇ ਵਿੱਚ ਸਾਰੇ ਹਥਿਆਰ ਜਿਹੜੇ ਨੇ ਉਹ ਸਾਰੀ ਦੁਨੀਆ ਨੂੰ ਸਪਲਾਈ। ਕਮਾਲ ਦੀ ਗੱਲ ਇਹ ਹੈ ਵੀ ਜਿਹੜੇ ਹੈਗੇ ਨੇ ਅਮਰੀਕੀ ਜਾਂਦੇ ਅਫਗਾਨਿਸਤਾਨ 'ਚ ਵਿਚਾਰੇ, ਉਹਨਾਂ ਕੋਲ ਵੀ ਅਮਰੀਕੀ ਹਥਿਆਰ ਨੇ, ਔਰ ਜਿਹੜੇ ਉਹਨਾਂ ਨਾਲ ਲੜ ਰਹੇ ਨੇ ਉਹਨਾਂ ਦੇ ਆਪੋਜਿਟ, ਉਹਨਾਂ ਕੋਲ ਵੀ ਅਮਰੀਕਾ। ਇਹਨਾਂ ਦੇ ਵਿੱਚੋਂ ਅਮਰੀਕਾ ਬਣਿਆ ਹੈ। ਮੈਂ ਕੁਝ ਕਿਹਾ ਸੀ ਨਾ, ਅਮਰੀਕਾ ਇੱਕ ਦੇਸ਼ ਦਾ ਨਹੀਂ, ਇੱਕ ਵਿਚਾਰਧਾਰਾ ਦਾ ਨਾਮ ਹੈ। ਬਿਲਕੁਲ ਸਰ, ਬਿਲਕੁਲ। ਕੰਬੂ ਸਰ, ਅਸੀਂ ਜਦੋਂ ਹਿੰਦੁਸਤਾਨ 'ਚ ਬਹਿ ਕੇ ਅਮਰੀਕਾ ਵੱਲ ਦੇਖਦੇ ਹਾਂ ਤਾਂ ਸਾਨੂੰ ਜਿਹੜਾ ਤੁਹਾਡਾ ਇਸ ਵੇਲੇ ਸਦਰ ਹੈ ਉਹਦੀ ਅਸੀਂ ਬੇਬਸੀ ਦੇਖਦੇ ਹਾਂ, ਕਿਤੇ ਗੁੱਸਾ ਦੇਖਦੇ ਹਾਂ, ਕਿਤੇ ਬੜਕ ਦੇਖਦੇ ਹਾਂ, ਕਿਤੇ ਮੜਕ ਦੇਖਦੇ ਹਾਂ, ਕਿਤੇ ਰੜਕ ਦੇਖਦੇ ਹਾਂ, ਕਿਤੇ ਧਮਕੀਆਂ ਦੇਖਦੇ ਹਾਂ। ਮਤਲਬ ਡਰਾਮੇ ਤੋਂ ਬਾਹਰ ਡਰਾਮਾ ਜਿਹੜਾ ਹੋ ਰਿਹਾ ਉਹ ਅਸੀਂ ਦੇਖ ਰਹੇ ਹਾਂ ਲਗਾਤਾਰ। ਤੇ ਤੁਸੀਂ ਅੰਦਰ ਬੈਠੇ ਕਿਵੇਂ ਦੇਖਦੇ ਹੋ ਇਸ ਗੱਲ? ਦੇਖੋ ਜੀ, ਇੱਥੇ ਦੋ ਵਿੰਗ ਨੇ ਜੀ। ਇੱਕ ਵਿੰਗ ਹੈ ਰਾਈਟ ਵਿੰਗ ਜੀ, ਜਿਹੜਾ ਕਿ ਲੋਕਾਂ ਦੇ ਡਰ ਤੇ ਲੋਕਾਂ ਦੇ ਆਪਸੀ ਭਾਈਚਾਰੇ ਦੀ ਖਿੱਚੋਤਾਣ ਦੀ ਜਿਹੜੀ ਟੈਨਸ਼ਨ ਆ ਉਹਦੇ ਉੱਤੇ ਰਾਜ ਕਰਦਾ ਜੀ। ਠੀਕ, ਉਹ ਇਸ ਵੇਲੇ ਰਾਜ ਜਿਹੜੀ ਕਰ ਰਹੀ ਹੈ ਪਾਰਟੀ, ਉਹ ਸਭ ਨੂੰ ਪਤਾ ਹੈ ਕਿ ਉਹ ਹਥਿਆਰਾਂ ਦੇ ਮਤਲਬ ਨਾਲ ਹੈ, ਔਰ ਉਹ ਹਰ ਪਾਸੇ ਜੀਵਨ ਦੇ ਵਿੱਚ ਜੋ ਅਮਰੀਕਾ ਦੀ ਮੇਨ ਨੀਤੀ ਹੈ, ਔਰ ਉਹਦੇ 'ਚ ਚਿੱਟਿਆਂ ਦੀ ਜਿਹੜੀ ਹੈ ਉਹ ਬਾਦਸ਼ਾਹਤ ਹੋਵੇ। ਇਸੇ ਕਰਕੇ ਤੁਸੀਂ ਦੇਖ ਲਓ ਕਿ ਉਹਦੇ ਜਿੰਨੇ ਵੀ ਭਾਸ਼ਣ ਨੇ ਜਾਂ ਜਿੰਨਾ ਕੁਝ ਹੋ ਰਿਹਾ,
ਇਹ ਸਾਰੇ ਇਸੇ ਨੀਤੀ ਦੇ ਸਿੱਟੇ ਵਜੋਂ ਹੀ ਹੋ ਰਿਹਾ ਹੈਗਾ। ਇਹ ਹੈ ਕਿ ਦੇਖੋ, ਜੇ ਤੁਸੀਂ ਲੋਕਾਂ ਨੂੰ ਆਪਸ ਵਿੱਚ ਹੀ ਲੜਾਈ ਰੱਖੋਗੇ, ਆਪਸ ਵਿੱਚ ਹੀ ਲੜਾਈ ਰੱਖੋਗੇ, ਹਿੰਦੁਸਤਾਨ 'ਚ ਹੁਣ ਕੀ ਹੋ ਰਿਹਾ? ਇਹੀ ਹੋ ਰਿਹਾ ਨਾ ਕਿ ਜਿਹੜੇ ਅਸਲ ਮੁੱਦੇ ਨੇ ਉਹਨਾਂ ਨਾਲ ਕੋਈ ਆ ਨਹੀਂ ਰਿਹਾ, ਤੇ ਹਿੰਦੂ, ਸਿੱਖ ਤੇ ਮੁਸਲਮਾਨਾਂ ਨੂੰ ਲੜਾਇਆ ਜਾ ਰਿਹਾ ਆਪਸ ਵਿੱਚ ਹੀ। ਹਰ ਜਿਹੜੀ ਕੌਮੀਅਤ ਆ ਉਹਨੂੰ ਦੂਜੇ ਨਾਲ ਲੜਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਹੈ ਕਿ ਚਿੱਟਿਆਂ ਨੂੰ ਕਾਲਿਆਂ ਦੀ ਨਾਲ ਟੈਨਸ਼ਨ 'ਚ ਰੱਖਿਆ ਜਾਵੇ। ਹੋਰ ਜਿਹੜੇ ਜੀਵਨ ਦੇ ਆਮ ਮਸਲੇ ਨੇ, ਕਿ ਜਿਹੜੀ ਸਿਹਤ ਸੰਸਥਾਵਾਂ ਨੇ ਉਹ ਕਿਉਂ ਦਿਨੋਂ ਦਿਨ ਹੋ ਰਹੀਆਂ ਨੇ ਖਤਮ। ਇਹ ਜਿਹੜਾ ਇੱਥੇ ਸਮਾਜਿਕ ਪ੍ਰੋਗਰਾਮ ਸ਼ੁਰੂ ਹੋਇਆ, ਇਹ ਕਮਿਊਨਿਸਟਾਂ ਦੇ ਡਰ ਕਰਕੇ ਸ਼ੁਰੂ ਹੋਇਆ ਸੀਗਾ ਜੀ, ਕਿ ਸਮਾਜਿਕ ਸੁਰੱਖਿਆ ਦਿਓ, ਸੋਸ਼ਲ ਸਿਕਿਉਰਿਟੀ ਸ਼ੁਰੂ ਕਰੋ, ਅਨਐਮਪਲਾਇਮੈਂਟ ਸ਼ੁਰੂ ਕਰੋ। ਇਹ ਸਾਰਾ ਉਦੋਂ ਸ਼ੁਰੂ ਹੋਇਆ। ਨਹੀਂ ਤਾਂ ਸਭ ਤੋਂ ਜ਼ਿਆਦਾ ਬੁਰਾ ਹਾਲ ਇਹਨਾਂ ਦੇਸ਼ਾਂ 'ਚ, ਜਿੱਥੇ ਕੰਮ ਦੇ ਘੰਟੇ ਜਿਹੜੇ ਪਹਿਲਾਂ ਮਤਲਬ 16 ਦੇ ਵੀ ਰਹੇ ਨੇ, ਫਿਰ 12 ਤੇ ਆਏ, ਫਿਰ 10 ਤੇ ਆਏ, ਫਿਰ 8 ਤੇ ਆਏ। ਤੁਸੀਂ ਹੈਰਾਨ ਹੋਵੋਗੇ ਕਿ ਹਿੰਦੁਸਤਾਨ ਇੰਨਾ ਪਛੜਿਆ ਮੁਲਕ ਹੈ। ਆਪਾਂ ਨੇ ਆਪਣੀਆਂ ਔਰਤਾਂ ਨੂੰ ਉੱਥੇ 1951-52 ਜਦੋਂ ਪਹਿਲੀਆਂ ਚੋਣਾਂ ਹੋਈਆਂ ਨੇ, ਉਦੋਂ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ। ਔਰ ਇੱਥੇ ਸੋ ਕਾਲਡ ਅਮਰੀਕਾ, ਜਿਹਨੂੰ ਅਸੀਂ ਕਹਿੰਦੇ ਹਾਂ ਸੀਟ ਆਫ ਕਲਚਰ, ਨਿਊਯਾਰਕ ਦੇ ਵਿੱਚ ਸਾਡੇ ਬੰਦੇ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਜਿਹੜੀ ਸੀਟ ਆਫ ਕਲਚਰ ਹੈ ਨਿਊਯਾਰਕ 'ਚ ਹੈ, ਉਹ ਉੱਥੋਂ ਦੀਆਂ ਔਰਤਾਂ ਵਿਚਾਰੀਆਂ ਨੂੰ 1969 ਦੇ ਵਿੱਚ ਜਾ ਕੇ ਕਿਤੇ ਵੋਟ ਦਾ ਹੱਕ ਮਿਲਿਆ। ਇਹ ਹਾਲਤ ਹੈ ਜਿਹੜੀ ਇਹ ਆਪਾ ਵਿਰੋਧ ਨੇ। ਔਰ ਧਮਕੀਆਂ ਜ਼ਰੂਰ ਦਿੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਉਹਦੀ, ਪਰ ਧਮਕੀ ਦੇ ਹਰ ਚੀਜ਼, ਉਹਦੀ ਹਰ ਗੱਲਬਾਤ ਦੇ ਵਿੱਚ ਇੱਕੋ ਇੱਕ ਹੈ ਕਿ ਆਪਣੇ ਲੋਕਾਂ ਨੂੰ ਡਿਵਾਈਡ ਐਂਡ ਰੂਲ। ਮਤਲਬ ਹੁਣ ਜਿਹੜਾ ਨਵਾਂ ਸਾਮਰਾਜ ਦਾ ਨਾਰਾ ਉਹ ਇਹ ਹੈ, ਕਿਉਂਕਿ ਮੰਡੀਆਂ ਜਿਹੜੀਆਂ ਨੇ ਉਹ ਤਕਰੀਬਨ ਵੰਡੀਆਂ ਜਾ ਚੁੱਕੀਆਂ ਨੇ। ਜੀ, ਠੀਕ ਹੈ ਨਾ। ਦੋ ਧਰੂਵੀ ਸੰਸਾਰ, ਜਿਹੜਾ ਸਮਾਜਵਾਦੀ ਖੇਮਾ ਹੈ ਉਹ ਡਿਫੈਂਸ ਤੇ ਆ, ਔਰ ਜਿਹੜਾ ਸਾਮਰਾਜੀ ਖੇਮਾ ਆ ਉਹ ਅਫੈਂਸ ਤੇ ਹੈ ਜੀ। ਇਹਨਾਂ ਅਰਥਾਂ ਦੇ ਵਿੱਚ ਹਾਂਜੀ ਜੀ। ਇਸ ਕਰੋਨਾ ਸੰਕਟ ਦੇ ਦੌਰਾਨ ਹੀ ਅਸੀਂ ਇੱਕ ਹੋਰ ਚਿਹਰਾ ਜਿਹੜਾ ਜਿਹਦੇ ਬਾਰੇ ਮੈਂ ਬਹੁਤ ਸਟਾਰਟ ਦੇ ਵਿੱਚ ਜ਼ਿਕਰ ਕੀਤਾ ਸੀ, ਉਹ ਸੀ ਕਿ ਤੁਹਾਡੇ ਇੱਕ ਜਾਰਜ ਫਲੋਇਡ ਦੀ ਡੈਥ ਹੋਈ, ਤੇ ਉਸ ਤੋਂ ਬਾਅਦ ਜੋ ਪੂਰੀ ਦੁਨੀਆ ਨੇ ਅਮਰੀਕਾ ਦੀਆਂ ਸੜਕਾਂ ਤੇ ਦੇਖਿਆ ਸੰਘਰਸ਼ ਦੇ ਵਿਰੋਧ, ਇਹ ਇੱਕ ਤਤਕਾਲੀ ਪ੍ਰਤੀਕਰਮ ਸੀ ਜਾਂ ਕੁਝ ਸਦੀਆਂ ਦਾ ਗੁੱਸਾ ਸੀ ਜਿਹੜਾ ਇੱਕਦਮ ਸੜਕਾਂ ਤੇ ਇਸ ਤਰ੍ਹਾਂ ਆਇਆ? ਨਹੀਂ ਜੀ, ਇਹ ਸਦੀਆਂ ਦਾ ਗੁੱਸਾ ਹੀ ਸਮਝੋ ਇਹਨੂੰ। ਇਹ ਤਤਕਾਲੀ ਤਾਂ ਇੱਕ ਤਰ੍ਹਾਂ ਦਾ ਮਤਲਬ ਸਾਧਨ ਬਣਿਆ। ਉਹਦਾ ਕਾਰਨ ਇਹ ਆ ਕਿ ਕੋਈ ਵੀ ਪ੍ਰੈਜ਼ੀਡੈਂਟ ਜਿੰਨੇ ਵੀ ਆਏ ਨੇ, ਈਵਨ ਜਿਹੜੇ ਇਹਨਾਂ ਦੇ ਹੱਕ 'ਚ ਨੇ, ਉਹਨਾਂ ਸਾਰਿਆਂ ਦੀ ਵੀ ਅੰਦਰੋਂ ਇਹੀ ਰਾਏ ਆ ਕਿ ਜਿਹੜਾ ਸਮਾਜ ਆ ਉਹ, ਨਹੀਂ ਤਾਂ ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਗੈਂਗ ਵਾਇਲੈਂਸ ਆ ਸਾਡੇ ਇੱਥੇ ਅਮਰੀਕਾ ਦੇ ਵਿੱਚ, ਬੜੀ ਵੱਡੀ ਸਮੱਸਿਆ ਹੈ। ਪਰ ਅਮਰੀਕਾ ਖਤਮ ਨਹੀਂ ਕਰਨਾ ਚਾਹੁੰਦਾ ਉਹਨੂੰ। ਜੇ ਚਾਹਣ ਤਾਂ ਇੱਕ ਦਿਨ 'ਚ ਖਤਮ ਕਰ ਦੇਣ। ਜੇ ਇਹ ਬਿਨ ਲਾਦਨ ਨੂੰ ਪਾਕਿਸਤਾਨ 'ਚੋਂ ਜਾ ਕੇ ਲੱਭ ਸਕਦੇ ਨੇ ਤੇ ਆਪਣੇ ਘਰ ਦੀਆਂ ਸਮੱਸਿਆਵਾਂ ਮਿੰਟਾਂ 'ਚ ਖਤਮ ਕਰ ਸਕਦੇ ਨੇ, ਪਰ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਹੋ। ਮਤਲਬ ਇੱਕ ਵਾਦ ਦਾ ਰੌਲਾ ਹੈ ਜੀ, ਸਮਝੇ ਨਹੀਂ? ਉਹ ਇੱਕ ਫੌਰੀ ਗੱਲ ਸੀਗੀ ਜਿਹਦੇ ਵਿੱਚ ਕਿ ਮਤਲਬ ਲੋਕ ਇੱਕਦਮ ਰੋਹ 'ਚ ਆ ਗਏ। ਪਰ ਅਸਲ ਗੱਲ ਇਹ ਹੈ ਵੀ ਸਮਾਜ ਦੀ ਜਿਹੜੀ ਕਾਣੀ ਵੰਡ ਹੈ, ਉਹ ਕਾਰਨ ਨੇ ਕਿ ਜਿਹੜੇ ਬਹੁਤ ਵੱਡੇ ਲੈਵਲ ਦੇ ਉੱਤੇ ਬਹੁਤ ਵੱਡੇ ਜਿਹੜੇ ਨੇ ਬੰਦੇ ਜਿਹੜੇ ਕਾਲਿਆਂ 'ਚੋਂ ਨਿਕਲ ਗਏ, ਉਹ ਨਿਕਲ ਗਏ। ਨਹੀਂ ਤਾਂ ਆਮ ਜਿਹੜੀ ਇੱਥੋਂ ਦੀ ਸਾਨੂੰ, ਮੈਂ ਤਾਂ ਦੇਖਦਾ ਨਾ ਕਿ ਕਾਲਿਆਂ ਦੀ ਕੀ ਹਾਲਤ ਹੈ, ਕਿਹਨਾਂ ਹਾਲਤਾਂ 'ਚ ਉਹ ਵਿਚਾਰੇ ਰਹਿ ਰਹੇ ਨੇ। ਉਹਨਾਂ ਦੀ ਜ਼ਿੰਦਗੀ ਨੂੰ ਇੰਨਾ ਕਰਾ ਦਿੱਤਾ ਜਾਂਦਾ ਕਿ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿੱਦਾਂ ਪਿਛਲੇ ਦਿਨਾਂ 'ਚ ਇੱਕ ਪੋਸਟਰ ਆਇਆ ਸੀਗਾ ਕਿ ਇੱਕ ਬੱਚੇ ਨੂੰ ਇੱਕ ਪੁਲਿਸੀਆ ਪੁੱਛਦਾ ਹੈ ਕਿ ਤੇਰੀ ਕੀ, ਤੂੰ ਵੱਡਾ ਹੋ ਕੇ ਕੀ ਬਣਨਾ ਹੈ? ਉਹ ਕਹਿੰਦਾ ਆਈ ਜਸਟ ਵਾਂਟ ਟੂ ਸਰਵਾਈਵ। ਮੈਂ ਸਿਰਫ ਜੀਂਦਾ ਰਹਿਣਾ ਚਾਹਨਾ। ਉਹਨੇ ਇਹ ਨਹੀਂ ਕਿਹਾ ਮੈਂ ਇੰਜੀਨੀਅਰ ਬਣਨਾ ਚਾਹਨਾ, ਮੈਂ ਡਾਕਟਰ ਬਣਨਾ ਚਾਹਨਾ, ਜਾਂ ਮੈਂ ਫੌਜ 'ਚ ਜਾਣਾ ਚਾਹਨਾ, ਹੈ ਨਾ। ਉਹ ਕਹਿੰਦਾ ਆਈ ਜਸਟ ਵਾਂਟ ਟੂ ਸਰਵਾਈਵ। ਮਤਲਬ ਇਹ ਨਹੀਂ ਮੈਂ ਕਹਿੰਦਾ ਕਿ ਇੱਕ ਕੱਲੀ, ਦੇਖੋ ਕਾਲਿਆਂ ਨੂੰ ਇੰਨੀ ਗਰੀਬੀ ਦੇ ਵਿੱਚ ਰੱਖਿਆ ਜਾਂਦਾ ਹੈ, ਉਹਨਾਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕੀਤਾ ਜਾਂਦਾ ਹੈ, ਸ਼ੁਰੂ ਤੋਂ ਹੀ ਉਹ ਟੁੱਟੇ ਘਰਾਂ 'ਚੋਂ ਆਉਂਦੇ ਨੇ। ਜਿਹੜਾ ਖਿੰਡਿਆ ਵਿਅਕਤਿਤਵ ਹੋਵੇ ਉਹ ਕਦੇ ਵੀ ਘਰ ਨਹੀਂ ਸਾਂਭ ਸਕਦਾ। ਆਪਣੇ ਇੰਡੀਅਨ ਕਿਉਂ ਕਾਮਯਾਬ ਹੁੰਦੇ ਨੇ ਇੱਥੇ ਆ ਕੇ? ਕਿਉਂਕਿ ਸਾਡੇ ਪਿੱਛੇ ਸਾਡੇ ਸਦੀਆਂ ਦਾ ਜਿਹੜਾ ਨਾ ਕਲਚਰ ਹੈ, ਉਹ ਸਾਨੂੰ ਜੀਂਦੇ ਰਹਿਣ 'ਚ ਸਾਡੀ ਸਹਾਈ ਕਰਦਾ ਹੈ ਵੀ ਪਰਿਵਾਰ ਨੂੰ ਜੋੜ ਕੇ ਰੱਖੋ ਕਿਵੇਂ ਨਾ ਕਿਵੇਂ। ਇੱਥੇ ਪਰਿਵਾਰ ਦਾ ਮਤਲਬ ਪਰਸਨ ਜਿਹੜਾ ਹੈ ਉਹ ਆਪ ਹੈ, ਕਿਉਂਕਿ ਕਲਚਰ ਹੀ ਇਹੋ ਜਿਹਾ ਹੈ। 18 ਸਾਲ ਦੇ ਹੁੰਦੇ ਨਹੀਂ, ਚਾਹੇ ਗੋਰੇ ਆ ਚਾਹੇ ਕਾਲੇ ਆ, ਚਲੋ ਜੀ ਬਾਹਰ ਜਾਓ। ਜਿਸ ਨਾਲੇ ਜਦੋਂ ਜ਼ਿੰਦਗੀ ਦਾ ਕੋਈ ਆਦਰਸ਼ ਹੀ ਨਹੀਂ ਹੈ,
ਦੇਖੋ ਨਾ, ਜਦੋਂ ਅਸੀਂ ਸੀਗੇ ਸਾਡੇ ਜ਼ਮਾਨੇ 'ਚ ਉਦੋਂ ਮਤਲਬ ਨਕਸਲਵਾੜੀ ਲਹਿਰ ਉੱਠੀ ਤੇ ਅਸੀਂ ਉਹਦੇ ਮਗਰ ਲੱਗੇ ਤੇ ਜੀਵਨ ਦਾ ਇੱਕ ਮੰਤਵ ਸੀਗਾ ਕਿ ਅਸੀਂ ਮਰਨ ਤੋਂ ਪਹਿਲਾਂ ਇੱਕ ਸੰਸਾਰ ਦੇ ਚਿਹਰੇ ਨੂੰ ਬਦਲਣਾ ਚਾਹੁੰਦੇ ਹਾਂ। ਪਰ ਇੱਥੇ ਜੀਵਨ ਦਾ ਮੰਤਵ ਵੀ ਕੋਈ ਨਹੀਂ ਹੈਗਾ। ਦੇਖੋ, ਹਰ ਚੀਜ਼ ਜਿਹੜੀ ਹੈ ਸਰਕਾਰ ਤੁਹਾਨੂੰ ਮਿਨੀਮਮ ਜਿਹੜੀ ਹੈ ਉਹ ਤੁਹਾਨੂੰ ਮੁਹੱਈਆ ਕਰਾਉਂਦੀ ਹੈ, ਪਰ ਜਿਹੜੇ ਜੀਵਨ ਦੇ ਵਿੱਚ ਜਿਹਨੂੰ ਅਸੀਂ ਅਸਲ ਸੁੱਖ ਕਹਿੰਦੇ ਆ ਉਹਨਾਂ ਦੇ ਲਾਗੇ ਲਿਜਾ ਕੇ ਤੁਹਾਡੀ ਵਾਗਡੋਰ ਖੁੱਲੀ ਛੱਡ ਦਿੰਦੀ ਹੈ ਸਮਾਜ 'ਚ ਵੀ ਹੁਣ ਤੁਸੀਂ ਆਪਣਾ ਕਰੋ ਤੇ ਕਮਾਓ। ਫਿਰ ਉਹਨਾਂ ਵਿਚਾਰਿਆਂ ਨੂੰ, ਕਾਲਿਆਂ ਨੂੰ ਨੌਕਰੀਆਂ ਵੀ ਨਹੀਂ ਮਿਲਦੀਆਂ। ਸੋ ਇਹ ਸਦੀਆਂ ਦਾ ਜਿਹੜਾ ਗੁੱਸਾ ਸੀ ਉਹ ਇੱਕਦਮ, ਜਿੱਦਾਂ ਤੁਸੀਂ ਕਿਹਾ, ਪਰ ਇਹ ਕਿਉਂਕਿ ਇਸ ਕਲਚਰ ਹੀ ਇੱਕ ਇਹੋ ਜਿਹਾ ਸੱਭਿਆਚਾਰਕ ਵੰਡ ਇਹੋ ਜਿਹੀ ਹੈ, ਉਹਨਾਂ ਦੇ ਘਰ ਵੱਖਰੇ ਨੇ, ਉਹਨਾਂ ਦੀਆਂ ਕਲੋਨੀਆਂ ਵੱਖਰੀਆਂ ਨੇ ਹਾਲੇ ਤੱਕ। ਉੱਪਰੋਂ ਕਹਿਣ ਨੂੰ ਭਾਵੇਂ ਕੋਈ ਕਹੀ ਜਾਣ, ਜਿੱਦਾਂ ਆਪਣੇ ਪਿੰਡਾਂ 'ਚ ਜਾਂਦੇ ਆ ਤੇ ਵਿਚਾਰੇ ਜਿਹੜੇ ਸ਼ਡਿਊਲ ਕਾਸਟ ਤਬਕਾ ਹੈ ਵਿਚਾਰਾ, ਉਹਨਾਂ ਦੀਆਂ ਅਜੇ ਵੀ ਪਿੰਡੋਂ ਬਾਹਰ ਨੇ, ਮਤਲਬ ਸਮਝੇ ਨੀ। ਤੋ ਇਹ ਜੀਵਨ ਦੇ ਹਿੱਸੇ ਨੇ। ਮੈਂ ਇਹਨਾਂ ਗੱਲਾਂ ਨੂੰ, ਕਿਉਂਕਿ ਪਾਸ਼ ਮੇਰੇ ਬਹੁਤ ਨਜ਼ਦੀਕੀ ਰਿਹਾ, ਉਹੀ ਮੈਨੂੰ, ਮੈਂ ਤਾਂ ਮਤਲਬ ਘੁਲਦਾ ਹੁੰਦਾ ਸੀਗਾ ਚੀਜ਼ਾਂ ਚ, ਕਬੱਡੀ ਕੁੱਡੀ ਖੇਲਦਾ ਹੁੰਦਾ ਸੀ, ਲੈ ਜਾਂਦੇ ਸੀ ਲੋਕ ਏਦਾਂ ਵੀ ਚੱਲ ਵੀ ਸਾਡੇ ਪਿੰਡ ਵੱਲੋਂ ਖੇਡ, ਤੂੰ ਸਾਡੇ ਪਿੰਡ ਵੱਲੋਂ, ਏਦਾਂ ਕਰਕੇ ਮੈਨੂੰ ਤਾਂ ਪਾਸ਼ ਲੈ ਕੇ ਆਇਆ ਇੱਧਰ ਕਵਿਤਾ ਵੱਲ, ਸਾਰੇ ਜੀਵਨ ਦੀ ਜਿਹੜੀ ਸਮਝ ਹੈ। ਕਵਿਤਾ ਜੇ ਸੁਣਾਉਣੀ ਚਾਹੁੰਦੇ ਹੋ ਇਸ ਇਸ਼ੂ ਤੇ, ਤੁਸੀਂ ਕਿਉਂਕਿ ਬਹੁਤ ਕੰਮ ਕੀਤਾ ਹੈ ਇਸ ਇਸ਼ੂ ਤੇ, ਤਾਂ ਅਸੀਂ ਪਲੀਜ਼ ਸਾਡੇ ਨਾਲ ਸਾਂਝੀ ਕਰੋ। ਹਾਂਜੀ ਜ਼ਰੂਰ। ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣਾ ਜੀ, ਅਮਰੀਕੀ ਸੁਪਨਾ। ਇਹ ਇੱਥੇ ਅਮਰੀਕਾ, ਹਰ ਬੰਦੇ ਦਾ ਸੁਪਨਾ ਕਿ ਮੇਰਾ ਆਪਣਾ ਘਰ ਹੋਵੇ, ਤੇ ਘਰ ਤੋਂ ਮਤਲਬ ਇਹ ਹੈ ਕਿ ਸਿਰਫ ਇੱਟਾਂ ਵੱਟਿਆਂ ਦਾ ਘਰ ਨਹੀਂ, ਜਿਹਨੂੰ, ਜਿੱਦਾਂ ਮੇਰੀ ਇੱਕ ਵਾਰੀ ਜਦੋਂ ਮੈਂ ਸ਼ੁਰੂ ਚ ਆਇਆ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ, ਇੱਕ ਪ੍ਰੋਫੈਸਰ ਸੀ ਮੇਰੇ ਕੋਲ, ਉਹ, ਮੈਂ ਇੱਕ ਡੋਨਟ ਸ਼ਾਪ ਦੇ ਵਿੱਚ ਮੈਨੇਜਰ ਸੀਗਾ, ਵੈਂਚਰਸ ਡੋਨਟ ਹਾਊਸ, ਜਦੋਂ ਮੈਂ ਨਵਾਂ ਆਇਆ ਜੀ ਉਦੋਂ, ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਲੋਕ ਮਾੜੀ ਮੋਟੀ ਬੱਚਤ ਕਿਉਂ ਨਹੀਂ ਕਰਦੇ? ਉਹਨੇ ਮੈਨੂੰ ਕਿਹਾ, ਕਹਿੰਦਾ you guys live in future, we don't, we live in present। ਕਹਿੰਦਾ ਤੁਹਾਡਾ ਕੋਈ ਰਹਿਣਾ ਥੋੜੀ ਹੈ, ਤੁਸੀਂ ਤਾਂ ਧਰਤੀ ਤੇ ਅਮਰੀਕਾ ਆਉਨੇ ਹੋ ਮਤਲਬ ਕਿ ਦਿਨ ਕੱਟੀ ਕਰਨ ਲਈ। ਜੀ ਹੈ ਜੀ। ਮੈਂ ਕਹਿੰਦਾ ਤੂੰ, ਮੈਨੂੰ ਕਹਿੰਦਾ ਇਹ ਦੱਸ ਵੀ ਤੂੰ ਕਦੀ ਸਮੁੰਦਰ ਦੇ ਸਫ਼ਰ ਤੇ ਗਿਆ ਵੀਕਐਂਡ ਤੇ? ਅੱਛਾ। ਮੈਂ ਕਿਹਾ ਨਹੀਂ। ਕਹਿੰਦਾ ਕਿੰਨੀਆਂ ਵਕੇਸ਼ਨਾਂ ਲਈਆਂ ਜਦੋਂ ਦਾ ਤੂੰ ਆਇਆ? ਮੈਂ ਕਿਹਾ ਨਹੀਂ, ਹਾਲੇ ਤਾਂ ਨਹੀਂ ਲਈ। ਮੈਂ ਕਿਹਾ ਪੈਸੇ ਨਹੀਂ ਕਦੀ ਬਣੇ। ਬਸ ਫਿਰ ਕਹਿੰਦਾ ਤੇਰੇ 'ਚ ਤੇ ਮੇਰੇ 'ਚ ਇਹੀ ਫਰਕ ਹੈ। ਨਿੱਕੀਆਂ ਗੱਲਾਂ ਫਿਰ ਉਹਨੇ ਮੈਨੂੰ ਗਿਣਾਈਆਂ, ਕੋਈ 70 ਪੁਆਇੰਟ ਲਿਖੇ ਮੈਂ ਉਦੋਂ ਉਹਦੇ ਨਾਲ ਗੱਲਬਾਤ ਕਰਕੇ, ਕਿਉਂਕਿ ਉਹ ਰੋਜ਼ ਆਉਂਦਾ ਜਾਂਦਾ ਸੀ, ਪ੍ਰੋਫੈਸਰ ਸੀ, ਤੇ CV ਆਪਣੇ ਸਾਈਕਾਲੋਜੀ ਦਾ। ਉਹ ਕਹਿੰਦਾ ਤੁਸੀਂ ਲੋਕ ਇੱਕ ਵੱਖਰੀ ਜੀਵਨ ਸ਼ੈਲੀ ਲੈ ਕੇ ਆਉਂਦੇ ਹੋ, ਤੁਸੀਂ ਰਹਿੰਦੇ ਨਹੀਂ, ਕਹਿੰਦਾ ਤੁਸੀਂ ਫਿਊਚਰ 'ਚ ਰਹਿੰਦੇ ਹੋ, ਤੁਸੀਂ ਆਪਣੇ ਬੱਚਿਆਂ 'ਚ ਰਹਿੰਦੇ ਹੋ, ਤੁਹਾਡੇ ਬੱਚੇ ਕਹਿੰਦਾ ਉਹਨਾਂ ਦੇ ਬੱਚਿਆਂ 'ਚ ਰਹਿਣਗੇ, ਤੁਸੀਂ ਕਹਿੰਦਾ ਵਰਤਮਾਨ 'ਚ ਕਦੇ ਰਹਿ ਹੀ ਨਹੀਂ ਸਕਦੇ। ਇਹ ਫਰਕ ਹੈ ਸਾਡੀ ਤੇ ਉਹਨਾਂ ਦੀ ਸੋਚ ਦਾ। ਇਹ ਕਲਚਰਲ ਵਖਰੇਵੇਂ ਨੇ, ਲੰਬਾ ਚੌੜਾ ਗੱਲਬਾਤ ਹੈ। ਐਨੀਵੇ, ਮੈਂ ਤੁਹਾਨੂੰ ਇੱਕ ਅਮਰੀਕੀ ਸੁਪਨਾ ਇਹ ਹੈ ਕਿ ਤੁਹਾਡਾ ਆਪਣਾ ਘਰ ਹੋਵੇ, ਹਾਂਜੀ, ਤੁਸੀਂ ਵੀਕਐਂਡ ਤੇ ਜਾਓ, ਬਾਹਰ ਸਮੁੰਦਰ ਤੇ ਜਾਓ, ਮੱਛੀਆਂ ਪਕੜਨ ਜਾਓ, ਜਾਂ ਕਿਸੇ ਹੋਰ ਹਿਲ ਸਟੇਸ਼ਨ ਤੇ ਜਾਓ। ਹੋਰ ਨਹੀਂ ਤਾਂ ਜਿਹੜਾ ਪਰਿਵਾਰ ਹੈ ਉਹ ਇਕੱਠਾ ਹੋ ਕੇ ਉੱਥੇ ਜਾ ਸਕਦਾ ਹੈਗਾ ਜੀ, ਹਨਾ, ਕਿਤੇ ਇੱਧਰ ਉੱਧਰ ਮਤਲਬ ਖਾਣੇ ਦੇ ਉੱਤੇ। ਇਹ ਇੱਕ ਤਰ੍ਹਾਂ ਦਾ ਉਸ ਸੁਪਨੇ ਨੂੰ ਸੰਬੰਧਿਤ ਮੇਰੀ ਇਹ ਨਜ਼ਮ ਹੈ, ਅਮਰੀਕੀ ਸੁਪਨਾ। ਜੀ। ਹਰ ਰੋਜ਼ ਥੋੜੀ ਜੀ ਭਾਨ ਮਸਾਂ $1 ਦੀ ਲੈ ਕੇ ਆਉਂਦਾ ਹੈ, ਕੰਮ ਹੱਥੋਂ ਹਾਰਿਆ ਉਹ ਬੁੱਢਾ। ਤੇ ਇੱਕ ਲਾਟਰੀ ਖਰੀਦ ਲੈਂਦਾ ਹੈ ਤੇ ਫਿਰ ਸੁਪਨਿਆਂ ਦੀ ਛਤਰੀ ਤੇ ਬੈਠ ਦੌੜਦਾ ਹੈ ਲਗਾਤਾਰ। ਵਾਹ, ਇਹ ਸਹੀ ਅਸਲ ਸੱਚੀ ਕਵਿਤਾ ਹੈ। ਮੇਰਾ ਇੱਕ ਗਾਹਕ ਹੈ ਰਾਨ, ਜਿਹਦੇ ਨਾਲ ਇਹ ਗੱਲਬਾਤ ਜਿੱਦਾਂ ਮੇਰੀ ਹੋਈ ਹੈ, ਉਹ ਉਸ ਨਾਲ ਸੰਬੰਧਿਤ ਹੈ ਇਹ ਨਜ਼ਮ। ਕੁੱਲ ਉਮਰ ਉਸ ਕਾਉਂਟੀ ਦੀ ਬੱਸ ਚਲਾਈ, ਹੁਣੇ ਪਿੱਛੇ ਜਿਹਾ ਰਿਟਾਇਰ ਹੋਇਆ ਹੈ, ਕਹਿੰਦਾ ਹੈ ਸੈਮ ਕੰਮ ਨਾਲ ਤਾਂ ਮੈਂ ਮਸਾਂ ਹੀ ਸਿਉ ਸਕਿਆ ਸਾਂ ਪਰਿਵਾਰ ਦੇ ਲੰਗਾਰ, ਬਸ ਆਹ ਲਾਟਰੀ ਹੀ ਮੇਰਾ ਅਮਰੀਕੀ ਸੁਪਨਾ ਹੈ। ਮੈਂ ਹੈਰਾਨ ਹਾਂ ਕਿਹੋ ਜਿਹਾ ਹੈ ਇਹ ਅਮਰੀਕੀ ਸੁਪਨਾ, ਜੋ ਦੁਨੀਆ ਦੇ ਹਰ ਖਿੱਤੇ 'ਚ ਜੰਗ ਛੇੜ ਕੇ ਵੀ ਆਦਮੀ ਦੀ ਕੀਮਤ ਇੱਕ ਲਾਟਰੀ ਮਿਥਦਾ ਹੈ। ਕਿਆ ਬਾਤ। ਪਰੇਸ਼ਾਨ ਹਾਂ ਮੈਂ ਭਾਸ਼ਾ ਵਿੱਚੋਂ, ਮੈਂ ਕਿਸ ਤਰ੍ਹਾਂ ਦਾ ਛੰਦ ਲੱਭਾਂ ਜੋ ਇਸ ਦੇ ਮੇਚ 'ਚ ਆ ਸਕੇ। ਮੁਹਾਵਰਿਆਂ ਦੀਆਂ ਗਲੀਆਂ 'ਚ ਮੈਂ ਭਟਕਦਾ ਹਾਂ, ਵਾਕਾਂ ਨੂੰ ਲੈਅ 'ਚ ਬੰਨ੍ਹਦਾ ਹਾਂ, ਪਰ ਕਿਤਿਓਂ ਵੀ ਮਿਲਦੀ ਨਹੀਂ ਇਹਦੇ ਸੁਪਨੇ ਦੇ ਮੇਚ ਦੀ ਬੋਲੀ।
ਕਾਸ਼ ਮੈਂ ਭਾਸ਼ਾ ਨੂੰ ਤੋੜ ਕੇ ਗੁੰਨ ਕੇ ਇਹਦੇ ਸੁਪਨੇ ਦੀ ਹਾਣ ਵੀ ਕਰ ਸਕਦਾ। ਕਾਸ਼ ਮੈਂ ਭਾਸ਼ਾ 'ਚ ਨਵੇਂ ਬਿੰਬ ਸਿਰਜ ਸਕਦਾ ਉਹਦੇ ਕੂਲੇ ਜਾਂ ਸੁਪਨੇ ਦੀ ਵਿਆਕਰਨ ਲੱਭਣ ਲਈ। ਪਰ ਹਾਏ, ਇਹ ਕੰਮ ਦੀ ਘੀਸੀ 'ਚ ਲਿਬੜੇ ਮੇਰੇ ਸ਼ਬਦ ਸਿਰਫ ਬਦਬੂ ਖਿਲਾਉਂਦੇ ਹਨ ਤੇ ਮੇਰੀ ਮਿੱਟੀ ਉਡਾਉਂਦੇ ਹਨ। ਬਹੁਤ ਅੱਛਾ। ਕਿਆ ਬਾਤ, ਬਹੁਤ ਵਧੀਆ ਜੀ, ਬਹੁਤ ਵਧੀਆ। ਸੱਚਮੁੱਚ ਤੁਸੀਂ ਬਹੁਤ ਕੁਝ ਅਮਰੀਕਾ ਦੀ ਮਾਨਸਿਕਤਾ ਤੇ ਅਮਰੀਕਾ ਦੇ ਵਿੱਚ ਵਸਦੇ ਸਾਡੇ ਆਪਣਿਆਂ ਦੀ ਮਾਨਸਿਕਤਾ ਤੇ ਬਹੁਤ ਗੱਲਾਂ ਕੀਤੀਆਂ ਨੇ। ਬਹੁਤ ਅਰਥ ਸਮਝ ਆਉਂਦੇ ਨੇ ਤੁਹਾਡੀ ਕਵਿਤਾ ਦੇ ਵਿੱਚੋਂ। ਆਪਾਂ ਅੱਗੇ ਤੁਰਦੇ ਹਾਂ ਥੋੜਾ ਜਿਹਾ। ਤੁਸੀਂ ਇਸ ਕਵਿਤਾ ਦੇ ਵਿੱਚ ਜਿਹੜੀ ਇੱਕ ਗੱਲ ਟੱਚ ਕੀਤੀ ਹੈ, ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਵੀ ਹੈ ਨਾਲ। ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਇੱਕ ਪਾਸੇ ਤਾਂ ਚਲੋ ਕਾਲਿਆਂ ਦੇ ਨਾਲ ਸਾਰਾ ਕੁਝ ਵਾਪਰ ਹੀ ਰਿਹਾ, ਕਿ ਸਾਡੇ ਜਿਹੜੇ ਏਸ਼ੀਅਨ ਲੋਕ ਨੇ ਜਾਂ ਇੰਡੀਅਨ ਲੋਕ ਨੇ ਜਾਂ ਪੰਜਾਬੀ ਲੋਕ ਨੇ, ਕਿਉਂਕਿ ਅਸੀਂ ਵੀ ਲੰਮਾ ਸਮਾਂ ਕਾਲਿਆਂ ਦੀ ਮਾਨਸਿਕਤਾ ਹੰਢਾਈ ਹੈ। ਅੰਗਰੇਜ਼ਾਂ ਵੇਲੇ ਖਾਸ ਤੌਰ ਤੇ ਸਾਨੂੰ ਮਤਲਬ ਕਾਲਿਆਂ ਵਾਲੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਹੁਣ ਉੱਥੇ ਕੀ ਸਥਿਤੀ ਹੈ ਪ੍ਰਵਾਸੀਆਂ ਦੀ, ਖਾਸ ਤੌਰ ਤੇ ਏਸ਼ੀਅਨ ਜਾਂ ਇੰਡੀਅਨ ਲੋਕਾਂ ਦੀ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਗੱਲ ਹੈ ਕਿ ਆਮ ਏਸ਼ੀਅਨ ਅਮਰੀਕਾ, ਕਿਉਂਕਿ ਇੱਕ ਨਾ ਸਭ ਤੋਂ ਪਹਿਲੀ ਗੱਲ ਇਹ ਬਹੁਲਤਾਵਾਂ ਦਾ ਦੇਸ਼ ਹੈ ਜੀ। ਬਹੁਤ ਲੰਬੀਆਂ ਧਰਤੀਆਂ ਨੇ ਇਹਦੀਆਂ, ਮਤਲਬ ਇਹਨੂੰ ਕੱਛਣ ਲਈ ਵੀ ਤੁਹਾਨੂੰ ਸਾਲ ਚਾਹੀਦਾ ਹੈ ਪੂਰੇ ਅਮਰੀਕਾ ਨੂੰ। ਜੇ ਕਿਸੇ ਨੇ ਦੇਖੀ ਹੋਵੇ ਕਿਤਾਬ ਟਰੈਵਲਸ ਵਿਦ ਚਾਰਲੀ, ਉਹਦੀ ਆਪਣੇ ਦੀ ਕਿਤਾਬ, ਤਾਂ ਉਹ ਸਮਝ ਸਕਦਾ ਹੈ ਲੇਖਕ ਵੀ ਕੀ ਹਾਲਤ ਹੋਈ ਹੋਊਗੀ ਬੰਦੇ ਦੀ, ਕਿਉਂਕਿ ਇੰਨਾ ਵੱਡਾ ਹੈ। ਤੇ ਸਾਡੇ ਭੂਗੋਲਿਕ ਤੌਰ ਤੇ ਲੋਕ ਇੱਕ ਦੂਜੇ ਨੂੰ ਬਹੁਤ ਦੂਰੀ ਤੇ ਰਹਿੰਦੇ ਨੇ, ਪਹਿਲੀ ਗੱਲ। ਦੂਜੀ ਗੱਲ ਕਿ ਜਿਹੜਾ ਬੰਦਾ ਇੱਥੇ ਅੱਪੜਦਾ ਹੈ ਨਾ, ਉਹ ਬਸ ਆਪਦੇ ਪਰਿਵਾਰ ਦੇ ਲੰਗਾਰ ਹੀ ਸੀਣ ਆਉਂਦਾ ਹੈ। ਉਹ ਕੋਈ ਸਾਡੇ ਬੱਚੇ ਜਿਹੜੇ ਨੇ, ਜਿਹੜੇ ਇੱਥੇ ਪੈਦਾ ਹੋਏ ਨੇ, ਜਿੱਦਾਂ ਮੇਰੇ ਪੋਤੇ ਹੈ ਜਾਂ ਮਤਲਬ ਮੇਰੀ ਬੇਟੀ ਹੈ, ਉਹ ਇੱਥੇ ਪੈਦਾ ਹੋਈ ਹੈ, ਉਹ ਸਾਰੇ ਸੋਚਦੇ ਨੇ ਇਹਨਾਂ ਗੱਲਾਂ ਬਾਰੇ, ਔਰ ਜਿੰਨੀ ਕੁ ਹੋ ਸਕਦਾ ਹੈ ਉਹਨਾਂ ਕਹੋ, ਪਰ ਉਹ ਸਾਡੇ ਵਾਂਗੂ ਨਹੀਂ ਸੋਚਦੇ ਜੀਵਨ ਬਾਰੇ। ਉਹਨਾਂ ਦੀ ਜਿਹੜੀ ਸੋਚ ਹੈ, ਸਭ ਤੋਂ ਪਹਿਲੀ ਗੱਲ ਤਾਂ ਇਹੀ ਸਾਡੇ 'ਚ ਫਰਕ ਹੈ ਕਿ ਇੱਥੋਂ ਦੇ ਜਿਹੜੇ ਬੱਚੇ ਨੇ, ਚਾਹੇ ਕੁਛ ਹੋ ਜਾਏ, ਕਦੇ ਝੂਠ ਨਹੀਂ ਬੋਲਣਗੇ। ਮੇਰੇ ਤੋਂ ਲੱਖ ਬੁਲਾ ਲਓ, ਮੇਰੀ ਮਾਨਸਿਕਤਾ ਦਾ ਹਿੱਸਾ ਹੈ। ਨਹੀਂ, ਸੱਚੀ ਗੱਲ ਹੈ, ਮੈਂ ਸੱਚ ਕਹਿਣਾ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਘਟਨਾ ਸੁਣਾਉਣਾ, ਹੈ ਤੇ ਬੜੀ ਮਤਲਬ ਅਜੀਬ, ਪਰ ਮੈਂ ਤੁਹਾਨੂੰ ਦੱਸਦਾ। ਸਾਡੇ ਬਚਪਨ ਤੋਂ ਹੀ ਇੱਥੇ ਇਹ ਸਿਖਾਇਆ ਜਾਂਦਾ ਵੀ ਬੱਚਾ ਕਿੱਦਾਂ ਪੈਦਾ ਹੁੰਦਾ ਹੈ। ਤੇ ਮੇਰਾ ਪੋਤਾ ਆਪਦੀ ਮਾਂ ਨੂੰ ਪੁੱਛਦਾ ਵੀ ਮੰਮੀ ਮੈਂ ਏਦਾਂ ਹੋਮਵਰਕ ਲਿਖਣਾ, ਮੈਨੂੰ ਦੱਸ ਵੀ ਕਿਵੇਂ ਆ। ਉਹ ਕਹਿੰਦੀ ਆਪਦੇ ਦਾਦੇ ਨੂੰ ਪੁੱਛ ਲਾ। ਉਹ ਸੰਗ ਗਈ ਹੈ ਨਾ, ਕਿਉਂਕਿ ਸਾਡੇ ਸੰਸਕਾਰ ਨੇ। ਉਹ ਮੇਰੇ ਕੋਲ ਆ, ਮੈਂ ਉਹਨੂੰ ਕਿਹਾ ਅਸੀਂ ਏਦਾਂ ਪ੍ਰੇਅਰ ਕਰਦੇ ਹਾਂ ਤੇ ਅਸੀਂ ਮੁੜ ਕੇ ਗੁਰਦੁਆਰੇ ਜਾਈਦਾ, ਫਿਰ ਬਾਬਾ ਜੀ ਸਾਨੂੰ ਦੇ ਦਿੰਦਾ। ਕਹਿੰਦਾ ਗ੍ਰੈਂਡਪਾ ਯੂ ਗॉडडैम ਲਾਇਰ, ਦੈਟਸ ਨਾਟ ਟਰੂ। ਇਹ ਮਤਲਬ ਕਿ ਇੱਕ 7-8 ਸਾਲ ਦਾ ਬੱਚਾ ਮੈਨੂੰ ਇਹ ਕਹਿ ਰਿਹਾ, ਮੇਰਾ ਗ੍ਰੈਂਡਸਨ, ਗ੍ਰੈਂਡਪਾ ਦੈਟਸ ਨਾਟ ਟਰੂ। ਮਤਲਬ ਕਹਿੰਦਾ ਵੀ ਇਸ ਤਰ੍ਹਾਂ ਵੀ ਕੁਦਰਤ ਨੇ ਆਪੋਜਿਟ ਸੈਕਸ ਬਣਾਇਆ ਹੈਗਾ, ਉਹ ਆਪਸ ਵਿੱਚ ਮੇਟ ਕਰਦੇ ਨੇ ਤੇ ਏਦਾਂ ਬੱਚੇ। ਸੋ ਪਹਿਲੀ ਗੱਲ ਕਿ ਇੱਥੋਂ ਦੇ ਜਿਹੜੇ ਬੱਚੇ ਨੇ ਜਾਂ ਆਮ ਅਮਰੀਕੀ ਜਿਹੜਾ, ਉਹ ਝੂਠ ਨਹੀਂ ਬੋਲ ਸਕਦਾ। ਉਹਨਾਂ ਦੀ ਜੀਵਨ ਸ਼ੈਲੀ ਇਹੋ ਜਿਹੀ ਹੈ, ਠੀਕ। ਬਾਕੀ ਜਿਹੜੇ ਸਾਡੇ ਬੰਦੇ ਨੇ, ਸ਼ੁਰੂ ਦੇ ਵਿੱਚ ਅਸੀਂ ਥੋੜਾ ਜਿਹਾ, ਜਿੰਨਾ ਚਿਰ ਪਾਸ਼ ਇੱਥੇ ਰਿਹਾ ਆ, ਅਸੀਂ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਸੀ। ਵਿਰੋਧ ਤਾਂ ਹੈ, ਐਸੀ ਗੱਲ ਨਹੀਂ। ਇੱਥੇ ਤੁਸੀਂ ਹੈਰਾਨ ਹੋਵੋਗੇ, ਅਮਰੀਕੀ ਕਮਿਊਨਿਸਟ ਪਾਰਟੀ ਵੀ ਹੈ, ਔਰ ਜਿਹੜੀ ਬੜੀ ਸਰਗਰਮ ਸਿਆਸਤ ਦੇ ਵਿੱਚ, ਪਰ ਉਹ ਸਿਰਫ 0.5% ਹਿੱਸਾ ਆ ਕੁੱਲ ਅਮਰੀਕਾ ਦੀ ਜਨਸੰਖਿਆ ਦਾ। ਜੀ। ਔਰ ਇੱਥੇ ਕਿਉਂਕਿ CID ਤੰਤਰ ਏਡਾ ਵੱਡਾ ਹੈ ਕਿ ਉਹ ਹਰ ਬੰਦੇ ਦੀ ਮਤਲਬ ਰੱਖਦੇ ਨੇ ਵੀ ਇਹ ਕਿਹੜੀ ਵਿਚਾਰਧਾਰਾ ਦਾ ਬੰਦਾ ਆ ਜੋ ਮੈਂ ਹੁਣ ਗੱਲਬਾਤ ਕਰ ਰਿਹਾ, ਇਹਦੀ ਵੀ ਰਿਕਾਰਡਿੰਗ ਉਹਨਾਂ ਤੱਕ ਅੱਪੜ ਜਾਏਗੀ ਕਿਸੇ ਦਿਨ। ਪਰ ਇੱਥੇ ਤੁਹਾਨੂੰ ਇੰਨੀ ਕੁ ਆਜ਼ਾਦੀ ਹੈ, ਇੰਡੀਆ ਵਾਂਗੂ ਨਹੀਂ ਕਿ ਤੁਸੀਂ ਵਰਵਰਾ ਰਾਓ ਵਾਂਗੂ ਤੁਸੀਂ ਥੋੜੀ ਜਿਹੀ ਕਵਿਤਾ ਬੋਲੋ ਤੇ ਤੁਹਾਨੂੰ ਫੜ ਕੇ ਅੰਦਰ ਦੇ ਦਿੱਤਾ ਜਾਵੇ। ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਉਹ ਕਹਿੰਦੇ ਭੌਂਕਦੇ ਰਹੋ, ਕੋਈ ਗੱਲ ਨਹੀਂ, ਜਿੰਨੇ ਚਿਰ ਤੱਕ ਤੁਸੀਂ ਐਕਸ਼ਨ 'ਚ ਨਹੀਂ ਆਉਂਦੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਜੋ ਮਰਜ਼ੀ ਕਹਿੰਦੇ ਬੋਲਦੇ ਰਹੋ। ਮਤਲਬ ਇੱਕ ਜਦੋਂ ਪਾਸ਼ ਦੀ ਨਾ ਇੱਕ ਅਣਲਿਖੀ ਨਜ਼ਮ ਹੈ ਮੇਰੇ ਕੋਲ ਪਈ, ਮੈਂ ਸੋਚਿਆ ਸੀ ਇਹ ਛਪਾ ਦੇਵਾਂ, ਫਿਰ ਧੀਦੋ ਕਹਿਣ ਲੱਗਾ ਰਹਿਣ ਦੇ, ਕਿਉਂਕਿ ਅੱਧੀ ਆ ਹਲੇ ਅਧੂਰੀ, ਹਨਾ। ਉਹ ਕਹਿੰਦਾ ਕਿ ਮੈਂ ਆਜ਼ਾਦ ਹਾਂ ਕੁਝ ਵੀ ਬਕਣ ਲਈ, ਜਿੰਨਾ ਚਿਰ ਤੱਕ ਤੁਸੀਂ ਆਪਣੇ ਸ਼ਬਦਾਂ ਨੂੰ ਐਟਮ 'ਚ ਨਹੀਂ ਗੁੰਨਦੇ, ਮੈਂ ਉਹਨਾਂ ਚਿਰ ਤੱਕ ਤੁਹਾਨੂੰ ਆਜ਼ਾਦ ਹੀ ਰਹਿਣ ਦਿੰਦਾ। ਇਹ ਨਜ਼ਮ ਸੀ ਉਹਦੀ। ਜੀ ਤੁਸੀਂ ਜੋ ਮਰਜ਼ੀ ਬੋਲਦੇ ਰਹੋ ਅਮਰੀਕਾ ਦੇ ਖਿਲਾਫ, ਤੁਹਾਨੂੰ ਕਦੀ ਕੁਛ ਨਹੀਂ ਕਹਿੰਦਾ, ਜਿੰਨੀਆਂ ਮਰਜ਼ੀ ਕਿਤਾਬਾਂ ਛਪਦੀਆਂ ਰਹਿਣ,
ਜਿੰਨਾ ਚਿਰ ਤੱਕ ਤੁਸੀਂ ਅਮਰੀਕਾ ਦੀ ਜਿਹੜੀ ਸ਼ਾਹਰਾਗ ਹੈ ਉਹਦੇ ਉੱਤੇ ਨਹੀਂ ਅੱਪੜਦੇ, ਉਹਨਾਂ ਚਿਰ ਤੱਕ ਤੁਹਾਨੂੰ ਕੋਈ ਨਹੀਂ ਪੁੱਛਦਾ। ਜੀ ਜੀ ਕੰਬੋਜ ਸਰ, ਇੱਥੇ ਬੋਲਣ ਦੀ ਆਜ਼ਾਦੀ ਹੈ। ਜਿਹੜਾ ਇਹ ਕਹਿੰਦਾ ਕਿ ਨਹੀਂ ਹੈ, ਉਹ ਮੇਰੇ ਨਾਲ ਆ ਕੇ ਗੱਲ ਕਰੇ, ਮੈਂ ਉਹਨੂੰ ਸਿੱਧੀ ਬਹਿਸ ਗੱਲ ਕਰਨ ਨੂੰ ਤਿਆਰ ਹਾਂ। ਜੀ ਜੀ ਜੀ। ਪਰ ਇੰਡੀਆ 'ਚ ਹਾਲਤ ਹੋਰ ਨੇ ਜੀ। ਹਾਂਜੀ ਹਾਂਜੀ। ਆਪਾਂ ਇਸ ਨਸਲਵਾਦੀ ਇਸ ਲੜਾਈ ਦੇ ਵਿੱਚ ਇੱਕ ਚਿਹਰਾ ਹੋਰ ਵੀ ਦੇਖਿਆ ਅਮਰੀਕਾ ਦਾ, ਉਹ ਸੀ ਕਿ ਅਮਰੀਕਾ ਦੇ ਵਿੱਚ ਗੋਰਿਆਂ ਨੇ ਵੀ ਉਵੇਂ ਹੀ ਸਪੋਰਟ ਕੀਤਾ ਕਾਲਿਆਂ ਦੇ ਇਸ ਸੰਘਰਸ਼ ਨੂੰ। ਤੇ ਇੱਕ ਹੋਰ ਚੀਜ਼ ਜਿਹੜੀ ਮੈਂ ਕੰਪੈਰੀਜ਼ਨ ਜਦੋਂ ਹਿੰਦੁਸਤਾਨ ਦੇ ਨਾਲ ਕਰਦਾ, ਕਿ ਉੱਥੋਂ ਦੀ ਪੁਲਿਸ ਨੇ, ਭਾਵੇਂ ਪੁਲਿਸ ਨੇ ਸਾਰਾ ਕੁਝ ਕੀਤਾ, ਜਰਜ ਫਲਾਇਡ ਨੂੰ ਮਾਰਿਆ ਵੀ, ਪਰ ਪੁਲਿਸ ਦੇ ਵਿੱਚ ਵੀ ਬਹੁਤ ਥਾਵਾਂ ਤੇ ਇਹੋ ਜਿਹੇ ਦ੍ਰਿਸ਼ ਦੇਖੇ ਗਏ ਜਿਹੜੇ ਦ੍ਰਿਸ਼ਾਂ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ, ਕਿ ਪੁਲਿਸ ਇੱਕ ਥਾਂ ਤੇ ਬਹਿ ਕੇ ਉਹਨਾਂ ਦੇ ਪੈਰ ਧੋ ਰਹੀ ਹੈ, ਪੁਲਿਸ ਇੱਕ ਥਾਂ ਤੇ ਜਾ ਕੇ ਉਹਨਾਂ ਨਾਲ ਗੱਲ ਕਰ ਰਹੀ ਹੈ। ਹਿੰਦੁਸਤਾਨ ਦੇ ਵਿੱਚ ਇਹ ਗੱਲ ਘੱਟੋ ਘੱਟ ਸੰਭਵ ਨਹੀਂ ਹੁੰਦੀ ਹੈਗੀ। ਇੱਥੇ ਪੁਲਿਸ ਮਤਲਬ ਆਪਣੇ ਤਰੀਕੇ ਨਾਲ ਹੀ ਕੰਮ ਕਰਦੀ ਹੈ। ਇਹ ਵੱਖਰੀ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ, ਇਹਦੇ ਬਾਰੇ ਥੋੜਾ ਜਿਹਾ ਦੱਸੋ। ਜਿਆਦਾ ਤੁਹਾਡਾ ਹਿੰਦੁਸਤਾਨੀ ਪੁਲਿਸ ਨਾਲ ਵਾਹ ਨਹੀਂ ਪਿਆ ਜੀ, ਤਾਂ ਜਾਂ ਫਿਰ ਤੁਸੀਂ ਹਿੰਦੁਸਤਾਨੀ ਪੁਲਿਸ ਨੂੰ ਜਾਣਦੇ ਨਹੀਂ। ਮਹਾਰਾਜ, ਸਾਡਾ ਪਿਆ ਹੋਇਆ, ਤੁਸੀਂ ਜਾਣ ਨਹੀਂ ਸਕਦੇ ਕਿ ਪੁਲਿਸ ਕੀ ਕੀ ਕਰਦੀ ਹੈ। ਬਿਲਕੁਲ ਬਿਲਕੁਲ, ਸਮਝੇ ਨਹੀਂ? ਜਿਨ੍ਹਾਂ ਦਾ ਪਿਆ ਹੈਗਾ, ਹਾਂ, ਇਹ ਅਭੀ ਵਿਆਪਕ ਪੱਧਰ ਤੇ ਜਿੱਦਾਂ ਇਹਨਾਂ ਨੇ ਦਿਖਾਇਆ ਇੱਥੇ ਅਮਰੀਕਾ ਦੇ ਵਿੱਚ, ਸਾਡੇ ਵੀ ਹੁੰਦਾ, ਪਰ ਉਹ ਥੋੜਾ ਜਿਹਾ ਲੁਕਵੇਂ ਢੰਗ ਨਾਲ ਹੁੰਦਾ ਜਾਂ ਹੋਰ ਤਰ੍ਹਾਂ ਨਾਲ ਹੁੰਦਾ ਜੀ, ਸਮਝੇ ਨਹੀਂ? ਸੋ ਇੱਥੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਅਚਾਨਕ ਨਹੀਂ ਹੈ, ਅਸਲ ਦੇ ਵਿੱਚ ਇਹ ਸਾਰਾ ਰੌਲਾ ਭਾਈ ਸਾਹਿਬ ਆਰਥਿਕਤਾ ਦਾ ਆ। ਗੋਰਿਆਂ ਦੇ ਵਿੱਚ ਵੀ ਕਈ ਤਬਕੇ ਨੇ ਜਿਹੜੇ ਬਹੁਤ ਗਰੀਬ ਨੇ ਵਿਚਾਰੇ। ਤੁਸੀਂ ਸੜਕਾਂ ਤੇ ਭੀਖ ਮੰਗਦੇ ਦੇਖੋਗੇ ਉਹਨਾਂ ਨੂੰ, ਹਨਾ? ਪਰ ਜਿਹੜਾ ਇੱਕ ਵਾਈਟ, ਜਿਹਨੂੰ ਆਪਾਂ ਕਹਿ ਦਿੰਦੇ ਨਾ ਚਿੱਟਾ ਹੰਕਾਰ, ਵਾਈਟ ਸੁਪਰੀਮੇਸੀ ਦਾ, ਉਹ ਉਹਨਾਂ ਦੇ ਅੰਦਰੋਂ ਨਹੀਂ ਜਾਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਉੱਥੇ ਮੇਰੇ ਸਟੋਰ ਦੇ ਬਾਹਰ 2-4 ਬੰਦੇ ਜਿੱਦਾਂ ਨਾ ਭੀਖ ਭੂਖ ਮੰਗਣ ਆਉਂਦੇ ਨੇ, ਤੇ ਮੈਂ ਉਹਨਾਂ ਨੂੰ ਭਜਾ ਦਿੰਦਾ। ਉਹਨਾਂ 'ਚ ਇੱਕ ਬਿਲਕੁਲ ਜੰਗ ਜਿਹਾ ਬੱਚਾ ਆਇਆ ਗੋਰਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਯਾਰ, ਤੂੰ ਸਿਆਣਾ ਬੱਚਾ, ਇਹਨਾਂ ਨੇ ਤਾਂ ਮੈਂ ਕਿਹਾ ਨਹੀਂ ਹਟਣਾ ਡਰੱਗਾਂ ਤੋਂ, ਤੇ ਤੂੰ, ਮੈਂ ਕਿਹਾ ਜੇ ਤੂੰ ਹਟੇ ਤੇ ਮੈਂ ਤੈਨੂੰ ਆਪਦੇ ਇੱਥੇ ਕੰਮ ਤੇ ਰੱਖ ਲੈਣਾ। ਉਹ ਮੈਨੂੰ ਕਹਿੰਦਾ, ਅਸੀਂ ਕੰਮ ਕਰਨ ਲਈ ਥੋੜੀ ਆਏ ਆ ਇਸ ਧਰਤੀ ਤੇ ਪੈਦਾ। ਕਹਿੰਦਾ, ਵੀ ਆਰ ਦ ਕਿੰਗਸ, ਗॉडडैम ਸੈਮ, ਵਾਟ ਯੂ ਥਿੰਕ ਯੂ ਆਰ? ਯੂ ਆਰ ਜਸਟ ਅ ਡੇ ਲੇਬਰਰ ਸਿਟਿੰਗ ਹੀਅਰ ਇਨ ਦ ਯੂਨਾਈਟਡ ਸਟੇਟਸ। ਕਹਿੰਦਾ, ਅਸੀਂ ਕੰਮ ਥੋੜੀ ਕਰਨ ਲਈ ਪੈਦਾ ਹੋਏ ਆ, ਅਸੀਂ ਤਾਂ ਕਹਿੰਦਾ ਰਾਜ ਕਰਨ ਲਈ ਪੈਦਾ ਹੋਏ ਆ ਦੁਨੀਆ ਦੇ। ਤੇ ਮੈਂ ਕਿਹਾ, ਫਿਰ ਇੱਥੋਂ ਮੰਗਦਾ ਕਿਉਂ? ਕਹਿੰਦਾ, ਇਫ ਯੂ ਡੋਨਟ ਵਾਂਟ ਟੂ ਗਿਵ, ਡੋਨਟ। ਆਈ ਡੋਨਟ ਗਿਵ ਅ ਡੈਮ, ਯੂ ਗॉडडैम, ਗੈਟ ਦ ਫੱਕ ਆਊਟ ਆਫ ਮਾਈ ਫੇਸ। ਮੈਨੂੰ ਕਹਿੰਦਾ, ਇਹ ਹਾਲਤ ਹੈ, ਇਹ ਮਾਨਸਿਕਤਾ ਆ ਕਿ ਇੱਕ ਬੰਨੇ ਇੱਕ ਸਿਗਰਟ ਖਰੀਦਣ ਲਈ ਉਹਦੇ ਕੋਲ 4 ਆਨੇ ਨਹੀਂ, ਉਹਦੀ ਜੇਬ 'ਚ ਕੁਆਟਰ ਜੀ, ਔਰ ਦੂਜੇ ਬੰਨੇ ਮੈਨੂੰ ਧਮਕੀ ਦੇ ਰਿਹਾ ਜਿਹੜਾ ਕਿ ਉਹਦੀ ਹੈਲਪ ਕਰਨੀ ਚਾਹੁੰਦਾ ਸੀਗਾ। ਜੀ ਜੀ ਜੀ। ਇਹ ਜਾਨੀ ਇਸ ਮਾਨਸਿਕਤਾ ਨੂੰ ਤੁਸੀਂ ਕਿੱਦਾਂ ਬਿਆਨ ਕਰੋਗੇ ਆਪਣੀਆਂ ਕਵਿਤਾਵਾਂ ਦੇ ਵਿੱਚ, ਆਪਣੇ ਸਾਹਿਤ ਦੇ ਵਿੱਚ? ਸੋ ਬੰਦਿਆਂ ਦੀਆਂ ਹਾਲਤਾਂ ਵਾਕਿਆ ਹੀ ਇੱਥੇ ਆਮ ਬੰਦੇ ਦੀ ਜਿਹੜੀ ਹਾਲਤ ਹੈ, ਉਹ ਜਿਹੜੇ ਆਰਥਿਕ ਵਿਰੋਧ ਨੇ ਉਹੀ ਪ੍ਰਗਟ ਹੋ ਕੇ ਤੇ ਕਾਲਿਆਂ ਦੇ ਵਿੱਚ ਨਾਲ ਇੱਥੇ ਆਇਆ। ਔਰ ਤੁਸੀਂ ਦੇਖੋ, ਭੀੜਾਂ ਦੇ ਵਿੱਚ ਸਿਰਫ ਕਾਲੇ ਨਹੀਂ ਲੁੱਟਣ ਡਿਆ, ਚਿੱਟੇ ਵੀ ਲੁੱਟਣ ਡਿਆ ਨੇ, ਦੂਜੀਆਂ ਕੌਮੀਅਤਾਂ ਵੀ ਲੁੱਟਣ ਡਈਆਂ ਨੇ। ਸਿਰਫ ਇਹਨਾਂ ਨੇ, ਮੈਂ ਤੇ ਕਹੂੰਗੀ ਇੱਥੇ ਮੇਰੇ ਸ਼ਹਿਰ ਦੇ ਲਾਗੇ ਹੋਇਆ ਸਾਰਾ ਕੁਝ, ਤੇ ਦੇਖਿਆ ਸਾਰਾ, ਪੁੱਛਿਆ ਵੀ ਹੈ ਲੋਕਾਂ ਤੋਂ। ਇਸ ਕਰਕੇ ਕਿਉਂਕਿ ਜਿਹੜਾ ਆਰਥਿਕ ਸੰਕਟ ਹੈ ਉਹ ਬਹੁਤ ਡੂੰਘਾ ਹੋ ਚੁੱਕਾ ਹੈ। ਜਿੰਨੇ ਕੁ ਅਮਰੀਕਾ ਪੈਸੇ ਦਿੰਦਾ ਆ ਤੁਹਾਨੂੰ, ਉਹਦੇ ਨਾਲ ਤੁਸੀਂ ਬੇਅਰ ਮਿਨੀਮਮ ਜ਼ਿੰਦਗੀ ਜੀਉ ਸਕਦੇ ਜੇ, ਸਮਝੇ ਨਹੀਂ? ਸੋ ਇਹ ਸਭ ਆਰਥਿਕ ਵਿਰੋਧਾਂ ਦੀ ਜਿਹੜੀ ਖਿੱਚੋਤਾਣ ਸੀਗੀ, ਉਹਦੇ ਵਿੱਚੋਂ ਪੈਦਾ ਹੋ ਕੇ ਇਹਨੇ ਜਿਹੜੀ ਲੋਕਲ ਇਹ ਮਸਲਾ ਸੀਗਾ, ਉਹਨੂੰ ਅੱਗੇ ਮਤਲਬ ਸਾਰਾ ਕੁਝ ਉੱਠ ਕੇ ਆਇਆ ਤੇ ਲੋਕਾਂ ਨੇ ਇਹਦਾ ਵਿਰੋਧ ਕੀਤਾ। ਜੀ ਜੀ ਜੀ। ਸਾਡੇ ਭਾਰਤੀ ਜਿਹੜੇ ਨੇ ਉਹ ਬਿਲਕੁਲ ਕਿਸੇ ਦੇ ਨਾਲ, ਮਤਲਬ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਉਹਨਾਂ ਨੂੰ ਕਿਹਾ, ਇੱਕ ਦੋ ਇੱਥੇ ਮੈਂ ਗੁਰਦੁਆਰੇ ਗਿਆ, ਮੈਂ ਉਹਨਾਂ ਨੂੰ ਕਿਹਾ, ਵੈਸੇ ਇਕੱਠੇ ਸੀਗੇ 5-7 ਬੰਦੇ, ਤੇ ਤੁਸੀਂ ਹੈਰਾਨ ਹੋਵੋਗੇ ਸਾਡੇ ਇੱਥੇ ਜਾਤ ਬਰਾਦਰੀ ਨਾਲ ਸੰਬੰਧ ਹਾਲੇ ਵੀ ਇੱਥੇ ਗੁਰਦੁਆਰੇ ਨੇ। ਮਹਾਰਾਜ, ਕਿਆ ਬਾਤ ਹੈ। ਹਾਂ, ਜੱਟਾਂ ਦਾ ਵੱਡਾ ਜੀ। ਹਾਂ, ਬਿਲਕੁਲ ਸਹੀ ਗੱਲ ਹੈ ਇਹ ਜੀ। ਅਸੀਂ ਨਹੀਂ ਆਪਦਾ ਪੰਜਾਬੀਪੁਣਾ ਛੱਡਦੇ ਬਿਲਕੁਲ ਵੀ। ਸਾਡੇ ਇੱਥੇ ਪਹਿਲਾਂ ਸ਼ੁਰੂ ਤੋਂ ਇੱਕ ਗੁਰਦੁਆਰਾ ਸੀ ਜੀ। ਮੈਨੂੰ ਫੰਡ ਲੈਣ ਆਏ, ਮੈਂ ਕਿਹਾ, ਤੁਸੀਂ ਇੱਕ ਗੁਰਦੁਆਰਾ ਆਪਣੇ ਕੋਲ ਲਾਓ, ਚਮਾਰਾਂ ਦਾ ਗੁਰਦੁਆਰਾ, ਕਹਿੰਦੇ। ਇਹ ਹਾਲਤ ਹੈ ਸਾਡੀ ਮਾਨਸਿਕਤਾ ਦੀ ਮਹਾਰਾਜ। ਮੈਨੂੰ ਰੋਣਾ ਵੀ ਆਇਆ, ਦੁੱਖ ਵੀ ਆਇਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ, ਆਪਾਂ ਇੱਥੇ ਆ ਕੇ ਵੀ ਉੱਥੇ ਜਿਹੜਾ ਮਤਲਬ ਬਾਬਾ ਬੈਠਾ ਹੈ ਉਹ ਵੀ ਉਹੀ ਹੈ, ਤੁਸੀਂ ਮੈਂ ਕਿਹਾ ਐਂ ਕਰ, ਨਹੀਂ 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 ਨਹੀਂ, ਇਹ ਕਹਿੰਦਾ ਕਿਸੇ ਨੂੰ ਹੋਰ ਅੱਗੇ ਨਹੀਂ ਆਉਣ ਦਿੰਦੇ ਇਹ ਚਮਾਰਵਾੜੀ, ਕਹਿੰਦਾ। ਦੱਸੋ। ਮੈਂ ਨਾ ਮਤਲਬ ਪਰੇਸ਼ਾਨ ਆ, ਮਤਲਬ ਬਹੁਤ ਜ਼ਿਆਦਾ, ਜਿਹੜੇ ਇਸ ਤਰ੍ਹਾਂ ਦੇ, ਮਤਲਬ ਮੈਨੂੰ ਕਈ ਦਿਨ ਮੈਂ ਪਰੇਸ਼ਾਨ ਰਿਹਾ। ਮੈਂ ਕਿਹਾ ਯਾਰ, ਅਸੀਂ ਕਿੱਥੇ ਆ ਕੇ ਬੈਠੇ ਹਾਂ ਦੁਨੀਆ ਦੇ ਵਿੱਚ, ਔਰ ਸਾਡੀ ਜਿਹੜੀ ਸੋਚ ਹੈ ਉਹ ਕੀ ਹੈ। ਔਰ ਇਹ ਪੜ੍ਹੇ ਲਿਖੇ ਨੇ ਜਿਹੜੇ, ਕਈ ਮਾਸਟਰ ਨੇ, ਕਈ ਪ੍ਰਿੰਸੀਪਲ ਰਿਟਾਇਰ ਹੋ ਕੇ ਆਏ ਨੇ, ਇਹ ਹਾਲਤ ਹੈ ਉਹਨਾਂ
ਜੀ ਜੀ ਕੋਈ ਕਵਿਤਾ ਹੋਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ? ਹਾਂਜੀ ਹਾਂਜੀ, ਇੱਕ ਮੈਂ ਕਵਿਤਾ ਹੈ ਜੀ, ਇਹਦੇ ਵਿੱਚ ਸਾਰੇ ਅਮਰੀਕੀ ਮਤਲਬ ਜਿਹੜਾ ਹੈ ਸਾਮਰਾਜ ਦੀ ਜਿਹੜੀ ਇੱਕ ਵੈਟਰਨ ਦਾ ਹਲਫੀਆ ਬਿਆਨ ਜੀ, ਇਹ ਨਜ਼ਮ ਦਾ ਨਾਂ ਹੈ ਜੀ। ਵੀ ਜਿਹੜੇ ਅਮਰੀਕਾ ਜਿਹੜਾ ਆ ਉਹ ਆਪਣੇ ਵੈਟਰਨਸ ਦਾ ਕਿਵੇਂ ਨਹੀਂ ਖਿਆਲ ਰੱਖਦਾ, ਤੇ ਉਹੀ ਫਿਰ ਅੱਗੇ ਆ ਕੇ ਕੋਈ ਰੋਬਰ ਬਣਦਾ, ਕੋਈ ਡਾਕੂ ਬਣਦਾ ਆ, ਕੋਈ ਚੋਰ ਬਣਦਾ ਆ, ਥਾਂ ਥਾਂ ਦੇ ਉੱਤੇ ਭਿੱਖ ਮੰਗੀ। ਮੈਂ ਇੱਕ ਦੋ ਬੰਦਿਆਂ ਨੂੰ ਇੱਥੇ ਪੁੱਛਿਆ, ਇਸ ਕਵਿਤਾ ਦਾ ਪਿਛੋਕੜ ਇਹ ਹੈ, ਇੱਕ ਫਿਲਿਪ ਗੋਰਾ ਸੀ, ਤੇ ਉਹ ਏਦਾਂ ਚੁਰਾਹੇ ਦੇ ਉੱਤੇ ਏਦਾਂ ਖੜ ਕੇ ਆਪਣੇ ਉਹ ਭੀਖ ਮੰਗਦਾ ਹੁੰਦਾ ਸੀ। ਇੱਕ ਦਿਨ ਮੈਂ ਉਹਨੂੰ ਪੁੱਛਿਆ, ਮੈਂ ਉਹਨਾਂ ਕੋਈ ਆਲਮੋਸਟ ਲਾਈਕ 2-3 ਘੰਟੇ ਬਿਤਾਏ, ਹਨਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕੀ ਕਰਦੇ ਹੋ ਇਸ ਪੈਸੇ ਦਾ? ਤੈਨੂੰ ਤਾਂ ਮੈਂ ਕਿਹਾ ਮਿਲਟਰੀ ਵੱਲੋਂ ਵੀ ਪੈਨਸ਼ਨ ਆਉਂਦੀ ਹੈ। ਕਹਿੰਦਾ ਮੈਂ ਸ਼ਾਮ ਨੂੰ ਰੈਗੂਲਰ ਨਸ਼ਾ ਜਿਹੜਾ ਇਹ ਤਾਂ ਕਹਿੰਦਾ ਕੁਛ ਕਰਦਾ ਨਹੀਂ, ਮਰਵਾਨਾ ਕਹਿੰਦਾ ਜ਼ਿਆਦਾ ਮਤਲਬ ਮੈਂ ਪੀਵਾਂ, ਜਿੰਨਾ ਚਿਰ ਨਾ ਪੀਵਾਂ ਤੇ ਮੇਰੀ ਹਾਲਤ ਨਹੀਂ ਸੁਧਰਦੀ। ਜਾਂ ਮੈਂ ਕਹਿੰਦਾ ਇੱਕ ਹੋਰ ਡਰੱਗ ਹੈ ਇੱਥੇ LSD, ਜਿੰਨਾ ਚਿਰ ਮੈਂ ਉਹ ਨਾ ਖਾਵਾਂ। ਕਹਿੰਦਾ, ਮੈਂ ਕਿਹਾ ਕਿਉਂ? ਕਹਿੰਦਾ ਰਾਤ ਨੂੰ, ਕਹਿੰਦਾ ਸੈਮ ਤੂੰ ਸਮਝ ਹੀ ਨਹੀਂ ਸਕਦਾ ਇਸ ਗੱਲ ਨੂੰ। ਮੈਂ ਕਿਹਾ ਕਿਉਂ? ਕਹਿੰਦਾ ਅਸੀਂ ਇੰਨੇ ਬੰਬ ਸਿੱਟੇ ਨੇ ਦੁਨੀਆ ਦੇ ਉੱਤੇ, ਤੇਰਾ ਕਿਆ ਹਾਲ ਹੈ? ਕਹਿੰਦਾ ਇਹ ਬੰਦੇ ਨੂੰ ਆਖਰ ਮੁੜ ਕੇ ਆ ਕੇ ਸਾਨੂੰ ਹੌਂਟ ਨਹੀਂ ਕਰਦੀਆਂ ਇਹ ਗੱਲਾਂ। ਕਿਆ ਬਾਤ, ਕਿਆ ਬਾਤ। ਕਹਿੰਦਾ ਸਭ ਕੁਝ ਹੌਂਟ ਕਰਦਾ ਹੈ, ਕਹਿੰਦਾ ਪਰ ਅਸੀਂ ਮਨੁੱਖ ਹੈ। ਮੈਂ ਕਹਿੰਦਾ ਮਤਲਬ ਕਿ ਮੈਂ ਛੱਡ ਨਹੀਂ ਸਕਦਾ। ਕਹਿੰਦਾ ਤੁਸੀਂ ਮੈਨੂੰ ਹਟਾਉਣ ਤੋਂ, ਕਹਿੰਦਾ ਜਿੰਨਾ ਯਤਨ ਕਰੋਗੇ, ਮੈਨੂੰ ਕਹਿੰਦਾ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਮੈਂ ਇਹ ਨਹੀਂ ਕਰਦਾ। ਸੋ ਉਸ ਹਾਲਤ ਤੋਂ ਮੈਂ ਇੱਕ ਨਜ਼ਮ ਲਿਖੀ ਹੈ, ਇੱਕ ਵੈਟਰਨ ਦਾ ਹਲਫੀਆ ਬਿਆਨ। ਜੀ ਇਰਸ਼ਾਦ। ਅਮਰੀਕਾ ਤੂੰ ਮੇਰਾ ਪਹਿਲਾ ਪਿਆਰ ਹੈ, ਇਹ ਤੇਰੀ ਹੀ ਨਿੱਘੀ ਗੋਦ ਸੀ ਜਿਸ ਨੇ ਮੈਨੂੰ ਪਿਆਰ ਵਿੱਚ ਖੇਡਣਾ ਤੇ ਨਫ਼ਰਤ ਤੇ ਥੁੱਕਣਾ ਸਿਖਾਇਆ। ਕਿ ਜਿੱਥੇ ਮੇਰਾ ਰਾਂਗਲਾ ਬਚਪਨ ਸ਼ਰਾਬੀ ਪਿਓ ਦੀਆਂ ਗਾਲਾਂ ਦੇ ਪਰਛਾਵਿਆਂ ਹੇਠ ਲੁਕਿਆ ਰਿਹਾ। ਬਸ ਇੱਕ ਮਾਂ ਹੀ ਸੀ ਜੋ 4 ਵਾਰ ਤਲਾਕ ਹੋਣ ਦੇ ਬਾਵਜੂਦ ਵੀ ਮੈਨੂੰ ਤੇ ਮੇਰੀ ਨਿੱਕੀਆਂ ਭੈਣਾਂ ਨੂੰ ਆਪਣੇ ਮੋਹ ਦੇ ਖੰਭਾਂ ਹੇਠ ਲੁਕਾਉਂਦੀ ਰਹੀ। ਇਹ ਮੇਰੀ ਮਾਤ ਭੂਮੀ ਅਤੇ ਬਾਪ ਹੱਥੋਂ ਲਗਾਤਾਰ ਮਾਰ ਖਾਣ ਦੇ ਬਾਵਜੂਦ ਮੈਂ ਉਸ ਨੂੰ ਨਫ਼ਰਤ ਨਾ ਕਰ ਸਕਿਆ। ਇਹ ਮੇਰੀ ਮਾਤ ਭੂਮੀ, ਇਸ ਵਕਤ ਮੈਂ ਤੇਰੀਆਂ ਬਹੁਲਤਾਵਾਂ ਦੀ ਧਰਤ ਨੂੰ ਮੁਖਾਤਬ ਹਾਂ। ਖਿਲਾਰ ਦਿੱਤਾ ਹੈ ਤੂੰ ਸਾਨੂੰ ਵੱਖ-ਵੱਖ ਰਾਜਾਂ ਵਿੱਚ, ਆਪਣੇ ਆਪ ਤੋਂ ਟੁੱਟੇ ਹੋਏ ਘਰਾਂ ਤੇ ਰਿਸ਼ਤਿਆਂ ਵਿੱਚ। ਅਸੀਂ ਜੋ ਤੇਰੀਆਂ ਸੰਸਾਰ ਚੌਧਰਾਂ ਲਈ ਲੜੇ, ਗੱਲ ਸੁਣਨ ਵਾਲੀ ਆ, ਅਸੀਂ ਜੋ ਤੇਰੀਆਂ ਸੰਸਾਰ ਚੌਧਰਾਂ ਲਈ ਲੜੇ, ਤੂੰ ਜੋ ਦੁਨੀਆ ਦਾ ਪੁਲਿਸ ਦਾਤਾ ਹੈ, ਕਿੱਥੇ ਹੈ ਤੂੰ ਇਸ ਵਕਤ? ਅਸੀਂ ਜੋ ਵੀਤਨਾਮ ਤੋਂ ਲੱਤਾਂ ਦੀ ਥਾਂ ਵਿਸਾਖੀਆਂ ਲੈ ਕੇ ਪਰਤੇ, ਕਿਆ ਬਾਤ ਹੈ। ਤੇ ਸਾਡੇ ਹੱਥ ਤਾਂ ਸ਼ਾਇਦ ਕੋਰੀਆ ਦੇ ਜੰਗਲਾਂ 'ਚ ਹੀ ਕਿਧਰੇ ਰਹਿ ਗਏ ਸੀ, ਜਦੋਂ ਕਿ ਤੇਰੀਆਂ ਸਵੇਰਾਂ ਮੈਕਡੋਨਲਡ ਦੇ ਗੁੰਬਦ ਉੱਪਰੋਂ ਧੁੰਦਾਂ 'ਚ ਲਿਪਟੀਆਂ ਚੱਲ ਰਹੀਆਂ ਸਨ ਡਿਜ਼ਨੀਲੈਂਡ ਵੱਲ, ਤੇ ਮੈਂ ਉਸ ਦੇ ਬਾਹਰ ਖੜਾ ਸਾਂ ਹੋਮਲੈਸਾਂ ਦੀ ਕਤਾਰ 'ਚ। ਹਵਾ ਜਦੋਂ ਕਿ ਨਾਸ਼ਤੇ ਦੀ ਗੰਧ ਨਾਲ ਸ਼ਰਸ਼ਾਰ ਪਈ ਸੀ, ਤੇ ਮੇਰੀਆਂ ਖਾਲੀ ਜੇਬਾਂ ਮੇਰੇ ਕੌਮੀ ਝੰਡੇ ਵਾਂਗ ਫੜਫੜਾ ਰਹੀਆਂ ਸਨ। ਪਰ ਸ਼ੁਕਰੀਆ ਹੈ ਤੇਰਾ ਮੇਰੀ ਮਾਤ ਭੂਮੀ, ਤੂੰ ਭੁੱਲ ਗਈ ਹੈ ਸਾਨੂੰ ਲੜਾਈ ਦੇ ਬਹਾਦਰ ਵੀਰਾਂ ਨੂੰ, ਕਿ ਸਾਡੀ ਵੀਰਤਾ ਸਿਰਫ ਕੇਵਲ ਵਾਸ਼ਿੰਗਟਨ 'ਚ ਕੰਧਾਂ 'ਚ ਉਕਰੇ ਨਾਵਾਂ ਤੱਕ ਸੀਮਤ ਹੈ। ਕਿ ਅਸੀਂ ਜਿਉਂਦੇ ਜਾਗਦੇ ਮਨੁੱਖ ਹਾਂ। ਇਹ ਤੂੰ ਹੀ ਸੀ ਜਿਸ ਨੇ ਸਾਨੂੰ ਡਾਕੂ ਬਣਨਾ ਸਿਖਾਇਆ, ਕਿ ਜਿਸ ਨੇ ਸਾਨੂੰ ਭਿੱਖ ਮੰਗੇ ਬਣਨ ਲਈ ਮਜਬੂਰ ਕੀਤਾ। ਕਿ ਨਸ਼ੇ 'ਚ ਡੁੱਬੇ ਇਹ ਲੋਕ ਕੀ ਤੇਰੇ ਰਾਂਗਲੇ ਸੁਪਨੇ ਦੀ ਇੱਕ ਕਰੂੜੀ ਸਨ? ਇਹ ਕਿੰਜ ਹੋਇਆ ਮੇਰੀ ਮਾਤ ਭੂਮੀ, ਕਿ ਜਿੱਤੀ ਹੋਈ ਜੰਗ ਦੇ ਬੂਰ ਕੇਵਲ ਫੋਰਡ ਦੀਆਂ ਬੈਂਕਾਂ 'ਚ ਹੀ ਤਰਦੇ ਰਹੇ। ਕਿ ਸੀਤ ਜੰਗ ਜਿੱਤਣ ਤੋਂ ਬਾਅਦ ਵੀ ਇੱਕ ਮਨੁੱਖ ਵਜੋਂ ਅਸੀਂ ਬੁਰੀ ਤਰ੍ਹਾਂ ਹਾਰ ਗਏ ਹਾਂ। ਕਦੀ ਕਦੀ ਮੇਰੇ ਮੱਥੇ 'ਚ ਦਗਦੇ ਰਹਿੰਦੇ ਨੇ ਇਹ ਸਵਾਲ, ਕਿ ਮੈਂ ਕਿਸ ਨਾਲ ਤੇ ਕਿਸ ਲਈ ਲੜਿਆ। ਹੁਣ ਤੂੰ ਹੀ ਦੱਸ ਮੇਰੀ ਮਾਤ ਭੂਮੀ, ਮੈਂ ਤੈਨੂੰ ਪਿਆਰ ਕਰਾਂ ਤਾਂ ਕਿ ਨਫ਼ਰਤ? ਤੇ ਤੂੰ ਜਾਣਦੀ ਏ ਮੈਂ ਲਗਾਤਾਰ ਬਾਪ ਹੱਥੋਂ ਕੁੱਟ ਖਾਣ ਦੇ ਬਾਵਜੂਦ ਵੀ ਉਸ ਨੂੰ ਨਫ਼ਰਤ ਨਹੀਂ ਕਰ ਸਕਿਆ। ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ।
ਕਿ ਮੈਂ ਲਗਾਤਾਰ ਬਾਪ ਹੱਥੋਂ ਕੁੱਟ ਖਾਣ ਦੇ ਬਾਵਜੂਦ ਵੀ ਉਸ ਨੂੰ ਨਫ਼ਰਤ ਨਹੀਂ ਕਰ ਸਕਿਆ। ਆਖਰ ਤੂੰ ਮੇਰੀ ਮਾਤ ਭੂਮੀ ਹੈ, ਮੇਰੀ ਦੋਸਤ, ਮੇਰੀ ਮਾਤ ਭੂਮੀ। ਬਹੁਤ ਵਧੀਆ ਜੀ, ਬਹੁਤ ਵਧੀਆ। ਸੱਚਮੁੱਚ ਅਮਰੀਕਾ ਦੀ ਮਾਨਸਿਕਤਾ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਝਲਕਦੀ ਹੈ। ਤੇ ਮੈਂ ਆਖਰੀ ਸਵਾਲ ਬਸ ਇਹਦੇ ਨਾਲ ਜੁੜਿਆ ਕਰਨਾ ਹੈ, ਉਸ ਤੋਂ ਬਾਅਦ ਅਸੀਂ ਇੱਕ ਦੋ ਸਵਾਲ ਆਡੀਅנס ਤੇ ਲਵਾਂਗੇ। ਉਹ ਸਵਾਲ ਇਹ ਹੈ ਕਿ ਅਕਸਰ ਜਦੋਂ ਸਾਡੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਤਾਂ ਉਹ ਲੰਮਾ ਸਮਾਂ ਨਾਟਕ ਤੇ ਕਵਿਤਾਵਾਂ ਇੱਧਰਲੀ ਧਰਤੀ ਦੇ ਲਿਖਦੇ ਨੇ। ਤੁਹਾਡੀ ਕਵਿਤਾ ਦੇ ਵਿੱਚ ਸਾਨੂੰ ਅਮਰੀਕੀ ਸਰੋਕਾਰ ਦਿਸ ਰਹੇ ਨੇ। ਕਿ ਬਾਕੀ ਅਮਰੀਕਾ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਅਮਰੀਕੀ ਸਰੋਕਾਰ ਆ ਰਹੇ ਨੇ ਜਾਂ ਸਾਡੇ ਪੰਜਾਬੀਆਂ ਦਾ ਹੀਰੋ ਹੀ ਆ ਰਿਹਾ ਅਜੇ ਤੱਕ? 80% ਜਿਹੜੀ ਲੇਖਣੀ ਹੈ ਉਹ ਹੈ ਹਾਲੇ ਵੀ ਭਾਰਤ ਨਾਲ ਹੀ ਬੱਝੀ ਵੀ ਜੀ। ਕੁਝ ਬੱਚੇ ਨੇ ਜਾਂ ਕੁਝ ਮਤਲਬ ਲੇਖਕ ਨੇ ਜਿਨ੍ਹਾਂ ਨੇ ਅਮਰੀਕਾ, ਕਿਉਂਕਿ ਮੈਂ ਤੇ ਹੁਣ ਸਾਫ਼ ਕਹਿਣਾ ਕਿ ਦੇਖੋ ਜੀ ਅਮਰੀਕਾ ਹੀ ਮੇਰਾ ਦੇਸ਼ ਹੈ, ਇਹੀ ਮੇਰੀਆਂ ਜੜ੍ਹਾਂ ਹਨ। ਭਾਰਤ ਨਾਲ ਮੇਰਾ ਇੱਕ ਰਿਸ਼ਤਾ ਹੈ, ਜ਼ਰੂਰ ਹੈ, ਤੇ ਹਮੇਸ਼ਾ ਰਹੇਗਾ ਕਿਉਂਕਿ ਮੈਂ ਉੱਥੇ ਪੈਦਾ ਹੋਇਆ, ਠੀਕ ਹੈ ਨਾ। ਪਰ ਮੇਰਾ ਦੇਸ਼ ਹੁਣ ਅਮਰੀਕਾ ਹੈ। ਪਰ ਬਹੁਤ ਸਾਰੇ ਲੋਕ ਹਾਲੇ ਵੀ ਜਿਹਨੀ ਤੌਰ ਤੇ ਪੰਜਾਬ 'ਚ ਹੀ ਤੁਰੇ ਫਿਰਦੇ ਨੇ ਤੇ ਪੰਜਾਬ ਦੇ ਵਿੱਚ ਹੀ ਇੱਥੋਂ ਦੀ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਜਿਹੜੇ ਲੋਕ ਨੇ ਜਾਂ ਜਿਹੜਾ ਉਹਨਾਂ ਦਾ ਸੋਚਣ ਦਾ ਢੰਗ ਹੈ, ਮਤਲਬ ਤੂੰ ਹੈਰਾਨ ਹੋਵੋਗੇ ਕਿ ਮੇਰਾ ਮੁੰਡਾ ਡਾਕਟਰ ਏ ਔਰ ਉਹ ਇੱਕ ਲੜਕੀ ਜੱਟ ਕੁੜੀ ਨੂੰ ਪਿਆਰ ਕਰਦਾ ਸੀ, ਸੰਧੂਆਂ ਦੀ ਨੂੰ, ਤੇ ਦੋਨੇ ਪਿਆਰ ਕਰਨ ਦੇ ਵਿੱਚ ਮੈਡੀਕਲ ਸਕੂਲ ਇਕੱਠੇ ਗਏ। ਵੱਡਾ ਜਿਹੜਾ ਛੋਟਾ ਮੁੰਡਾ ਮੇਰਾ ਡਾਕਟਰ ਹੈ, ਸਿਰਫ ਇਸ ਲਈ ਨਹੀਂ ਵਿਆਹ ਕੀਤਾ। ਉਹ ਕਹਿੰਦਾ, ਮੈਂ ਜਦੋਂ ਅਸੀਂ ਉਹਨਾਂ ਨੇ ਮਿਲਣ ਗਏ ਮੈਨੂੰ ਕਹਿੰਦਾ ਕਬੂਤ ਆ, ਕਹਿੰਦਾ ਜੀ ਚੂੜਿਆਂ ਤੋਂ ਵੀ ਭੈੜੇ ਹੁੰਦੇ ਆ। ਇਹ ਮਾਨਸਿਕਤਾ ਆ ਸਾਡੇ ਲੋਕਾਂ ਦੀ। ਤੇ ਉਹ ਰਾਜ ਮੈਂ ਨੈਸ਼ਨਲ ਟੈਲੀਵਿਜ਼ਨ ਤੇ ਕਿਹਦਾ ਨਾਂ ਲੈ ਰਿਹਾ ਵਿਚਾਰੀ ਕੁੜੀ ਦਾ, ਸੌਰੀ ਮੈਨੂੰ ਮਾਫ ਕੀਤਾ ਜਾਵੇ ਇਸ ਗੱਲ ਲਈ, ਮੈਂ ਆਪਣੇ ਦਰਸ਼ਕਾਂ ਤੋਂ। ਉਹ ਕੁੜੀ ਮੈਨੂੰ ਕਹਿੰਦੀ ਅੰਕਲ ਅਸੀਂ ਭੱਜ ਕੇ ਵਿਆਹ। ਮੈਂ ਕਿਹਾ ਬੇਟਾ ਵਿਆਹ ਜਿਹੜਾ ਜੇ ਤਾਂ ਤੁਸੀਂ ਮਿਲਣਾ ਚਾਹੁੰਦੇ ਹੋ ਸਾਨੂੰ ਬਾਅਦ ਵਿੱਚ ਵੀ, ਹਨਾ ਜੀ, ਫਿਰ ਤਾਂ ਤੁਸੀਂ ਨਾ ਏਦਾਂ ਕਰੋ, ਜੇ ਨਹੀਂ ਮਿਲਣਾ ਚਾਹੁੰਦੇ ਤਾਂ ਕਰਾ ਲਓ, ਹਨਾ। ਮੈਂ ਆਪਦੇ ਮੁੰਡੇ ਨੂੰ ਵੀ ਸਾਫ਼ ਹੀ ਕਹਿ ਦਿੱਤਾ ਜੀ। ਸੋ ਇਹ ਮਾਨਸਿਕਤਾ ਆ ਸਾਡੇ ਲੋਕਾਂ ਦੀ। ਇੱਥੇ ਪਿਆਰ ਵਿਆਹਾਂ ਲਈ ਕਤਲ ਹੋ ਚੁੱਕੇ ਨੇ ਮਹਾਰਾਜ, ਮੇਰੇ ਟਾਊਨ ਤੋਂ ਨਾਲ ਹੀ। ਹਾਂ, ਪੰਜਾਬੀ ਬੰਦਾ ਜਿਹੜਾ ਆ ਇਸ ਦੁਨੀਆ ਦਾ ਸਭ ਤੋਂ ਇਸ ਮਾਮਲੇ 'ਚ ਬਹੁਤ ਹੀ ਜ਼ਿਆਦਾ ਨਫ਼ਰਤ ਨਾਲ ਭਰਿਆ ਬੰਦਾ ਹੈ। ਹਾਂ, ਮਤਲਬ ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਮੈਂ ਤਾਂ ਹੈਰਾਨ ਆ ਉਹਨਾਂ ਨੂੰ ਉਹਨਾਂ ਦੇ ਮਾਪੇ ਸਿਖਾਉਂਦੇ ਕੀ ਨੇ। ਮੇਰੀ ਬੇਟੀ ਇੱਥੇ ਜਦੋਂ ਛੋਟੀ ਸੀ ਤੇ ਉੱਥੇ ਗਈ ਨਾ ਗੁਰਦੁਆਰੇ ਬੱਚਿਆਂ ਦੇ ਨਾਲ। ਜਦੋਂ ਬੱਚੇ ਹੁੰਦੇ ਵੀ ਚਲੋ ਸਹੇਲੀਆਂ ਹੋ ਕੇ ਅੱਜ ਇਕੱਠੀਆਂ ਹੋ ਕੇ ਚਲੋ ਗੁਰਦੁਆਰੇ ਚੱਲਦੇ ਆ। ਹੋਰ ਸਾਡੇ ਇੱਥੇ ਕੋਈ ਕਲਚਰਲ ਸੈਂਟਰ ਹੀ ਨਹੀਂ ਹੈ, ਹਨਾ। ਸਾਡਾ ਕਲਚਰਲ ਸੈਂਟਰ ਹੈ ਇੱਕ ਕਿਸਮ ਦਾ ਗੁਰਦੁਆਰਾ। ਤੇ ਉੱਥੇ ਦੂਸਰੇ ਸਕੂਲਾਂ ਤੋਂ ਵੀ ਬੱਚੇ ਆਏ ਹੋਏ ਸੀ। ਇੱਕ ਮੁੰਡਾ ਇਹਨੂੰ ਪੁੱਛਦਾ, ਵਟ ਆਰ ਯੂ ਜੱਟ ਔਰ ਨੋਨ ਜੱਟ? ਉਹ ਵਿਚਾਰੀ ਘਰੇ ਆਈ, ਕਹਿੰਦੀ ਡੈਡਿਆ ਆਪਾਂ ਕੀ ਆ। ਮੈਂ ਕਿਹਾ ਉਹਨੂੰ ਦੱਸਿਆ, ਫਿਰ ਮੈਂ ਆਪਣੀ ਬੈਕਗਰਾਉਂਡ ਦੱਸੀ ਸਾਰੀ, ਵੀ ਆਪਾਂ ਕੌਣ ਹੈ, ਵੀ ਆਪਣੀ ਕਿਹੜੀ ਕੌਮ ਹੈ, ਕੀ ਹੈ, ਹਨਾ। ਫਸਟ ਟਾਈਮ ਮੈਂ ਉਹਨੂੰ ਦੱਸਿਆ ਸਾਰਾ ਅਰਥ। ਸੋ ਇਹ ਹਾਲਤ ਹੈ ਸਾਡੇ ਬੱਚਿਆਂ ਨੂੰ, ਅਸੀਂ ਇਵੇਂ ਪਾਲਦੇ ਹਾਂ ਇੱਥੇ। ਬਹੁਤ ਘੱਟ ਬੱਚੇ ਨੇ ਜਿਹੜੇ ਸਰਬ ਸਾਂਝੀ ਸ਼ਖਸੀਅਤ ਦੇ ਮਤਲਬ ਜਿਹੜੇ ਗੁਰਬਾਣੀ ਦਾ ਅਸਲ ਮਹਾਰਥ ਹੈ ਉਹਦੇ ਵਿੱਚੋਂ ਪੈਦਾ ਹੁੰਦੇ ਨੇ। ਜੀ। ਮਤਲਬ ਕਿ ਤੁਸੀਂ ਹੈਰਾਨ ਹੋਵੋਗੇ, ਆਮ ਜਿਹੜੇ ਲੋਕ ਨੇ ਜਦੋਂ ਗੁਰਦੁਆਰੇ ਵੀ ਜਾਂਦੇ ਨੇ ਤੇ ਉੱਥੋਂ ਦੀ ਸਿਆਸਤ ਜਿਹੜੀ ਹੈ, ਇੱਥੋਂ ਦੀ ਸਿਆਸਤ ਬਾਰੇ ਤਾਂ ਉਹ ਗੱਲ ਹੀ ਨਹੀਂ ਕਰਦੇ। ਜੀ। ਮਤਲਬ ਕਿ ਇੱਥੇ ਬਾਹਰ ਜਾਣਗੇ ਨਾ, ਅੱਖਾਂ ਨੀਵੀਆਂ ਹੋਣਗੀਆਂ ਇਹਨਾਂ ਦੀਆਂ, ਇੱਕ ਮਤਲਬ ਬਜ਼ੁਰਗਾਂ ਦੀਆਂ। ਇੱਥੇ ਬੜੇ ਲੋਕ ਨੇ ਪਾਰਕ ਵੱਲ ਜਾਂਦੇ ਨੇ ਕਿਉਂਕਿ ਉਹਨਾਂ ਦੇ ਨਾਲ ਆਉਂਦਾ ਹੀ ਨਹੀਂ, ਇਹਨਾਂ ਦਾ ਮਤਲਬ ਗੇੜ 'ਚ ਨਹੀਂ ਆਉਂਦੀ, ਨਾ ਦਾ ਗੱਲਬਾਤ ਕਰਕੇ ਰਾਜੀ ਨੇ, ਨਾ ਇੱਥੋਂ ਦੇ ਸਮਾਜ 'ਚ ਮਤਲਬ ਮਿਲ ਕੇ ਰਾਜੀ ਨੇ। ਇਹਨਾਂ ਦੀ ਇੱਕ ਆਪਣੀ ਵੱਖਰੀ ਦੁਨੀਆ ਹੈ ਕਿਉਂਕਿ ਇੱਥੇ ਜਿਹੜੀ ਮਿਨੀਮਮ ਇੱਥੇ ਜਿਹੜੀ ਪੇਮੈਂਟ ਹੈ, ਕਿਉਂਕਿ ਡਾਲਰਾਂ 'ਚ ਹੁੰਦੀ ਹੈ ਤੇ ਉਹ ਡਾਲਰਾਂ ਨੂੰ ਰੁਪਈਆਂ 'ਚ ਹੀ ਜਰਬ ਦਿੰਦੇ, ਸਾਰੀ ਉਮਰ ਮਰ ਜਾਂਦੇ। ਇਹ ਮਾਨਸਿਕਤਾ ਹੈ ਸਾਡੇ ਲੋਕਾਂ ਦੀ। ਜੀ ਸੁਖਵਿੰਦਰ ਜੀ, ਤੁਸੀਂ ਸੱਚਮੁੱਚ ਅਮਰੀਕੀ ਤੇ ਪੰਜਾਬੀ ਮਾਨਸਿਕਤਾ ਦੀਆਂ ਬਹੁਤ ਸਾਰੀਆਂ ਪਰਤਾਂ ਉਘੇੜੀਆਂ ਨੇ ਆਪਣੀ ਗੱਲਾਂ ਦੇ ਵਿੱਚ, ਤੇ ਗੱਲਾਂ ਇਹ ਮੁੱਕਣੀਆਂ ਨਹੀਂ ਤੇ ਨਾ ਸਵਾਲ ਮੁੱਕਣੇ ਨੇ, ਪਰ ਵਕਤ ਜ਼ਰੂਰ ਮੁੱਕ ਜਾਂਦਾ ਹੈ। ਤੇ ਵਕਤ ਸਾਡਾ ਹੁਣ ਮੁੱਕਣ ਦੇ ਨੇੜੇ ਹੈ ਤੇ ਅਸੀਂ ਚਾਹੁੰਦੇ ਹਾਂ ਕੋਈ ਇੱਕ ਦੋ ਸਵਾਲ ਅਸੀਂ ਆਡੀਅנס ਦੇ ਵਿੱਚੋਂ ਵੀ ਲੈ ਸਕੀਏ, ਜਿਹਦੇ ਮਨ ਦੇ ਵਿੱਚ ਕੋਈ ਗੱਲ ਹੈ ਤਾਂ ਉਹ ਕਰ ਸਕਦੇ ਹਾਂ। ਹਾਂਜੀ, ਜ਼ਰੂਰ ਜੀ, ਜ਼ਰੂਰ ਜੀ। ਕੋਈ ਵੀ ਦੋਸਤ ਜੇ ਕੋਈ ਸਵਾਲ ਕਰਨਾ ਚਾਹੁੰਦਾ ਤਾਂ ਪਲੀਜ਼ ਸਵਾਗਤ ਹੈ ਉਹਨਾਂ ਦਾ। ਹੈਲੋ ਜੀ। ਹਾਂਜੀ, ਕੰਬੋਜ ਸਰ ਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਸਰ। ਜੀ।
ਕਿ ਜਿਹੜਾ ਉਹਨਾਂ ਨੇ 70 ਪੁਆਇੰਟ ਵਾਲੀ ਗੱਲ ਕੀਤੀ ਸੀ, ਪ੍ਰੋਫੈਸਰ ਸਾਹਿਬਾਨ ਦੇ ਅਮਰੀਕੀ ਪ੍ਰੋਫੈਸਰ ਸਾਹਿਬ ਮਿਲੇ ਸੀਗੇ ਉਹਨਾਂ ਨੂੰ, ਕਿ ਉਹਨਾਂ ਨੇ 70 ਪੁਆਇੰਟ ਨੋਟ ਕੀਤੇ ਕਿ ਉਹ ਹੁਣ ਅਮਰੀਕੀ ਲਾਈਫ ਸਟਾਈਲ ਨਾਲ ਜਿਉ ਰਹੇ ਜਾਂ ਇੰਡੀਅਨ ਲਾਈਫ ਸਟਾਈਲ ਨਾਲ, ਜਾਂ ਮਿਕਸਚਰ ਹੈ ਦੋਨਾਂ ਦਾ, ਕਿੱਦਾਂ ਦਾ ਲਾਈਫ ਸਟਾਈਲ ਅਡਾਪਟ ਕੀਤਾ ਉਹਨਾਂ ਨੇ ਅੱਜ ਕੱਲ੍ਹ? ਜੀ ਹਾਂ ਜੀ, ਮੇਰੇ ਬਾਰੇ ਪੁੱਛ ਰਹੇ ਜੇ ਨਾ ਤੁਸੀਂ? ਹਾਂਜੀ ਸਰ, ਹਾਂਜੀ। ਓਕੇ, ਦੇਖੋ ਜੀ, ਮੈਂ ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਇੱਕ ਮੱਧ ਮਾਰਗ ਚੁਣਿਆ ਹੈ। ਹਾਂਜੀ, ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਸ਼ੈਲੀ ਆ, ਮੈਂ ਇੱਥੇ ਹੁਣ ਨੈਸ਼ਨਲ ਕਿਉਂਕਿ ਹੋ ਰਿਹਾ ਸਾਰਾ ਕੰਮ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਉਹਦੇ 'ਚ ਕੁਝ ਨੁਕਤੇ ਇਹੋ ਜਿਹੇ ਨੇ ਜੀ, ਮਤਲਬ ਜਿਹਨੂੰ ਉਹ ਮੈਂ ਉਹਨਾਂ ਨੁਕਤਿਆਂ ਨੂੰ ਛੱਡ ਦਿੱਤਾ ਜਿਹੜਾ ਮੇਰੇ ਹਿਸਾਬ ਨਾਲ ਗਲਤ ਸੀਗੇ। ਜਿਹੜੇ ਚੰਗੇ ਨੁਕਤੇ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਮੈਂ ਰੱਖਿਆ ਜੀ। ਸਭ ਤੋਂ ਵੱਡਾ ਨੁਕਤਾ ਤਾਂ ਸਾਡਾ ਬਾਬਾ ਨਾਨਕ ਸਮਝਾ ਗਿਆ, ਪਰ ਜੇ ਕੋਈ ਉਹਨੂੰ ਪੁੱਛੇ ਤਾਂ ਸਭ ਤੋਂ ਵੱਡੇ ਵਿਰੋਧੀ ਜਿਹੜੇ ਨੇ ਸਾਡੇ ਗੁਰਦੁਆਰੇ ਵਾਲੇ ਨੇ ਬਾਬੇ ਨਾਨਕ ਦੇ। ਤੁਸੀਂ ਹੈਰਾਨ ਹੋ। ਬਹੁਤ ਵੱਡਾ ਕਮੈਂਟ ਹੈ, ਸਹੀ ਗੱਲ ਹੈ ਜੀ। ਹੋਰ ਕੋਈ ਦੋਸਤ ਜੇ ਕੋਈ ਗੱਲ ਕਰਨੀ ਚਾਹੁੰਦਾ, ਸਵਾਲ ਕੋਈ? ਸੁਖਵਿੰਦਰ ਜੀ, ਜੇਕਰ ਤੁਹਾਡੇ ਕੋਲੇ ਹੁਣ ਚੋਇਸ ਹੋਵੇ ਕਿ ਭਾਰਤ 'ਚ ਰਹਿਣਾ, ਇੰਡੀਆ 'ਚ, ਜਾਂ ਵਿਦੇਸ਼ ਉੱਥੇ ਅਮਰੀਕਾ 'ਚ, ਤਾਂ ਕਿੱਥੇ ਕਿਸ ਨੂੰ ਚੁਣੋਗੇ ਤੁਸੀਂ? ਦੇਖੋ ਜੀ, ਜੇ ਚੁਆਇਸ ਤਾਂ ਖੈਰ ਇਹ ਤਾਂ ਬੰਦੇ ਦੀ ਆਪ ਨਹੀਂ ਹੁੰਦੀ, 2-3 ਚੀਜ਼ਾਂ ਨੇ ਜਿਨ੍ਹਾਂ 'ਚ ਬੰਦੇ ਦੀ ਚੁਆਇਸ ਨਹੀਂ ਹੁੰਦੀ। ਪਰ ਜੇ ਮੇਰੀ ਚੁਆਇਸ ਹੋਵੇ ਤਾਂ ਮੈਂ ਜਿੱਥੇ ਹੁਣ ਹਾਂ ਮੈਂ ਇੱਥੇ ਰਹਾਂਗਾ, ਕਿਉਂਕਿ ਮੈਂ ਇੱਥੋਂ ਵੀ ਮਤਲਬ ਸਭ ਤੋਂ ਵੱਡਾ ਤਾਂ ਇੱਥੇ ਸੰਘਰਸ਼ ਕਰਨ ਦੀ ਲੋੜ ਹੈ ਜੀ। ਜੀ ਜੀ, ਬਿਲਕੁਲ। ਹੋਰ ਕੋਈ ਸਵਾਲ ਦੋਸਤ ਕੋਈ ਕਰਨਾ ਚਾਹੁੰਦਾ? ਆਖਰੀ ਸਵਾਲ। ਹਾਂਜੀ ਕੰਬੋਜ ਸਰ, ਮੈਂ ਜਸਵੀਰ ਸਿੰਘ। ਹਾਂਜੀ ਜਸਵੀਰ ਸਿੰਘ ਜੀ। ਸਰ, ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀ ਕਿ ਆਪਣੇ ਜਿਹੜੇ ਪੰਜਾਬੀ ਲੋਕ ਨੇ, ਉਹਨਾਂ ਦਾ ਅੰਤਿਮ ਸੁਪਨਾ ਹੈ ਜਿਵੇਂ ਕੈਨੇਡਾ ਜਾਂ ਅਮਰੀਕਾ ਜਾਣਾ, ਇਸ ਨੂੰ ਕਿਸ ਨਜ਼ਰ ਨਾਲ ਤੁਸੀਂ ਦੇਖਦੇ? ਦੇਖੋ ਜੀ, ਮੈਂ ਇਹ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸੰਕਟ ਹੈ ਉਹ ਖੇਤੀ ਇਨਕਲਾਬ ਤੋਂ ਬਾਅਦ ਹੁਣ ਇੰਨਾ ਡੂੰਘਾ ਹੋ ਗਿਆ ਹੈਗਾ ਕਿ ਹਰ ਬੰਦਾ ਜਿਹੜਾ ਚਾਹੁੰਦਾ ਹੈ ਕਿ ਇਹ ਕਿਸੇ ਨਾ ਕਿਸੇ ਢੰਗ ਰਾਹੀਂ ਅਮਰੀਕਾ ਪੜਿਆ ਜਾਵੇ ਜੀ। ਅਸਲ ਲੋੜ ਤਾਂ ਇਹ ਹੈ ਵੀ ਪੰਜਾਬ 'ਚ ਜੇ ਰਹਿੰਦਿਆਂ ਹੋਇਆਂ ਮੈਂ ਪੰਜਾਬ ਤੋਂ ਕਿਉਂ ਆਇਆ ਸੀ, ਹਾਂਜੀ, ਕਿਉਂਕਿ ਉਸ ਵੇਲੇ ਖਾਲਿਸਤਾਨੀ ਮੂਵਮੈਂਟ ਉੱਠ ਖੜੋਈ ਸੀ ਤੇ ਇੱਕ ਮੁਜ਼ਾਹਰਾ ਅਸੀਂ ਰੱਖਿਆ ਸੀ ਜਲੰਧਰ, ਜੇ ਤੁਹਾਨੂੰ ਯਾਦ ਹੋਵੇ, ਇਹਨਾਂ ਨੇ ਮਖੂ ਕੋਲੇ ਕੱਢ ਕੇ ਬੱਸਾਂ 'ਚੋਂ ਬੰਦੇ ਮਾਰੇ ਸੀਗੇ। ਤੇ ਉਸ ਮੁਜ਼ਾਹਰੇ ਦੇ ਵਿੱਚ ਜਸਬੀਰ ਜੱਸੀ ਜਿਹੜਾ ਸੀਗਾ ਉਹ ਆਪਣੇ ਉਹਨੂੰ ਕੰਡਕਟ ਕਰ ਰਿਹਾ ਸੀ, ਉਹਦਾ ਸੰਘ ਬੈਠ ਗਿਆ ਤੇ ਮੈਂ ਤੇ ਪਾਸ਼ ਖੜੇ ਸੀਗੇ ਤੇ ਪਾਸ਼ ਮੈਨੂੰ ਕਹਿੰਦਾ ਚੱਲ ਤੂੰ ਕੰਪੇਅਰ ਕਰ ਲਾ। ਇੱਕ ਨਿੱਕੀ ਜਿਹੀ ਗੱਲ ਨਾ, ਮੈਂ ਕਿਉਂ ਕਿੱਡਾ ਕੁ ਵੱਡਾ ਕਾਰਕੁਨ ਸੀਗਾ ਉੱਥੇ ਨਕਸਲੀ, ਮੈਂ ਤਾਂ ਕਾਲਜ ਲੈਕਚਰਰ ਸੀਗਾ ਤੇ ਮੈਨੂੰ ਚਿੱਠੀ ਆ ਗਈ ਜੀ। ਤੇ ਮੈਂ ਪਾਰਟੀ ਵਾਲਿਆਂ ਨੂੰ ਕੰਟੈਕਟ ਕੀਤਾ ਤੇ ਉੱਚਾ ਪਿੰਡ ਸੰਘੋਲ ਦਾ ਬਲਦੇਵ ਸਿੰਘ ਹੁੰਦਾ ਸੀ ਪੰਜਾਬ ਦੀ, ਉਹਨਾਂ CPI-ML ਦਾ ਉਹਨਾਂ ਦਿਨਾਂ 'ਚ ਜਨਰਲ ਸਕੱਤਰ। ਮੈਂ ਕਿਹਾ ਵੀ ਏਦਾਂ ਆ, ਉਹ ਕਹਿੰਦਾ ਤੂੰ ਏਦਾਂ ਕਰ, ਅੰਡਰਗਰਾਊਂਡ ਹੋ ਕੇ ਯੂਪੀ ਚੱਲ ਜਾ। ਮੈਂ ਕਿਹਾ ਯਾਰ ਕੰਮ ਤਾਂ ਪੰਜਾਬ 'ਚ ਕਰਨ ਦੀ ਲੋੜ ਹੈ, ਤੂੰ ਮੈਨੂੰ ਯੂਪੀ ਭੇਜੀ ਜਾਂਦਾ। ਕਹਿੰਦਾ ਨਹੀਂ, ਆਪਾਂ ਖਾਲਿਸਤਾਨੀਆਂ ਨਾਲ ਸਿੱਧੀ ਟੱਕਰ ਲੈਣ ਬਾਅਦ 'ਚ ਹਾਲੇ ਆਪਣੇ ਕੋਲ ਨਾ ਸ਼ਕਤੀ ਆ, ਨਾ ਸਮਾਂ, ਨਾ ਸੋਰਸਿਸ ਹੈਗੇ ਜੀ। ਤਾਂ ਮੈਂ ਬਚ ਕੇ ਆਇਆ ਸੀ ਭਾਈ ਸਾਹਿਬ। ਆਪਣੀ ਜਿੰਦ ਨੂੰ ਮੈਂ ਆਪਣੀਆਂ ਨਜ਼ਮਾਂ 'ਚ ਵੀ ਮੈਂ ਮਤਲਬ ਬਿਆਨ ਕੀਤਾ ਹੈਗਾ ਇਹਨਾਂ ਗੱਲਾਂ ਨੂੰ। ਜੀ ਜੀ, ਜੈ ਸਾਹਿਬ ਤੁਸੀਂ ਕੁਝ ਕਹਿ ਰਹੇ ਸੀ? ਕੰਬੋਜ ਸਾਹਿਬ, ਇਹ ਦੱਸੋ ਕਿ ਇਹ ਜਦੋਂ ਕੋਈ ਪੰਜਾਬੀ ਇੱਥੇ ਆਉਂਦੇ ਆ, ਉਹ ਆਪਣਾ ਕਲਚਰ ਨਾਲ ਹੀ ਕਚਰ ਬਚਰ ਵੀ ਲੈ ਕੇ ਆਉਂਦੇ ਆ, ਤੇ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹ ਦੂਜੀ ਪੀੜ੍ਹੀ ਜਾਂ ਤੀਜੀ ਪੀੜ੍ਹੀ ਇਹ ਛੱਡ ਦਿੰਦੀ ਹੈ, ਅਡਾਪਟ ਕਰ ਲੈਂਦੀ ਹੈ ਅਮਰੀਕਾ, ਇਹ ਕਚਰਾ ਨਾਲ ਚੱਲੀ ਜਾਂਦਾ ਜੀ? ਤੀਜੀ ਪੀੜ੍ਹੀ ਤੱਕ ਜਾ ਕੇ ਇਹ ਕਚਰਾ ਖਤਮ ਹੁੰਦਾ ਜੀ ਕਿਤੇ। ਠੀਕ ਹੈ, ਹਾਂਜੀ ਹਾਂਜੀ, ਹੋ ਰਿਹਾ ਆ, ਪਰ ਤਿੰਨ ਪੀੜ੍ਹੀਆਂ ਤੱਕ ਤੁਸੀਂ ਦੇਖ ਲਓ ਵੀ ਕਿੰਨਾ ਸਮਾਂ ਲੱਗ ਜਾਂਦਾ। ਹਾਂਜੀ ਹਾਂਜੀ ਜੀ ਦੋਸਤ, ਇੱਕ ਛੋਟਾ ਜਿਹਾ ਸਵਾਲ ਹੋਰ ਕਿ ਜਿਵੇਂ ਤੁਸੀਂ ਪੰਜਾਬੀ ਬੋਲਦੇ ਹੋ, ਪੰਜਾਬੀ ਨੂੰ ਮੋਹ ਕਰਦੇ ਹੋ, ਤੇ ਤੁਹਾਡੇ ਜਿਹੜੇ ਗ੍ਰੈਂਡ ਚਿਲਡਰਨ ਨੇ ਉਹ ਵੀ ਉਸੇ ਸ਼ਿੱਦਤ ਦਾ ਪੰਜਾਬੀ ਬੋਲਦੇ ਲਿਖ ਸਕਦੇ ਆ? ਨਹੀਂ, ਲਿਖ ਤਾਂ ਨਹੀਂ ਸਕਦੇ ਜੀ, ਬੋਲਦੇ ਆ। ਇੱਥੋਂ ਤੱਕ ਹੀ ਮੇਰਾ ਜ਼ੋਰ ਚੱਲਿਆ ਜੀ। ਆਹ ਸਮਰ ਕੈਂਪਾਂ ਦੇ ਵਿੱਚ ਮੈਂ ਜ਼ੋਰ, ਨਹੀਂ ਸਿੱਧੀ ਜੀ ਗੱਲ, ਆਪਾਂ ਮੰਨਣਾ ਚਾਹੀਦਾ ਹੈ ਨਾ। ਹਾਂਜੀ ਹਾਂਜੀ, ਮੈਂ ਤਾਂ ਜੀ ਉਹਨਾਂ ਨੂੰ ਊੜਾ ਐੜਾ ਸਿਖਾ ਸਕਿਆ, ਸਿਰਫ ਉਹਨਾਂ ਨੂੰ ਊੜਾ ਐੜਾ ਆਉਂਦਾ, ਪੰਜਾਬੀ ਵੀ ਬੋਲਦੇ ਨੇ। ਤੇ ਮਤਲਬ ਮੇਰੀ ਬੇਟੀ ਜਿਹੜੀ ਆ ਉਹ ਤਾਂ ਖੈਰ ਲਿਖ ਵੀ ਲੈਂਦੀ ਆ ਤੇ ਪੜ੍ਹ ਵੀ ਲੈਂਦੀ ਆ, ਹਨਾ।
ਪਰ ਉਹਦੇ ਤੇ ਮੇਰਾ ਜ਼ਿਆਦਾ ਜ਼ੋਰ ਸੀ ਹੁਣ, ਕਿਉਂਕਿ ਗ੍ਰੈਂਡ ਚਿਲਡਰਨ ਜਿਹੜੇ ਨੇ ਉਹਨਾਂ ਦੇ ਆਪਣੇ ਮਤਲਬ ਦੋਸਤ ਨੇ, ਉਹਨਾਂ ਦੀ ਵੱਖਰੀ ਉਹਨਾਂ ਦਾ ਸੱਭਿਆਚਾਰ ਆ ਮੇਰੇ ਨਾਲੋਂ, ਹਨਾ। ਸੋ ਮੈਂ ਸਾਰੀਆਂ ਜੀਵਨ ਕੀਮਤਾਂ ਉਹਨਾਂ ਤੇ ਲਾਗੂ ਨਹੀਂ ਕਰ ਸਕਦਾ। ਹਾਂ, ਪੰਜਾਬੀ ਬੋਲ ਲੈਂਦੇ ਨੇ, ਪੜ੍ਹ ਲੈਂਦੇ ਨੇ, ਇਹ ਵੱਡੀ ਗੱਲ ਹੈ। ਜਿਹੜੇ ਨਵਾਂ ਪੰਜਾਬ ਦੇ, ਜਿਹੜਾ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਗੱਲ, ਜਿਹੜੇ ਆ ਬਾਹਲੇ ਮਤਲਬ ਹੁਣ ਕਈ ਫਿਰਦੇ ਨਾ ਵੀ ਪੰਜਾਬੀ ਜਿਹੜੀ ਆ, ਜਿੰਨਾ ਚਿਰ ਇਹ ਲੈਂਗੁਏਜ ਦਾ ਜਿਹੜਾ ਬੈਰੀਅਰ ਆ, ਜਿਹੜੀ ਨਵੀਂ ਪੀੜ੍ਹੀ ਆ ਉਹ ਅੰਗਰੇਜ਼ੀ ਦੇ ਵਿੱਚੋਂ ਪੰਜਾਬ ਨੂੰ ਲੱਭੇਗੀ ਆਉਣ ਵਾਲੇ ਸਾਲਾਂ ਦੇ ਵਿੱਚ। ਜਿਸ ਤਰ੍ਹਾਂ ਮਤਲਬ ਬਾਕੀ ਭਾਸ਼ਾਵਾਂ ਦੇ ਲੋਕਾਂ ਨੇ ਚੀਨ ਲੱਭਿਆ, ਬਾਕੀ ਭਾਸ਼ਾਵਾਂ ਦੇ ਲੋਕਾਂ ਨੇ ਤਿੱਬਤ ਬਾਰੇ ਲੱਭਿਆ, ਆਪਣੇ ਆਪਣੇ ਮੁਲਕਾਂ ਨੂੰ ਲੱਭਿਆ, ਸਾਡੇ ਪੰਜਾਬੀ ਬੱਚੇ ਤੀਜੀ ਚੌਥੀ ਪੀੜ੍ਹੀ ਦੇ ਵਿੱਚ ਪੰਜਾਬ ਨੂੰ ਇਉਂ ਲੱਭਣਗੇ, ਪਰ ਲੱਭਣਗੇ ਅੰਗਰੇਜ਼ੀ ਦੇ ਥਰੂ, ਪਰ ਪੰਜਾਬ ਕਦੇ ਮਰਦਾ ਨਹੀਂ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ। ਪੰਜਾਬ ਇੱਕ ਸੰਕਲਪ ਹੈ, ਪੰਜਾਬ ਇੱਕ ਖਿੱਤਾ ਨਹੀਂ ਹੈ, ਇੱਕ ਸੰਕਲਪ ਹੈ ਪੰਜਾਬੀ ਦਾ, ਤੇ ਉਹ ਸਾਡੇ ਘਰਾਂ 'ਚ ਰਹੇਗਾ ਥੋੜਾ ਬਹੁਤ, ਜਿੰਨਾ ਕਿ ਹੈਗਾ। ਜੀ ਦੋਸਤੋ, कुछ मैम कुछ सवाल करना चाहते हो रविंद्र मैडम? जी जी, मेरे ख्याल वक्त हो गया हुण, समा आपां नूं इजाजत नहीं दिंदा। मैं सरबजीत सोल मैम नूं कहूंगा कि वो धन्नवादी शब्द बोलण, जिन्ने भी साडे ऑडियंस साडे नाल शामिल हुई है ते साडे मेहमान। हेलो, तुहाडी आवाज डिस्कनेक्ट हो रही है। तुहाडी इजाजत होवे अद्धा मिनट जी। हाँ जी, बोलो जी। बोलो जी, बोलो सर। बाकी ਤੁਹਾਡੀ ਟੀਮ ਦੀ ਪਲੈਨਿੰਗ ਤੇ ਤੁਹਾਡੀ ਸਾਰੀ ਹੈਗੀ ਆ ਟੀਮ ਮੈਨੇਜਮੈਂਟ। ਮੇਰਾ ਸੁਝਾਅ ਤੇ ਰਿਕੁਐਸਟ ਹੈ ਵੀ ਸਰ ਹੋਰਾਂ ਨਾਲ, ਕੰਬੋਜ ਸਾਹਿਬ ਨਾਲ ਇੱਕ ਦਿਨ ਹੋਰ ਜਲਦੀ ਰੱਖ ਲਓ, ਬਾਕੀਆਂ ਨੂੰ ਵੀ ਮੇਰਾ ਖਿਆਲ ਚੰਗਾ ਲੱਗੂਗਾ। ਥੈਂਕ ਯੂ, ਵਧੀਆ ਲੱਗਿਆ ਜੀ ਕੁੱਲ ਮਿਲਾ ਕੇ। ਜ਼ਰੂਰ ਜੀ। ਸੋਲ ਮੈਮ ਜੀ, ਅੱਜ ਬਹੁਤ ਹੀ ਵਧੀਆ ਗੱਲਾਂ ਹੋਈਆਂ। ਕੰਬੋਜ ਸਾਹਿਬ ਨੇ ਬਿਲਕੁਲ ਸੱਚੋ ਸੱਚ, ਬਿਨਾਂ ਕਿਸੇ ਕਹਿ ਲੋ ਕਿ ਲੁਕੋ ਦੇ ਸਾਰੀਆਂ ਗੱਲਾਂ ਕੀਤੀਆਂ। ਔਰ ਸੁਨੀਲ ਚੰਦਿਆਨਵੀ ਜੀ ਨੇ ਵੀ ਬਹੁਤ ਕਮਾਲ ਦੇ ਸਾਨੂੰ ਸ਼ੇਰ ਸੁਣਾਏ, ਗਜ਼ਲਾਂ ਸੁਣਾਈਆਂ। ਸੋ ਮਤਲਬ ਜਿੰਨੀ ਕੁ ਮੇਰੇ ਕੋਲੇ ਫੀਡਬੈਕ ਆ ਰਹੀ ਹੈ, ਉਸ ਹਿਸਾਬ ਦੇ ਨਾਲ ਅੱਜ ਸਾਡੇ ਨਾਲ 23, ਮੇਰਾ ਖਿਆਲ ਅੱਜ ਮੈਕਸਿਮਮ 23 ਬੰਦੇ ਕੋ-ਹੋਸਟ ਸੀਗੇ, ਜਿਹੜੇ ਅੱਗੋਂ ਸਾਡੇ ਪ੍ਰੋਗਰਾਮ ਨੂੰ ਲਾਈਵ ਬਾਕੀ ਗਰੁੱਪਾਂ 'ਚ ਸ਼ੇਅਰ ਕਰ ਰਹੇ ਸੀ ਆਪਣੀ ਫੇਸਬੁੱਕ ਤੇ। ਤੇ ਬਹੁਤ ਸਾਰੇ ਸ਼ਾਇਦ ਨਾਮ ਮੈਂ ਲਿਖਣੋਂ ਰਹਿ ਵੀ ਗਈ ਹੋਊਗੀ, ਕਿਉਂਕਿ ਸਾਰੇ ਪਾਸੇ ਮੈਨੂੰ ਧਿਆਨ ਰੱਖਣਾ ਪੈਂਦਾ। ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਜੀ ਬਹੁਤ ਹੀ ਅਜ਼ੀਮ ਸ਼ਖਸੀਅਤਾਂ, ਜਿਨ੍ਹਾਂ ਦੇ ਮੈਂ ਨਾਂ ਲੈਣ ਲੱਗੀ ਹਾਂ। ਦਿਲ ਨਿੱਜਰ ਅਮਰੀਕਾ ਤੋਂ, ਨੀਤੂ ਅਰੋੜਾ, ਹਰਪ੍ਰੀਤ ਮੋਖਾ, ਨਰਿੰਦਰਪਾਲ ਕੰਗ, ਰਾਮ ਲਾਲ ਭਗਤ, ਪ੍ਰਭਮੀਤ ਸਿੰਘ, ਇਹ ਜਰਨਲਿਸਟ ਨੇ ਜੀ, ਬਹੁਤ ਵਧੀਆ। ਮਨਜੀਤ ਇੰਦਰਾ, ਕੇਹਰ ਸ਼ਰੀਫ। ਤੇ ਕੇਹਰ ਸ਼ਰੀਫ ਜੀ ਚੰਦਿਆਨਵੀ ਸਾਹਿਬ ਬਾਰੇ ਉਹਨਾਂ ਨੇ ਕੀਤਾ ਕਿ ਮੁੰਡਾ ਸਾਡੇ ਇਲਾਕੇ ਦਾ ਵਧੀਆ ਆ। ਕੇਹਰ ਸ਼ਰੀਫ ਜੀ ਦਾ, ਕੇਹਰ ਸ਼ਰੀਫ ਨੂੰ ਵੀ ਲੈਣੇ ਆ ਜੀ ਕਿਸੇ ਦਿਨ ਜੀ। ਹਾਂਜੀ। ਅਮਨ ਸੀ ਸਿੰਘ, ਵੀਨਾ ਅਰੋੜਾ, ਸੁਨੀਤਾ ਸ਼ਰਮਾ, ਵਿਜੇ ਵਿਵੇਕ, ਹਰਜਿੰਦਰਪਾਲ ਕੌਰ, ਇਹ ਉਧਰ ਬਟਾਲੇ ਵਾਲੇ ਪਾਸੇ ਨੇ, ਮੈਡਮ ਪ੍ਰਿੰਸੀਪਲ ਨੇ। ਪੁਸ਼ਵਿੰਦਰ ਖੋਖਰ, ਹਰਮਨ ਹੀਰੋ, ਸੁਖਮੰਦਰ ਸਿੰਘ ਚੱਠਾ, ਸਰਬਜੀਤ ਬੈਂਸ, ਗੁਰਵਿੰਦਰ ਸਿੰਘ ਚਾਹਲ, ਭੁਪਿੰਦਰ ਬੱਬਲ, ਜਗਤਾਰ ਸਿੰਘ, ਸੁਰਿੰਦਰ ਸਿੱਧਕ ਆਸਟ੍ਰੇਲੀਆ ਤੋਂ, ਜਗਤਾਰ ਸਿੰਘ ਸੋਖੀ, ਗੁਰਦੀਪ ਸਿੰਘ ਢਿੱਲੋਂ, ਮੱਖਣ ਸਿੰਘ ਮਾਨ, ਬਲਜਿੰਦਰ ਜੌੜਕੀਆਂ, ਸੁਨੀਤਾ ਸ਼ਰਮਾ, ਜਨਮੇਜਾ ਸਿੰਘ ਜੌਹਲ, ਮਨਜੀਤ ਇੰਦਰਾ, ਪਰਮਿੰਦਰ ਸੋਢੀ, ਅਨੰਤ ਚਾਹਲ, ਅਭਿਸ਼ੇਕ ਖੁਸ਼ਵਾਗ, ਰਜਿੰਦਰ ਕੌਰ, ਪੁਸ਼ਵਿੰਦਰ ਜੋਸਨ, ਜਸਬੀਰ ਸਿੰਘ ਸੇਖੋਂ, ਸਰਨਜੀਤ ਸਵੀ, ਨਰਿੰਦਰਪਾਲ ਕੰਗ, ਡਾਕਟਰ ਗਗਨਦੀਪ ਕੌਰ, ਜਾਵੇਦ ਬੂਟਾ, ਰਘਵੀਰ ਸਿੰਘ ਭਵਾਨੀਗੜ੍ਹ, ਪਰਮਾਨੰਦ ਸ਼ਾਸਤਰੀ, ਪ੍ਰੀਤਮ ਸਿੰਘ ਖੰਗੂੜਾ, ਸੁਸ਼ੀਲ ਆਜ਼ਾਦ, ਇੰਦਰਪ੍ਰੀਤ ਸਿੰਘ ਧਾਮੀ, ਗੁਰਪਿਆਰ ਹਰੀ ਨੌ, ਭਾਗ ਸਿੰਘ ਮਾਨ, ਗੁਰਜੰਟ ਚਾਹਲ, ਕੁਲਵਿੰਦਰ ਮਠਾੜੂ, ਪ੍ਰੀਤਮ ਸਿੰਘ ਖੰਗੂੜਾ, GS ਡੰਡੀਵਾਲ, ਰਵਿੰਦਰ ਸਿੰਘ ਸਹਿਰਾ, ਮੱਖਣ ਸਿੰਘ, ਜਸਬੀਰ ਸਿੰਘ ਸੇਖੋਂ, ਪੁਸ਼ਵਿੰਦਰ ਖੋਖਰ, ਕਰਮਜੀਤ ਸਿੰਘ, ਜਸਵੀਰ ਸਿੰਘ ਸੇਖੋਂ, ਬਲਜਿੰਦਰ ਜੌੜਕੀਆਂ, ਸਤਿੰਦਰ ਕੌਰ ਕਾਲੋਂ, ਬਮਲਜੀਤ ਕੌਰ ਮਾਨ, ਸੁਧੀਰ ਬਾਤਿਸ਼, ਹਰਜੀਤ ਕੌਰ ਬਮਰਾ,
ਮਨਦੀਪ ਸਿੰਘ, ਜਗਦੀਸ਼ ਸਚਦੇਵਾ ਨਾਟਕਕਾਰ, ਰਾਜਕੁਮਾਰ ਹੰਸ, ਨਵ ਸੰਗੀਤ ਸਿੰਘ, ਬਲਜੀਤ ਸਿੰਘ ਅਕਲੀਆ, ਕੁਲਵਿੰਦਰ ਮਠਾੜੂ, ਸੁਖਦਰਸ਼ਨ ਕੌਰ, ਇੰਦਰਪ੍ਰੀਤ ਸਿੰਘ ਧਾਮੀ, ਸੁਸ਼ੀਲ ਆਜ਼ਾਦ, GPS ਬੈਰਮਪੁਰ, ਹਰਸਿਮਰਨ ਕੌਰ, ਪ੍ਰੀਤਮ ਸਿੰਘ ਖੰਘਾੜੂ, ਕੁਲਜੀਤ ਕੌਰ, ਰਜਿੰਦਰ ਚੌਹਾਨ, ਕੇਹਰ ਸ਼ਰੀਫ, ਹਰਜੀਤ ਕੌਰ ਬਮਰਾ, ਅਮਰਜੀਤ ਸਿੰਘ, ਮਲਕੀਤ ਬਸਰਾ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਚਾਹਲ, ਰਾਮ ਸਿੰਘ ਸਰਾਂ, ਸੁਰਿੰਦਰ ਕੌਰ ਖਹਿਰਾ, ਖਹਿਰਾ ਸਮਰਾ ਲਿਖਦੇ ਨੇ ਪੂਰਾ, ਗੁਰਬਿੰਦਰ ਸਿੰਘ ਮਾਣਕ, ਪ੍ਰਿੰਸੀਪਲ ਲਖਵੀਰ ਸਿੰਘ ਸਮਰਾ, ਜਸਬੀਰ ਸਿੰਘ, ਨਾਇਬ ਸਿੰਘ ਮੰਡੇਰ, ਭੁਵਨੇਸ਼ ਜੰਡਾਈ, ਖੁਸ਼ਵਿੰਦਰ ਮਠਾੜੂ, ਗੁਲਾਬ ਸਿੰਘ ਰਿਆਉਂਦ, ਬਾਕੀ ਮੇਰਾ ਖਿਆਲ ਕੁਝ ਨਾਮ ਜੇ ਤੁਹਾਡੇ ਕੋਲੇ ਨੇ, ਸੁਨੀਤਾ ਸ਼ਰਮਾ, ਡਾਕਟਰ ਸਾਹਿਬ ਤੁਹਾਡੇ ਕੋਲੇ ਜੇਕਰ ਕਮਲ ਸੇਖੋਂ, ਡਾਕਟਰ ਨਵਜੋਤ ਕੌਰ, ਤੁਹਾਡੇ ਕੋਲੇ ਵੀ ਜੇਕਰ ਕੋਈ ਨਾਮ ਹੈਗੇ ਤਾਂ ਡਾਕਟਰ ਸਾਹਿਬ। ਹਾਂਜੀ ਹਾਂ, ਨੈਬ ਸਿੰਘ ਮੰਡੇਰ, ਬਲਵਿੰਦਰ ਸੰਧੂ, ਸਾਡੇ ਪੋਇਟ ਦਲਜੀਤ ਚਾਨਾ, ਰਘਵੀਰ ਸਿੰਘ ਭਵਾਨੀਗੜ੍ਹ, ਰਵਿੰਦਰ ਸਿੰਘ, ਬੇਅੰਤ ਸਿੰਘ, ਰਜਿੰਦਰ ਕੌਰ, ਜੋਗਿੰਦਰ ਗਿੰਦਾ, ਗੁਰਵਿਰਿੰਦਰ ਮੈਡਮ, ਗੁਰਨਾਮ ਸਿੰਘ ਗੁੱਟਰ, ਬਹੁਤ ਸਾਰੇ ਨਾਂ ਨੇ, ਪਰਮਾਨੰਦ ਸ਼ਾਸਤਰੀ ਜਿਹੜੇ ਲਗਾਤਾਰ ਆਪਣੇ ਨਾਲ ਜੁੜੇ ਹੋਏ ਨੇ, ਹਰਦੀਪ ਗੋਸਲ, ਇਸ ਤਰ੍ਹਾਂ ਗੁਰਜੰਟ ਚਾਲ ਤੇ ਹੋਰ ਕਾਫੀ ਸਾਰੇ ਨਾਂ ਨੇ ਮੈਮ, ਬਹੁਤ ਸਾਰੇ ਲੋਕ ਜੁੜੇ ਹੋਏ ਨੇ ਆਪਣੇ ਨਾਲ। ਜੀ ਜੀ, ਔਰ ਬੜੇ ਅੱਛੇ ਅੱਛੇ ਕਮੈਂਟਸ ਪਾ ਰਹੇ ਨੇ ਨਾਲ ਨਾਲ, ਮੈਂ ਤਾਂ ਪੂਰਾ ਬਿਜ਼ੀ ਰੱਖਿਆ ਉਧਰ ਵੀ ਕਮੈਂਟਸ ਦਾ। ਜੀ 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 ਜੀ, ਸੋ ਬਹੁਤ 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 ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਸੁਖਿੰਦਰ ਕੰਬੋਜ ਜੀ ਔਰ ਸੁਨੀਲ ਚੰਦਿਆਨਵੀ ਜੀ, ਔਰ ਸਾਡੇ ਸਾਰੇ ਹੀ ਪਿਆਰੇ ਪਿਆਰੇ ਪਾਠਕ ਦਰਸ਼ਕ ਔਰ ਜਿਹੜੇ ਆਨਲਾਈਨ ਵੇਖ ਰਹੇ ਨੇ ਲੇਖਕ ਸਾਹਿਬਾਨ। ਸੋ ਮੈਨੂੰ ਲੱਗਦਾ ਹੈ ਕਿ ਇੱਕ ਸ਼ਾਮ ਦੇ 6 ਵਜੇ ਤੋਂ ਘੜੀ ਵੇਖਣੀ ਸ਼ੁਰੂ ਕਰ ਦਈਦੀ ਹੈ, ਕਦੋਂ 7 ਵਜੇ ਤੱਕ ਮੈਂ ਉਹਨੂੰ ਕਿਹਾ ਵੀ ਰੋਟੀ ਖਾ ਲਈਦੀ ਹੈ, ਤੇ ਫਿਰ ਉਸ ਤੋਂ ਬਾਅਦ 7:45 ਹੋ ਗਏ, ਹੁਣ 5 ਮਿੰਟ ਰਹਿ ਗਏ, ਹਨਾ, ਤੇ ਮਤਲਬ ਸਾਰੇ ਕੰਮ ਛੁੱਟ ਜਾਂਦੇ ਨੇ, ਵਿੱਚੋਂ ਫੋਨ ਵੀ ਛੁੱਟ ਜਾਂਦੇ ਨੇ। ਸੋ ਇੱਕ ਮੈਨੂੰ ਲੱਗਦਾ ਹੈ ਕਿ ਜਿਉਣ ਦੀ ਇੱਕ ਚਾਹਤ ਜਿਹੀ, ਇੱਕ ਖਾਹਿਸ਼ ਜਿਹੀ, ਇੱਕ ਜਿਵੇਂ ਆਲੇ ਦੁਆਲੇ ਜੀ ਮੁਰਦਾ, ਮੈਂ ਅੱਜ ਚੰਡੀਗੜ੍ਹ ਗਈ ਹਾਂ ਔਰ ਬਿਲਕੁਲ ਦੁਕਾਨਾਂ ਤੇ ਕੋਈ ਸਮਾਨ ਨਹੀਂ, ਕੁਛ ਵੀ ਨਹੀਂ ਹੈ, ਏਦਾਂ ਕਿ ਲੁਕਾਈ ਹੋਈ ਪਈ ਹੈ, ਜਿਵੇਂ ਮੁਰਝਾਏ ਹੋਏ ਪਏ, ਜਿਵੇਂ ਨਾ ਪਾਣੀ ਨਹੀਂ ਮਿਲਦਾ ਬੂਟੇ ਨੂੰ ਤੇ ਬੂਟਾ ਮੁਰਝਾ ਜਾਂਦਾ। ਸੋ ਇਹ ਸਾਡੀ ਨਿਮਾਣੀ ਜੀ ਕੋਸ਼ਿਸ਼ ਹੈ ਪੰਜਾਬ ਸਾਹਿਤ ਅਕੈਡਮੀ ਦੀ ਕਿ ਪਾਣੀ ਦੀ ਕੋਈ ਨਿੱਕੀ ਜੀ ਫੁਹਾਰ, ਕੋਈ ਬੁਛਾਰ, ਕੋਈ ਅਸੀਂ ਚਾਹੇ ਤਰੇਲ ਵਾਂਗ ਹੀ ਕਿਤੇ ਵਰ ਸਕੀਏ। ਸੋ ਸਾਡਾ ਇਹ ਉਦਮ ਮੈਨੂੰ ਉਮੀਦ ਆ ਕਿ ਤੁਹਾਡੇ ਸਾਰਿਆਂ ਦੇ ਦਿਲਾਂ ਨੂੰ ਜ਼ਰੂਰ ਧਰਵਾਸ ਦਿੰਦਾ ਹੋਏਗਾ। ਸੋ ਤੁਹਾਡਾ ਸਾਰਿਆਂ ਦਾ ਪਿਆਰ ਮੁਹੱਬਤ ਸਾਡੇ ਨਾਲ ਇਸੇ ਤਰ੍ਹਾਂ ਬਣਿਆ ਰਹੇ। ਬਹੁਤ 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 ਸ਼ੁਕਰੀਆ ਜੀ ਦੋਸਤੋ, ਤੁਸੀਂ ਸਾਰਿਆਂ ਨੇ ਬਹੁਤ ਲੰਮਾ ਸਮਾਂ ਸਾਡਾ ਸਾਥ ਦਿੱਤਾ ਤੇ ਅੱਗੇ ਵੀ ਦੇ ਰਹੇ ਹੋ। ਲਗਾਤਾਰ ਇਹ ਸਿਲਸਿਲਾ ਚੱਲਣਾ ਹੈ ਕਾਫੀ ਦੇਰ ਤੱਕ, ਜਦੋਂ ਤੱਕ ਤੁਹਾਡਾ ਸਾਥ ਬਣਿਆ ਰਿਹਾ। ਇੱਕ ਬੇਨਤੀ ਤੁਹਾਨੂੰ ਇਹ ਹੈ ਕਿ ਅਕਸਰ ਨਾ ਜਿਹੜੇ ਹੋਰ ਕਿਸਮ ਦੇ ਪ੍ਰੋਗਰਾਮ ਹੁੰਦੇ ਨੇ, ਜਾਂ ਜਿਵੇਂ ਕੱਲ ਸਿੱਧੂ ਮੂਸੇਵਾਲੇ ਦੀ ਗੱਲ ਚੱਲੀ ਸੀ, ਉਹਨਾਂ ਦੇ ਪ੍ਰੋਗਰਾਮ ਅਕਸਰ ਬਹੁਤ ਵੱਡੀ ਗਿਣਤੀ ਸ਼ੇਅਰ ਹੋ ਜਾਂਦੇ ਨੇ। ਇਹ ਪ੍ਰੋਗਰਾਮ ਵੀ ਬਹੁਤ ਸ਼ੇਅਰ ਕੀਤਾ ਜਾ ਰਿਹਾ, ਪਰ ਤੁਹਾਨੂੰ ਫਿਰ ਬੇਨਤੀ ਹੈ ਕਿ ਇਹੋ ਜਿਹੇ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ, ਆਪਾਂ ਹਰ ਬੰਦਾ ਸ਼ੇਅਰ ਕਰੇ, ਤਾਂ ਕਿ ਅੱਗੇ ਦੀ ਅੱਗੇ ਇਹ ਕਾਫਲਾ ਬਣੇ, ਚੰਗੀ ਸੋਚ ਵਾਲੇ ਲੋਕਾਂ ਦਾ ਕਾਫਲਾ ਬਣੇ, ਤੇ ਇਹ ਪਤਾ ਲੱਗੇ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਅੱਛੇ ਪ੍ਰੋਗਰਾਮ ਹੋ ਰਹੇ ਨੇ। ਇਕੱਲਾ ਇਹ ਨਹੀਂ, ਇਹੋ ਜਿਹੇ ਹੋਰ ਪ੍ਰੋਗਰਾਮ ਵੀ ਜਿਹੜੇ ਤੁਸੀਂ ਦੇਖਦੇ ਹੋ। ਅਕਸਰ ਅਸੀਂ ਜਿਹੜੇ ਸਿਆਣੇ ਦੇ ਲੋਕ ਆ ਥੋੜੇ ਚੁੱਪ ਕਰ ਜਾਂਦੇ ਆ, ਸ਼ੇਅਰ ਨਹੀਂ ਕਰਦੇ, ਦੇਖ ਕੇ ਹਟ ਜਾਂਦੇ ਆ, ਪਰ ਦੂਜੇ ਲੋਕ ਦੂਜੀ ਤਰ੍ਹਾਂ ਦੀਆਂ ਪੋਸਟਾਂ ਬਹੁਤ ਜ਼ਿਆਦਾ ਸ਼ੇਅਰ ਹੋ ਜਾਂਦੀਆਂ ਨੇ। ਸੋ ਤੁਹਾਡਾ ਸਾਥ ਬਣਿਆ ਰਹੇ। ਕੱਲ ਆਪਾਂ ਇਸੇ ਸਮੇਂ ਜਿਹੜਾ ਟੌਪਿਕ ਹੈ ਸੰਕਟ ਕਾਲ ਤੇ ਯੁਵਕ ਗਤੀਵਿਧੀਆਂ ਦਾ ਟੌਪਿਕ ਹੈ, ਤੇ ਉੱਤੇ ਅਸੀਂ ਡਾਕਟਰ ਸਾਹਿਬ ਕੰਬੋਜ ਕੁਝ ਕਹਿਣਾ ਚਾਹੁੰਦੇ? ਹਾਂ ਜੀ 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 ਜੀ, ਕੰਬੋਜ ਸਾਹਿਬ ਬੋਲੋ ਜੀ ਪਲੀਜ਼। ਉਸ ਤੋਂ ਬਾਅਦ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦਾ ਬਿਲਕੁਲ ਧੰਨਵਾਦ ਕਰਦਾ, ਔਰ ਜਿਨ੍ਹਾਂ ਸ਼ਬਦਾਂ 'ਚ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸੰਖੇਪ ਰੂਪ 'ਚ ਦੱਸਿਆ ਕਿ ਜੀਵਨ ਦੀ ਜਿਹੜੀ ਆਸ ਹੈ, ਜਿਉਣ ਦੀ ਇੱਕ ਜਿਹੜੀ ਚਾਹਤ ਹੈ ਬੰਦੇ ਦੇ ਅੰਦਰੋਂ, ਕਦੇ ਮਰਨੀ ਨਹੀਂ ਚਾਹੀਦੀ। ਥੈਂਕ ਯੂ ਮੈਡਮ, ਬਹੁਤ ਅੱਛੇ ਸ਼ਬਦਾਂ ਨਾਲ ਤੁਸੀਂ ਕਿਹਾ। ਨੰਬਰ 2, ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੀਵਨ ਜਿਹੜਾ ਬਹੁਤ ਥੋੜਾ ਆ, ਹਨਾ, ਤੇ ਜਿੰਨਾ ਚਿਰ ਤੱਕ ਰਹੀਏ, ਬਾਬੇ ਨਾਨਕ ਨੇ ਕਿਹਾ ਹੈ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕੁਛ ਸੁਣੀਏ ਕੁਛ ਕਹੀਏ ਨਾਨਕ, ਹਨਾ। ਜਿੰਨਾ ਚਿਰ ਤੱਕ ਅਸੀਂ ਜੀਨੇ ਆ,
ਇੱਥੇ ਅਮਰੀਕਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸੋਚ ਇਹ ਪਣਪ ਰਹੀ ਹੈ ਕਿ ਬੰਦਾ ਕਿਤੇ ਮਸ਼ੀਨ ਨਾ ਬਣ ਜਾਵੇ। ਇਹ ਹੈ ਜੀ ਜੀ ਆਪਾਂ ਆਪਣੇ ਤੋਂ ਕਿਤੇ 100 ਸਾਲ 200 ਸਾਲ ਅੱਗੇ ਨੇ ਇਹ ਲੋਕ ਥਿੰਕਿੰਗ ਦੇ ਮਾਮਲੇ ਦੇ ਵਿੱਚ, ਜੀ ਕਿ ਬੰਦੇ ਦੇ ਅੰਦਰੋਂ ਸੰਵੇਦਨਾ ਇੰਨੀ ਬੁਰੀ ਤਰ੍ਹਾਂ ਖਤਮ ਹੋ ਰਹੀ ਆ ਕਿਤੇ ਬੰਦਾ ਮਸ਼ੀਨ ਹੀ ਨਾ ਬਣ ਜਾਵੇ। ਇਹ ਬਹੁਤ ਵੱਡੀ ਗੱਲ ਹੈ ਹਨਾ। ਪਰ ਇਹਨੂੰ ਜਗਾਈ ਰੱਖਣਾ ਪੰਜਾਬੀ ਸਾਹਿਤ ਦੇ ਵਿੱਚ, ਇਹ ਮੈਡਮ ਜੀ ਔਰ ਤੁਸੀਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡੇ ਕਿ ਤੁਸੀਂ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਹੇ ਜੇ। 100 ਬੰਦੇ ਤੁਹਾਨੂੰ ਤੋੜਨ ਵਾਲੇ ਮਿਲ ਜਾਣਗੇ, ਜੋੜਨ ਵਾਲਾ ਕੋਈ ਹੁੰਦਾ। ਥੈਂਕ ਯੂ, ਧੰਨਵਾਦ ਸਰ ਬਹੁਤ ਬਹੁਤ। ਕੱਲ ਅਸੀਂ ਮੈਂ ਕੱਲ ਦਾ ਟੌਪਿਕ ਡਿਸਕਸ ਕਰਿਆ ਕਿ ਸੰਕਟ ਕਾਲ ਤੇ ਯੁਵਕ ਗਤੀਵਿਧੀਆਂ। ਇਹਦੇ ਵਿੱਚ ਅਸੀਂ 3 ਪੈਨਲਿਸਟ ਕੱਲ ਲੈ ਰਹੇ ਹਾਂ। ਨਿਰਮਲ ਜੌੜਾ ਜੀ ਜਿਹੜੇ ਲੰਮਾ ਸਮਾਂ ਨੌਜਵਾਨਾਂ ਦੇ ਨਾਲ ਜੁੜੇ ਰਹੇ ਨੇ, ਡਾਕਟਰ ਨਵਜੋਤ ਕੌਰ ਜਿਹੜੇ ਪ੍ਰਿੰਸੀਪਲ ਨੇ ਲੈਲਪੁਰ ਖਾਲਸਾ ਕਾਲਜ ਤੋਂ, ਜਿਹੜੇ ਇਸ ਵੇਲੇ ਯੂਥ ਨਾਲ ਜੁੜੇ ਹੋਏ ਨੇ, ਤੇ ਤੀਜੇ ਗੁਰਸੇਵਕ ਲੰਬੀ ਜੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਯੂਥ ਕੋਆਰਡੀਨੇਟਰ ਨੇ। ਸੋ 3 ਵਿਦਿਅਕ ਸ਼ਖਸੀਅਤਾਂ ਜਿਹੜੀਆਂ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਲੈ ਰਹੇ ਹਾਂ। ਤੇ ਕੱਲ ਆਪਾਂ ਨੌਜਵਾਨਾਂ ਦੇ ਹੋਰ ਬਹੁਤ ਸਾਰੇ ਮਸਲੇ ਸੰਕਟ ਕਾਲ ਦੇ ਦੌਰਾਨ ਜਿਹੜੇ ਵਾਪਰੇ ਨੇ ਉਹਨਾਂ ਤੇ ਚਰਚਾ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਅੱਜ ਲਈ ਬਹੁਤ ਬਹੁਤ ਧੰਨਵਾਦ। ਕੱਲ ਮਿਲਦੇ ਹਾਂ ਆਪਾਂ ਇਸੇ ਵਕਤ ਇਸੇ ਖਿੜਕੀ ਰਾਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।